राखा प्रभुता का, कीनो बड़ो कलु महसाका। साधन हेत इति जिन करी, शीस दिया पर सीना उचरी। धर्म हेत साका जिन किया, शीस दिया पर सिर ना दिया। नाटक चेटक किए कुकाजा, प्रभ लोगन कह आवत लाजा। ठीक कर फोर दिलीस सेरा, प्रभ पुर किया बयान। तेग बहादुर सी किरिया, करी न किन्हु आन। तेग बहादुर के चलत, भयो जगत को शोक। है सब जग भयो, जय 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 सुरलोक। चित चरण कमल का आसरा, चित चरण कमल संग जोड़िया। मन लोचै बुराइयाँ, गुर शब्दी एहो मन होड़िया। गुर तेग बहादुर बोलिया, धर पाइया धर्म ना छोड़िया। बाहें जिन्ना दी पकड़िया, सिर दीजै बाहें ना छोड़िया। तेग बहादुर सिमरिया, घर नौ निध आवै धाए। सब थाई होए सहाय, तेग बहादुर सिमरिया। घर नौ निध आवै धाए। सब थाई होए सहाय। परम सन्मानयोग गुरता गद्दी ते सुभाईमान क्यावार शातार तख जी दे मालक याहराज हूर हाजरा हजूर दसां पातशाहियां दे आत्मिक स्वरूप धन 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 साहिब सतगुरु श्री गुरु ग्रंथ साहिब महाराज जी दी पावन पवित्र हजूरी अंदर धन धन बाबा भाई झाड़ू साहिब जी दे पवित्र अस्थानां ते सत संगत रूप हो करके हाजरियां भर रहे
गुरु प्यारियो गुरु सवारियो, सत्कार सहत गुर फतेह प्रवान करो। आखो जी वाहिगुरु जी का खालसा, वाहिगुरु जी की फतेह। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਰਸ ਕਰਕੇ ਅੰਮ੍ਰਿਤਮਈ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਨ ਕਰਕੇ ਅਤੇ ਅੰਮ੍ਰਿਤਮਈ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਰਹੇ ਸੀ। ਵਡਭਾਗੇ ਹੋ। ਸਤਿਗੁਰਾਂ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਗੋਦ ਅੰਦਰ ਸਤ ਸੰਗਤ ਰੂਪ ਹੋ ਕਰਕੇ ਬੈਠਣ ਦਾ ਸੁਭਾਗ ਸਮਾ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਆਪਾਂ ਉਸ ਦਿਹਾੜੇ ਦੇ ਸੰਬੰਧ ਵਿੱਚ ਵਿਚਾਰ ਸਰਵਣ ਕਰਨੇ ਨੇ। ਅੱਜ ਦਾ ਦਿਹਾੜਾ ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਮਹਾਨ ਕੁਰਬਾਨੀ ਦੇ ਕਰਕੇ ਇਸ ਸੰਸਾਰ ਦਾ ਭਲਾ ਕੀਤਾ ਹੈ, ਜ਼ੁਲਮ ਦਾ ਖਾਤਮਾ ਕੀਤਾ ਹੈ। ਤੇ ਜੇ ਅੱਜ ਹਿੰਦੂ ਧਰਮ ਦੁਨੀਆ ਵਿੱਚ ਹੈ ਤਾਂ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕੁਰਬਾਨੀ ਕਰਕੇ ਹੈ। ਜੇ ਨਾ ਪਾਤਸ਼ਾਹ ਕੁਰਬਾਨੀ ਕਰਦੇ ਤੇ ਇਹ ਧਰਮ ਸਦਾ ਵਾਸਤੇ ਮਿਟ ਜਾਣਾ ਸੀ, ਖਤਮ ਹੋ ਜਾਣਾ ਸੀ। ਸੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੀਵਨ ਆਪਾਂ ਸਰਵਣ ਕਰਨਾ ਹੈ। ਇਕਾਗਰਤਾ ਬਣਾਇਓ ਤਾਂ ਕਿ ਆਪਾਂ ਸਤਿਗੁਰਾਂ ਦਾ ਜੀਵਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਸਤਿਗੁਰਾਂ ਦਾ ਇਤਿਹਾਸ ਪੜ੍ਹੀਏ ਤੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ 5 ਸਾਹਿਬਜ਼ਾਦੇ ਇੱਕ ਸਾਹਿਬਜ਼ਾਦੀ ਨੇ ਜਨਮ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ 3 ਆਨੰਦ ਕਾਰਜ ਹੋਏ ਸਨ। ਇੱਕ ਡੱਲੇ ਪਿੰਡ ਤੋਂ ਮਾਤਾ ਦਮੋਦਰੀ ਜੀ ਸਨ। ਇਹ ਡੱਲਾ ਪਿੰਡ ਸ੍ਰੀ ਸੁਲਤਾਨਪੁਰ ਸਾਹਿਬ ਦੇ ਨੇੜੇ ਹੈ। ਦੂਜੇ ਮਾਤਾ ਮਰਵਾਹੀ ਜੀ ਇਹ ਮੰਡਿਆਲੇ ਪਿੰਡ ਤੋਂ ਸਨ। ਤੀਸਰੇ ਮਾਤਾ ਨਾਨਕੀ ਜੀ ਜਿਨ੍ਹਾਂ ਦਾ ਪਿੰਡ ਬਾਬਾ ਬਕਾਲਾ ਸੀ। ਸਤਿਗੁਰਾਂ ਦੇ ਗ੍ਰਹਿ ਵਿਖੇ ਸਭ ਤੋਂ ਪਹਿਲਾਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਹੈ। ਡੌਲੀ ਭਾਈ ਕੀ ਨਗਰ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਹੈ। 1670 ਬਿਕਰਮੀਨ ਦੇ ਵਿੱਚ ਮਾਤਾ ਦਮੋਦਰੀ ਦੇ ਕੁੱਖੋਂ ਬਾਬਾ
ਗੁਰਦਿੱਤਾ ਜੀ ਦਾ ਜਨਮ ਹੋਇਆ ਤੇ ਦੂਸਰੇ ਬੀਬੀ ਵੀਰੋ ਜੀ ਦਾ ਜਨਮ ਵੀ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ 1672 ਦੇ ਵਿੱਚ। ਇਸੇ ਤਰ੍ਹਾਂ 1674 ਦੇ ਵਿੱਚ ਸੋ ਗੁਰੂ ਪਿਆਰ ਵਾਲਿਓ ਬਾਬਾ ਸੂਰਜਮਲ ਦਾ ਜਨਮ ਹੋਇਆ ਹੈ ਮਾਤਾ ਮਰਵਾਹੀ ਜੀ ਦੀ ਕੁੱਖੋਂ। ਇਹ ਬਿਕਰਮੀ ਸੰਮਤ ਹੈ। ਫਿਰ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ। ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਨਾਨਕੀ ਤੇਰੇ ਘਰ ਸਭ ਤੋਂ ਵੱਧ ਪੁੱਤਰ ਹੋਣਗੇ ਅਤੇ ਜਿਹੜੀ ਤੇਰੇ ਪੁੱਤਰ ਨੂੰ ਵਡਿਆਈ ਮਿਲੇਗੀ ਉਹ ਹੋਰ ਕਿਸੇ ਨੂੰ ਨਹੀਂ ਮਿਲੇਗੀ। ਫਿਰ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ 3 ਪੁੱਤਰਾਂ ਦਾ ਜਨਮ ਹੋਇਆ, ਬਾਬਾ ਅਣੀ ਰਾਏ ਜੀ ਤੇ ਬਾਬਾ ਅਟਲ ਰਾਏ ਜੀ, ਤੇ ਤੀਸਰੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਮਾਤਾ ਨਾਨਕੀ ਜੀ ਦਾ ਜੀਵਨ ਬਹੁਤ ਉੱਚਾ ਸੁੱਚਾ ਹੈ। ਸੋ 1678 ਬਿਕਰਮੀ ਦੇ ਵਿੱਚ 1621 ਈਸਵੀ ਨੂੰ ਮੰਗਲਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਬਣਿਆ ਹੋਇਆ, ਉਸ ਅਸਥਾਨ ਤੇ ਹੋਇਆ ਹੈ। ਸੋ ਸਤਿਗੁਰਾਂ ਦੇ ਘਰ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ। ਗਰੀਬ ਨਵਾਜ ਸਤਿਗੁਰੂ ਜੀ ਆਪ ਦੇਖਣ ਵਾਸਤੇ ਆਏ ਨੇ ਅਤੇ ਉਸ ਵੇਲੇ ਬੜੀਆਂ ਰਹਿਮਤਾਂ ਵਰਤਾਈਆਂ ਨੇ। ਸਮਾਂ ਬੀਤਦਾ ਗਿਆ, ਮੈਂ ਵਿਸਥਾਰ ਵੱਲ ਨਾ ਜਾਵਾਂ ਕਿਉਂਕਿ ਆਪਾਂ ਸ਼ਹਾਦਤ ਤੱਕ ਪਹੁੰਚਣਾ ਹੈ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਰੀਰ ਅੱਗੇ ਵਧਿਆ ਤੇ ਛੋਟੀ ਉਮਰ ਤੋਂ ਹੀ ਸਤਿਗੁਰਾਂ ਦਾ ਸੁਭਾਅ ਬੜਾ ਦਿਆਲੂ, ਕਿਰਪਾਲੂ, ਵੈਰਾਗੀ ਤੇ ਤਿਆਗੀ ਸੁਭਾਅ ਸੀ। ਛੋਟੀ ਉਮਰ ਦੇ ਵਿੱਚ ਹੀ ਕਿਸੇ ਦਾ ਦੁੱਖ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਹਾਰ ਨਹੀਂ ਸਕਦੇ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੇ ਸੁੰਦਰ ਵਸਤਰ ਪਹਿਨੇ ਹੋਏ ਨੇ, ਗਹਿਣੇ ਪਹਿਨੇ ਹੋਏ ਨੇ ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਵਡਿਆਈ ਤਾਂ ਸਾਰੇ ਪਾਸੇ ਫੈਲੀ ਹੋਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਭ ਤੋਂ ਛੋਟਾ ਸਾਹਿਬਜ਼ਾਦਾ ਬੜਾ ਦਿਆਲੂ, ਕਿਰਪਾਲੂ ਹੈ। ਉਹ ਕਿਸੇ ਨੂੰ ਖਾਲੀ ਨਹੀਂ ਮੋੜਦਾ, ਜੋ ਵੀ ਉਹਦੇ ਤੋਂ ਮੰਗ ਲਈਏ ਉਹ ਬਖਸ਼ਿਸ਼ ਕਰ ਦਿੰਦਾ। ਵਿਦਵਾਨ ਕਹਿੰਦੇ ਨੇ ਇੱਕ ਬ੍ਰਾਹਮਣ, ਗਰੀਬ ਬ੍ਰਾਹਮਣ ਚੱਲ ਕਰਕੇ ਆਇਆ ਹੈ। ਉਸਨੇ ਸੋਚਿਆ ਹੈ ਕਿ ਵੱਡੇ ਪੁੱਤਰਾਂ ਤੋਂ ਮੰਗਾਂਗਾ, ਪਤਾ ਨਹੀਂ ਦੇਣ ਕਿ ਨਾ ਦੇਣ, ਪਰ ਇਹਨਾਂ ਦਾ ਤੇ ਮੈਂ ਜਸ ਸੁਣਿਆ ਵੀ ਇਹ ਕਿਸੇ ਨੂੰ ਖਾਲੀ ਨਹੀਂ ਮੋੜਦੇ। ਹੱਥ ਜੋੜੇ ਨੇ, ਬੇਨਤੀ ਕਰਨ ਲੱਗਾ ਹੈ ਕਿ ਮੇਰੇ ਤੇ ਰਹਿਮਤ ਕਰੋ, ਮੈਂ ਬੜਾ ਗਰੀਬ ਹਾਂ, ਬੜਾ ਦੁਖੀ ਹਾਂ, ਪਰਿਵਾਰ ਦਾ ਖਰਚਾ ਨਹੀਂ ਚੱਲਦਾ, ਮੈਨੂੰ ਬਖਸ਼ਿਸ਼ ਕਰਨਾ ਕਰੋ। ਤਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਕੀਮਤੀ ਵਸਤਰ
ਅਤੇ ਗਹਿਣੇ ਆਦਿਕ ਲਾ ਕਰਕੇ ਉਸ ਸਾਰੇ ਬ੍ਰਾਹਮਣ ਨੂੰ ਦੇ ਦਿੱਤੇ। ਸਾਰੇ ਉਹਦੀ ਗਰੀਬੀ ਕੱਢ ਦਿੱਤੀ ਪਾਤਸ਼ਾਹ, ਰਹਿਮਤਾਂ ਕਰ ਦਿੱਤੀਆਂ। ਐਸਾ ਵੀ ਬਚਨ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਇੱਕ ਦਿਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੋਹਣੇ ਬਸਤਰ ਪਹਿਨੇ ਹੋਏ ਸਨ ਨਵੇਂ। ਇੱਕ ਗਰੀਬ ਜਿਹਾ ਲੜਕਾ ਸਤਿਗੁਰਾਂ ਦੇ ਕੋਲ ਆਇਆ ਤੇ ਉਹ ਸਤਿਗੁਰਾਂ ਵੱਲ ਵੇਖਦਾ ਹੈ, ਬਸਤਰਾਂ ਨੂੰ ਹੱਥ ਲਾ ਕੇ ਦੇਖਦਾ ਹੈ। ਮਹਾਰਾਜ ਦੇ ਮਨ ਵਿੱਚ ਤਰਸ ਆਇਆ ਵੀ ਇਹਨੇ ਕਦੀ ਇੰਨੇ ਸੋਹਣੇ ਬਸਤਰ ਪਾ ਕੇ ਨਹੀਂ ਵੇਖੇ ਹੋਣੇ, ਕਿਉਂਕਿ ਗਰੀਬ ਹੈ। ਤਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਨਵੇਂ ਬਸਤਰ ਲਾ ਕਰਕੇ ਉਸ ਗਰੀਬ ਬੱਚੇ ਦੇ ਗਲ ਪਵਾ ਦਿੱਤੇ ਨੇ। ਜਦੋਂ ਘਰ ਆਏ, ਮਾਤਾ ਜੀ ਨੇ ਪੁੱਛਿਆ ਕਿ ਲਾਲ ਜੀ ਬਸਤਰ ਕਿੱਥੇ ਨੇ? ਆਖਿਆ ਮਾਂ ਇੱਕ ਗਰੀਬ ਬੱਚਾ ਸੀ, ਉਹਨੂੰ ਦੇ ਦਿੱਤੇ। ਮਾਂ ਆਪਣੇ ਕੋਲ ਤੇ ਵਾਧੂ ਹੋਰ ਬਣ ਜਾਣਗੇ, ਉਸ ਵਿਚਾਰੇ ਨੂੰ ਪਤਾ ਨਹੀਂ ਸੀ ਮਿਲਣੇ ਕਿ ਨਹੀਂ ਮਿਲਣੇ। ਇਸ ਤਰ੍ਹਾਂ ਦਾ ਸੁਭਾਅ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਛੋਟੀ ਉਮਰ ਤੋਂ ਹੀ, ਕਿਉਂਕਿ ਇਹ ਸੁਭਾਅ ਪਹਿਲਾਂ ਤੋਂ ਹੀ ਸੀ, ਦਇਆ ਵਾਲਾ, ਕਿਰਪਾ ਕਰਨ ਵਾਲਾ, ਕਿਸੇ ਤੇ ਤਰਸ ਕਰਨ ਵਾਲਾ। ਸਮਾਂ ਬੀਤਦਾ ਗਿਆ। ਜਦੋਂ ਵੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿੱਚ ਆਉਣਾ ਨਾ ਮੱਥਾ ਟੇਕਣ ਵਾਸਤੇ, ਇੰਨਾ ਭੈ ਮਨ ਵਿੱਚ ਰੱਖਣਾ ਕਿ ਕਦੀ ਅੱਖ ਉੱਪਰ ਨਹੀਂ ਚੁੱਕਣੀ, ਅੱਖਾਂ ਨੀਵੀਆਂ ਕਰਕੇ ਆਉਣਾ। ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਗੋਦੀ 'ਚ ਬਿਠਾ ਲੈਣਾ। ਛੋਟੀ ਉਮਰ ਸੀ, ਕੋਲ ਬਿਠਾ ਲੈਣਾ, ਬੜਾ ਪਿਆਰ ਕਰਨਾ ਤੇ ਬੋਲਣਾ ਘੱਟ ਹੈ, ਸੰਗਤ ਜ਼ਿਆਦਾ ਕਰਨੀ ਹੈ, ਗੁਰਮੁਖਾਂ ਦੇ ਨਾਲ ਰਹਿਣਾ ਹੈ, ਬਾਣੀ ਪੜ੍ਹਨੀ, ਸਿਮਰਨ ਕਰਨਾ। ਤੇ ਜਿਵੇਂ ਦੁਨੀਆ ਦਾ ਸੁਭਾਅ ਹੁੰਦਾ ਹੈ ਕਿ ਲੋਕ ਉਸੇ ਨੂੰ ਹੀ ਚੰਗਾ ਮੰਨਦੇ ਜਿਹੜਾ ਬਹੁਤਾ ਚਤਰ ਚਲਾਕ ਹੋਵੇ, ਕੰਮਕਾਰ ਕਰਨ ਵਾਲਾ ਹੋਵੇ। ਤੇ ਸਤਿਗੁਰਾਂ ਨੂੰ ਤਾਂ ਮਾਤਾ ਜੀ ਵੀ ਸਮਝਦੇ ਸਨ ਕਿ ਮੇਰਾ ਪੁੱਤਰ ਤਾਂ ਭੋਲਾ ਹੀ ਹੈ, ਇਹ ਤਾਂ ਸਭ ਕੁਝ ਵੰਡੀ ਜਾ ਰਿਹਾ। ਪਰ ਇਹ ਨਹੀਂ ਜਾਣਦੇ ਕਿ ਜੋ ਦਾਤਾ ਹੁੰਦਾ ਉਹਦਾ ਕਰਮ ਹੀ ਵੰਡਣਾ ਹੁੰਦਾ ਹੈ। ਦਾਤੇ ਦਾ ਕਰਮ ਹੀ ਇਹ ਹੁੰਦਾ ਹੈ ਕਿ ਵੰਡੀ ਜਾਣਾ। ਹੁਣ ਸਮਾਂ ਬੀਤਦਾ ਗਿਆ। ਪ੍ਰਿੰਸੀਪਲ ਸਤਬੀਰ ਸਿੰਘ ਜੀ ਇੱਕ ਬਚਨ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੰਨੇ ਕੋ ਕਹਿਣੀ ਤੇ ਕਥਨੀ ਦੇ ਪੂਰੇ ਸਨ, ਕਿੰਨਾ ਕੁ ਉਹ ਜੀਵਨ ਵਿੱਚ ਗੁਰੂ ਉਪਦੇਸ਼ ਨੂੰ ਧਾਰਨ ਕਰਦੇ ਸਨ। ਇੱਕ ਛੋਟੀ ਜਿਹੀ ਘਟਨਾ ਉਹਨਾਂ ਨੇ ਲਿਖੀ ਹੈ। ਕਹਿੰਦੇ ਇੱਕ ਦਿਨ ਇੱਕ ਮਾਈ ਸਤਿਗੁਰਾਂ ਦੇ ਕੋਲ ਆਪਣੇ ਬੱਚੇ ਨੂੰ ਲੈ ਕੇ ਆਈ। ਕਹਿਣ ਲੱਗੀ ਮਹਾਰਾਜ ਕਿਰਪਾ ਕਰੋ, ਮੇਰਾ ਬੱਚਾ ਗੁੜ ਬੜਾ ਖਾਂਦਾ ਹੈ। ਮਹਾਰਾਜ ਕਹਿਣ ਲੱਗੇ ਮਾਤਾ ਕੱਲ ਨੂੰ ਆਵੇ। ਉਹ ਮਾਈ ਅਗਲੇ ਦਿਨ ਆਪਣੇ ਬੱਚੇ ਨੂੰ ਨਾਲ ਲੈ ਕੇ ਆਈ, ਸਤਿਗੁਰਾਂ ਨੂੰ ਬੇਨਤੀ ਕੀਤੀ ਤੇ ਪਾਤਸ਼ਾਹ ਕਹਿਣ ਲੱਗੇ ਪੁੱਤਰ ਬਹੁਤਾ ਗੁੜ ਨਹੀਂ ਖਾਈਦਾ। ਸੋ ਮਾਤਾ ਕਹਿਣ ਲੱਗੀ ਮਹਾਰਾਜ ਜੀ ਇਹੀ ਬਚਨ ਕਹਿਣਾ ਸੀ ਤੇ ਕੱਲ ਹੀ ਕਹਿ ਦਿੰਦੇ। ਪਾਤਸ਼ਾਹ ਕਹਿਣ ਲੱਗੇ ਮਾਈ ਕੱਲ ਤਾਂ ਮੈਂ ਵੀ ਖਾਧਾ ਹੋਇਆ ਸੀ, ਜਿਹੜਾ ਕੰਮ ਮੈਂ ਆਪ ਕਰਦਾ ਉਹ ਕਿਸੇ ਨੂੰ ਕਿਵੇਂ ਕਹਿ ਸਕਦਾ। ਹੈ ਇਹ ਛੋਟੀ ਜਿਹੀ ਘਟਨਾ, ਪਰ ਇਹਦਾ ਭਾਵ ਸੀ ਕਿ ਜਿੰਨਾ ਚਿਰ ਆਪ ਨਹੀਂ ਸੀ ਧਾਰਨ ਕਰਦੇ ਉਹਨਾਂ ਚਿਰ ਦੂਜੇ ਨੂੰ ਕਹਿੰਦੇ ਨਹੀਂ ਸੀ। ਅੱਜ ਤੇ ਆਪਾਂ ਵੇਖਦੇ ਹਾਂ ਦੂਜੇ ਨੂੰ ਕਹਿ ਲਈਦਾ, ਆਪ ਉਹ ਕੰਮ ਆਪਾਂ ਨਹੀਂ ਕਰਦੇ। ਪਰ ਸਤਿਗੁਰੂ ਜੀ ਨੇ ਜੋ ਕਿਸੇ ਨੂੰ ਕਿਹਾ ਹੈ ਉਹ ਪਹਿਲਾਂ ਆਪ ਧਾਰਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭੋਗ ਦੇ ਸ਼ਲੋਕ ਨੇ ਤੇ ਕੁਝ ਸ਼ਬਦ
ਜਿਨ੍ਹਾਂ ਦੀ ਗਿਣਤੀ ਵਿਦਵਾਨਾਂ ਨੇ 117 ਕੀਤੀ ਹੈ, ਜਿਹਦੇ ਵਿੱਚੋਂ ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ। ਸੋ ਗੁਰੂ ਪਿਆਰ ਵਾਲਿਓ, ਤੁਸੀਂ ਸਾਰੇ ਹੀ ਸ਼ਲੋਕਾਂ ਨੂੰ, ਸ਼ਬਦਾਂ ਨੂੰ ਪੜ੍ਹੋਗੇ ਤਾਂ ਉਹਦੇ ਵਿੱਚੋਂ ਸਿਧਾਂਤ ਇਹੀ ਮਿਲੇਗਾ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿੰਨੇ ਵੀ ਸ਼ਬਦ ਉਚਾਰਨ ਕੀਤੇ ਨੇ, ਉਹਦੇ ਵਿੱਚੋਂ ਜ਼ਿਆਦਾਤਰ ਸ਼ਬਦ ਜਿਹੜੇ ਉਹ ਆਪਣੇ ਆਪ ਨੂੰ ਸੰਬੋਧਨ ਕਰਕੇ ਉਚਾਰੇ ਨੇ, ਮਨ ਨੂੰ ਸੰਬੋਧਨ ਕਰਕੇ ਉਚਾਰੇ ਨੇ, ਆਪਣੇ ਮਨ ਨੂੰ ਸਮਝਾਇਆ ਹੈ। ਵਿਦਵਾਨ ਇੱਕ ਲਿਖਤ ਲਿਖਦੇ ਨੇ ਕਿ ਬਗਤੇ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਉੱਤਮ ਬਗਤਾ, ਇੱਕ ਹੁੰਦਾ ਮੱਧਮ, ਇੱਕ ਹੁੰਦਾ ਕਨਿਸ਼ਟ। 3 ਤਰ੍ਹਾਂ ਦੇ ਬਗਤੇ। ਬਗਤੇ ਦਾ ਅਰਥ ਹੁੰਦਾ ਬੋਲਣ ਵਾਲਾ, ਕਿਸੇ ਨੂੰ ਸਿੱਖਿਆ ਦੇਣ ਵਾਲਾ। 3 ਤਰ੍ਹਾਂ ਦੇ। ਇੱਕ ਤਾਂ ਕਨਿਸ਼ਟ ਹੁੰਦੇ ਨੇ, ਜਿਹੜੇ ਗੁਰੂ ਪਿਆਰ ਵਾਲਿਓ ਲੋਕਾਂ ਨੂੰ ਤਾਂ ਸੁਣਾਈ ਜਾਂਦੇ, ਆਪ ਇੱਕ ਵੀ ਗੱਲ ਨਹੀਂ ਮੰਨਦੇ, ਆਪਣੇ ਜੀਵਨ ਵਿੱਚ ਕੁਝ ਵੀ ਨਹੀਂ। ਲੋਕਾਂ ਨੂੰ ਬਹੁਤ ਵੱਡੇ ਵੱਡੇ ਬਚਨ ਸੁਣਾਉਣਗੇ ਤੇ ਆਪ ਇੱਕ ਵੀ ਬਚਨ ਨਹੀਂ ਉਹਨਾਂ ਵਿੱਚੋਂ ਮੰਨਣਾ। ਦੂਜੇ ਹੁੰਦੇ ਮੱਧਮ, ਭਾਵ ਉਹ ਲੋਕਾਂ ਨੂੰ ਸੁਣਾਉਂਦੇ ਆ ਤੇ ਉਹ ਜਿੰਨੀਆਂ ਕੁ ਆਪਣੇ ਮਤਲਬ ਦੀਆਂ ਹੁੰਦੀਆਂ ਓਨੀਆਂ ਕੁ ਮੰਨ ਲੈਂਦੇ ਆ, ਸਾਰੀਆਂ ਉਹ ਵੀ ਨਹੀਂ ਮੰਨਦੇ। ਓਨੀਆਂ ਕੁ ਮੰਨ ਲੈਣੀਆਂ ਵੀ ਜਿੰਨੀ ਕੁ ਸਾਨੂੰ ਫਿੱਟ ਬਹਿੰਦੀਆਂ ਨੇ, ਤੇ ਬਾਕੀ ਕੋਈ ਨਹੀਂ ਮੰਨਣੀ। ਤੇ ਉੱਤਮ ਬਗਤਾ ਉਹ ਹੁੰਦਾ ਹੈ ਕਿ ਜਿਹੜਾ ਪਹਿਲਾਂ ਆਪ ਆਪਣੇ ਜੀਵਨ ਵਿੱਚ ਢਾਲੇ ਤੇ ਫਿਰ ਦੂਜੇ ਨੂੰ ਉਪਦੇਸ਼ ਦੇਵੇ, ਉਹਨੂੰ ਕਹਿੰਦੇ ਉੱਤਮ ਬਗਤਾ। ਉਹ ਉੱਤਮ ਬਗਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਿਨ੍ਹਾਂ ਨੇ ਪਹਿਲਾਂ ਆਪਣੇ ਜੀਵਨ ਤੇ ਕਮਾਇਆ ਤੇ ਫਿਰ ਦੂਜਿਆਂ ਨੂੰ ਕਹਿਆ ਕਿ ਇਹ ਕਰਮ ਕਰਨਾ ਹੈ। ਜੀਵਨ ਬੀਤਦਾ ਗਿਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਸਤਿਕਾਰ ਕਰਦੇ ਨੇ, ਮਾਣ ਦਿੰਦੇ ਨੇ। ਇੱਕ ਦਿਨ ਸਤਿਗੁਰੂ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ, ਮਾਤਾ ਨਾਨਕੀ ਜੀ ਪ੍ਰਸ਼ਾਦਾ ਛਕਾ ਰਹੇ ਨੇ ਸਤਿਗੁਰਾਂ ਨੂੰ। ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਹੈ। ਹੱਥ ਧੁਆਏ ਨੇ, ਉਪਰੰਤ ਮਾਤਾ ਨਾਨਕੀ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਪਤੀ ਦੇਵ ਸਤਿਗੁਰੂ ਜੀ, ਪੁੱਤਰ ਤਾਂ ਤੁਹਾਨੂੰ ਸਾਰੇ ਹੀ ਪਿਆਰੇ ਨੇ, ਪਰ ਮੈਂ ਵੇਖਦੀ ਹਾਂ ਕਿ ਜਿਹੜਾ ਸਭ ਤੋਂ ਛੋਟਾ ਪੁੱਤਰ ਹੈ ਸ੍ਰੀ ਤੇਗ ਬਹਾਦਰ, ਉਸ ਨੂੰ ਤੁਸੀਂ ਬਹੁਤਾ ਪਿਆਰ ਕਰਦੇ ਨੇ, ਉਹਦੇ ਨਾਲ ਸੁਨੇਹ ਤੁਹਾਡਾ ਜ਼ਿਆਦਾ ਹੈ। ਕੀ ਕਾਰਨ ਹੈ? ਪਾਤਸ਼ਾਹ ਕਹਿਣ ਲੱਗੇ, ਰਹਿਣ ਦੇ ਨਾਨਕੀ ਤਾਂ ਗੁੱਜੀ ਵਾਰਤਾ ਹੈ। ਮਾਤਾ ਨਾਨਕੀ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਦੱਸੋ ਜ਼ਰੂਰ। ਪਾਤਸ਼ਾਹ ਕਹਿਣ ਲੱਗੇ, ਇਹਦੇ ਨਾਲ ਅਸੀਂ ਪਿਆਰ ਜ਼ਿਆਦਾ ਤਾਂ ਕਰਦੇ ਹਾਂ, ਇਹਦਾ ਸਿਰ ਅਸੀਂ ਛਾਤੀ ਨਾਲ ਤਾਂ ਲਾਉਣੇ ਆ ਕਿਉਂਕਿ ਇਹ ਸਿਰ ਦੇ ਕਰਕੇ ਇਸਨੇ ਧਰਮ ਬਚਾਉਣਾ ਹੈ। ਇਹ ਬਚਨ ਕਰ ਦਿੱਤਾ ਵੀ ਇਹ ਸਿਰ ਵਾਰ ਕਰਕੇ ਇਸਨੇ ਧਰਮ ਬਚਾਉਣਾ ਹੈ। ਜੋ ਕਰਮ ਇਹਨੇ ਕਰਨਾ ਹੈ ਉਹੋ ਜਿਹਾ ਕਰਮ ਦੁਨੀਆ ਵਿੱਚ ਦੁਬਾਰਾ ਨਹੀਂ ਕੋਈ ਕਰ ਸਕੇਗਾ, ਅਤੇ ਇਸ ਨੇ ਬੜਾ ਮਹਾਨ ਬਣਨਾ ਹੈ, ਮਹਾਨ ਕੁਰਬਾਨੀ ਦੇਣੀ ਹੈ, ਗੁਰੂ ਪਦਵੀ ਤੇ ਬੈਠਣਾ ਹੈ। ਤੇ ਇਸ ਨੇ ਤੇਗ ਦੀ ਬਹਾਦਰੀ ਵੀ ਵਿਖਾਉਣੀ ਹੈ, ਜਿਹਦਾ ਜ਼ਿਕਰ ਮੈਂ ਅੱਗੇ ਕਰਾਂਗਾ। ਅਤੇ ਇਹਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਵੇਗਾ ਉਹਦੇ ਵਰਗਾ ਵੀ ਬਲੀ ਯੋਧਾ ਸੂਰਮਾ ਕੋਈ ਦੁਬਾਰਾ ਨਹੀਂ ਪੈਦਾ ਹੋ ਸਕੇਗਾ। ਇਹ ਬਚਨ ਸਤਿਗੁਰਾਂ ਨੇ ਉਸ ਵੇਲੇ ਕਹੇ। ਸੋ ਗੁਰੂ ਪਿਆਰ ਵਾਲਿਓ,
ਇਉਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਮਾਂ ਬੀਤਦਾ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਅੱਗੇ ਆਪਣੇ ਪੋਤਰੇ ਦੇ ਸਿਰ ਤੇ ਟਿਕਾ ਦਿੱਤੀ, ਭਾਵ ਕਿ ਆਪਣੇ ਪੋਤਰੇ ਦੇ ਵਿੱਚ ਜੋਤ ਟਿਕਾਈ ਤੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਲਕ ਬਣਾਇਆ। ਆਪ ਸਰੀਰ ਤਿਆਗਣ ਦੀ ਤਿਆਰੀ ਕਰ ਲਈ। ਸੋ ਉਸ ਵੇਲੇ ਮਾਤਾ ਮਰਵਾਹੀ ਜੀ ਵੀ ਰੁੱਸ ਗਏ ਕਿ ਮੇਰੇ ਪੁੱਤਰ ਨੂੰ ਗੁਰਿਆਈ ਨਹੀਂ ਮਿਲੀ। ਉਹਨਾਂ ਨੇ ਸਾਜੋ ਸਮਾਨ ਚੁੱਕਿਆ ਤੇ ਤੁਰ ਪਏ ਪੁੱਤਰ ਨੂੰ ਨਾਲ ਲੈ ਕੇ। ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੂੰ ਭੇਜਿਆ ਕਿ ਜਾਓ ਮੋੜ ਕੇ ਲਿਆਓ। ਮੋੜ ਕੇ ਸਤਿਗੁਰਾਂ ਦੇ ਕੋਲ ਲਿਆਂਦਾ। ਬਾਬਾ ਸੂਰਜਮਲ ਆ ਗਏ। ਆਖਿਆ ਪੁੱਤਰ ਗੁਰੂ ਬਣਨਾ ਚਾਹੁੰਦਾ? ਹੱਥ ਜੋੜੇ ਆਖਿਆ ਨਹੀਂ ਮਹਾਰਾਜ, ਮੈਨੂੰ ਤਾਂ ਸਿੱਖੀ ਬਖਸ਼ਿਓ, ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ। ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਕਿ ਤੇਰੀ ਵੰਸ਼ ਵਧੇ ਫੁੱਲੇਗੀ, ਤੇਰੇ ਤੇ ਗੁਰੂ ਨਾਨਕ ਦੀ ਕਿਰਪਾ ਰਹੇਗੀ। ਹੁਣ ਜਦੋਂ ਸਰੀਰ ਤਿਆਗਣਾ ਸੀ ਤੇ ਮਾਤਾ ਨਾਨਕੀ ਜੀ ਨੇ ਵੀ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਨਾਲ ਲੈ ਚੱਲੋ, ਮੈਂ ਨਹੀਂ ਹੁਣ ਤੁਹਾਡੇ ਤੋਂ ਬਾਅਦ ਰਹਿਣਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਨਾਨਕੀ ਨਹੀਂ, ਅਜੇ ਤੇਰੀ ਪ੍ਰਾਰਬਧ ਹੈ, ਅਜੇ ਤੂੰ ਕੁਝ ਸਮਾਂ ਸੰਸਾਰ ਤੇ ਰਹਿਣਾ ਹੈ, ਆਪਣੇ ਪੁੱਤਰ ਨੂੰ ਤੂੰ ਗੁਰੂ ਬਣਿਆ ਵੇਖਣਾ ਹੈ, ਕੁਰਬਾਨੀ ਵੇਖਣੀ ਹੈ, ਮਹਾਨ ਕਾਰਜ ਕਰਦੇ ਦੇਖਣਾ ਹੈ, ਫਿਰ ਤੂੰ ਆਪਣੇ ਪੋਤਰੇ ਨੂੰ ਖੜਾ ਕਰਕੇ ਆਉਣਾ ਹੈ। ਆਖਿਆ ਪਾਤਸ਼ਾਹ ਗੁਰੂ ਬਣਿਆ? ਗੁਰੂ ਤਾਂ ਤੁਸੀਂ ਆਪਣੇ ਪੋਤਰੇ ਨੂੰ ਬਣਾ ਦਿੱਤਾ ਹੈ, ਹੁਣ ਮੇਰਾ ਪੁੱਤਰ ਗੁਰੂ ਕਿਵੇਂ ਬਣੇਗਾ? ਪਾਤਸ਼ਾਹ ਦੇ ਕੋਲ ਇੱਕ ਰੁਮਾਲ ਸੀ। ਇਹ ਵੀ ਬਚਨ ਵਿਦਵਾਨ ਕਹਿੰਦੇ ਪ੍ਰਸ਼ਾਦਾ ਛਕਣ ਤੋਂ ਬਾਅਦ ਹੀ ਹੋਇਆ ਹੈ। ਹੱਥ ਪੂੰਝੇ ਤੇ ਮਹਾਰਾਜ ਨੇ ਆਖਿਆ, ਨਾਨਕੀ ਜੇ ਨਹੀਂ ਯਕੀਨ ਤੇ ਕਰ ਝੋਲੀ, ਝੋਲੀ ਦੇ ਵਿੱਚ ਉਹ ਰੁਮਾਲ ਪਾ ਦਿੱਤਾ, ਬਖਸ਼ਿਸ਼ ਕਰ ਦਿੱਤੀ। ਅਸਲ ਵਿੱਚ ਸਮਝੀਏ ਤੇ ਉਹ ਰੁਮਾਲ ਕੀ ਸੀ? ਉਹ ਰੁਮਾਲ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਗਿਆ ਹੈ। ਉਹ ਰੁਮਾਲ ਹੀ ਇੱਕ ਚਾਦਰ ਦਾ ਰੂਪ ਧਾਰਨ ਕਰ ਗਿਆ ਹੈ। ਤੇ ਜਿਵੇਂ ਬਚਨ ਕਹਿ ਦਿੰਦੇ ਨੇ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਉਹ ਕੇਵਲ ਹਿੰਦ ਦੀ ਚਾਦਰ ਨਹੀਂ ਸਨ। ਸੋ ਗੁਰੂ ਪਿਆਰ ਵਾਲਿਓ, ਜਿਹੜੇ ਕਵੀ ਹੋਏ ਨੇ, ਉਹਨਾਂ ਕਵੀਆਂ ਦੇ ਵਿੱਚੋਂ ਇੱਕ ਕਵੀ ਨੇ ਬੜਾ ਸੁੰਦਰ ਬਚਨ ਲਿਖਿਆ ਹੈ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੇ ਢਾਬੀ ਚਾਦਰ। ਸਾਰੀ ਸ੍ਰਿਸ਼ਟੀ ਦੀ ਚਾਦਰ ਨੇ, ਕੇਵਲ ਹਿੰਦ ਦੀ ਚਾਦਰ ਨਹੀਂ। ਚਾਦਰ ਸਾਡੇ ਸਰੀਰ ਦੇ ਪਰਦੇ ਢੱਕਦੀ ਹੈ, ਭਾਵ ਕਿ ਸਾਰੀ ਦੁਨੀਆ ਦੇ ਪਰਦੇ ਢੱਕਣ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ। ਠੀਕ ਹੈ, ਉਦੋਂ ਹਿੰਦੂ ਤਬਕਾ ਦੁਖੀ ਸੀ ਤੇ ਹਿੰਦੂਆਂ ਦੇ ਪਰਦੇ ਢੱਕੇ ਮੇਰੇ ਪਾਤਸ਼ਾਹ ਨੇ, ਧਰਮ ਬਚਾਇਆ। ਨਾਲ ਬਚਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿ ਨਾਨਕੀ ਹੁਣ ਤੂੰ ਆਪਣੇ ਪੁੱਤਰ ਨੂੰ ਨਾਲ ਲੈ ਕਰਕੇ ਬਕਾਲੇ ਚਲੀ ਜਾਵੇਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਰੀਰ ਤਿਆਗ ਦਿੱਤਾ ਹੈ। ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਾਲ ਲੈ ਕਰਕੇ ਬਕਾਲੇ ਦੀ ਧਰਤੀ ਤੇ ਆ ਗਏ। ਬਕਾਲੇ ਦੀ ਧਰਤੀ ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਨਕੇ ਸਨ ਤੇ ਜਿੱਥੇ ਉਹ ਅਸਥਾਨ ਬਣਿਆ ਹੋਇਆ ਉਹ ਨਾਨਕਾ ਘਰ ਹੈ। ਬਕਾਲੇ ਦੀ ਧਰਤੀ, ਜਿਸ ਨੂੰ ਅੱਜ ਆਪਾਂ ਬਾਬਾ ਬਕਾਲਾ ਸਾਹਿਬ ਕਹਿੰਦੇ ਹਾਂ, ਕਿਉਂਕਿ ਪਹਿਲਾਂ ਕੇਵਲ ਬਕਾਲਾ ਸ਼ਬਦ ਵਰਤਿਆ ਜਾਂਦਾ ਸੀ।
ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮਹਾਨ ਤਪ ਕੀਤਾ ਹੈ, ਬੰਦਗੀ ਕੀਤੀ ਹੈ। ਵਿਦਵਾਨਾਂ ਦੀ ਲਿਖਤ ਮੁਤਾਬਕ 26 ਸਾਲ 9 ਮਹੀਨੇ ਤੇ 13 ਦਿਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮਹਾਨ ਬੰਦਗੀ ਕੀਤੀ। ਉੱਥੇ ਗੁਰਦੁਆਰਾ ਭੋਰਾ ਸਾਹਿਬ ਵੀ ਬਣਿਆ ਹੋਇਆ ਹੈ। ਭਾਵੇਂ ਅੱਜ ਕਈ ਲੋਕ ਉਸ ਗੱਲ ਤੇ ਕਿੰਤੂ ਕਰਦੇ ਨੇ, ਰਹੋ ਵਿਚਾਰ। ਕਹਿੰਦੇ ਜੀ ਸਤਿਗੁਰੂ ਸਾਹਿਬ ਜੀ ਪ੍ਰਚਾਰ ਕਰਦੇ ਰਹੇ। ਗੁਰਮੁਖੋ ਜੇ ਪ੍ਰਚਾਰ ਕਰਦੇ ਰਹੇ ਨੇ ਸਤਿਗੁਰੂ ਜੀ, ਤੇ ਫਿਰ ਉਹਨਾਂ ਥਾਵਾਂ ਤੇ ਗੁਰਦੁਆਰੇ ਵੀ ਹੋਣੇ ਚਾਹੀਦੇ ਨੇ। ਵੀ ਜਿੱਥੇ ਜਿੱਥੇ ਗਏ ਆ ਨੇੜੇ ਨੇੜੇ ਹੋਣੇ ਚਾਹੀਦੇ ਸੀ ਨਾ ਗੁਰਦੁਆਰੇ, ਕਿਉਂਕਿ ਜਿੱਥੇ ਜਿੱਥੇ ਮਹਾਰਾਜ ਗਏ ਨੇ ਉੱਥੇ ਉੱਥੇ ਗੁਰੂ ਘਰ ਬਣੇ ਹੋਏ ਨੇ। ਤੇ ਪਹਿਲੀ ਗੱਲ, ਗੁਰੂ ਬਣਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ ਕਿ ਮਹਾਰਾਜ ਪਹਿਲਾਂ ਪ੍ਰਚਾਰ ਕਰਦੇ ਰਹੇ ਹੋਣ। ਗੁਰੂ ਬਣਨ ਤੋਂ ਪਹਿਲਾਂ ਜਦੋਂ ਗੁਰਿਆਈ ਮਿਲੀ ਉਦੋਂ ਬਾਅਦ ਪ੍ਰਚਾਰ ਆਰੰਭ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਿਉਂਕਿ ਪਹਿਲਾਂ ਤਾਂ ਗੁਰੂ ਹਰਿਰਾਏ ਪਾਤਸ਼ਾਹ ਜੀ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪ ਪ੍ਰਚਾਰ ਕਰਦੇ ਰਹੇ। ਧਿਆਨ ਦੇਣਾ। ਚਲੋ ਰਹੋ ਵਿਚਾਰ, ਆਪਾਂ ਇਸ ਵਿਸ਼ੇ ਵੱਲ ਨਾ ਜਾਈਏ। ਉਸ ਧਰਤੀ ਤੇ ਮਹਾਨ ਬੰਦਗੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ। ਸਮਾਂ ਬੀਤਦਾ ਗਿਆ। ਸ੍ਰੀ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ 2 ਪੁੱਤਰ ਸਨ। ਵੱਡਾ ਸੀ ਰਾਮ ਰਾਏ ਤੇ ਛੋਟੇ ਸਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ। ਸਤਿਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਕ੍ਰਿਸ਼ਨ ਜੀ ਨੂੰ ਬਖਸ਼ਿਸ਼ ਕੀਤੀ ਹੈ। ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰੂ ਪਦਵੀ ਤੇ ਬੈਠੇ ਨੇ, ਉਸ ਵੇਲੇ ਉਹਨਾਂ ਦੀ ਸਰੀਰ ਦੀ ਉਮਰ ਸੀ 5 ਸਾਲ 2 ਮਹੀਨੇ ਤੇ 16 ਦਿਨਾਂ ਦੀ। ਅੰਦਾਜ਼ਨ 5.25 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣੇ। ਜਿੱਥੇ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਪ੍ਰਚਾਰ ਕੀਤਾ ਹੈ, ਸੰਗਤਾਂ ਦਾ ਭਲਾ ਕੀਤਾ ਹੈ, ਅਨੇਕਾਂ ਕੌਤਕ ਵਰਤਾਏ ਨੇ, ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਗੁਰਿਆਈ ਦੇ ਕਰਕੇ ਜੋਤੀ ਜੋਤ ਸਮਾਏ ਨੇ, ਉਸੇ ਤਰ੍ਹਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਅਨੇਕਾਂ ਕੌਤਕ ਰਚੇ। ਦਿੱਲੀ ਗਏ, ਰਸਤੇ ਵਿੱਚ ਪੰਜੋਖਰਾ ਸਾਹਿਬ ਗੂੰਗੇ ਤੋਂ ਅਰਥ ਕਰਵਾਏ, ਸਭ ਤੋਂ ਮਹਾਨ ਕੌਤਕ। ਦਿੱਲੀ ਦੀ ਧਰਤੀ ਤੇ ਅਨੇਕਾਂ ਕੌਤਕ ਕੀਤੇ। ਰਾਜਾ ਜੈ ਸਿੰਘ ਦੀ ਰਾਣੀ ਪਟਰਾਣੀ ਨੂੰ ਪਹਿਚਾਨਣਾ, ਫਿਰ ਉੱਥੇ ਅਨੇਕਾਂ ਹੀ ਰੋਗੀਆਂ ਦਾ ਇਲਾਜ ਕਰਨਾ। ਜਦੋਂ ਬਿਮਾਰੀ ਫੈਲ ਗਈ ਸੀ, ਕੋਈ ਇਲਾਜ ਨਹੀਂ ਸੀ, ਲੋਕ ਮਰਦੇ ਜਾ ਰਹੇ ਸੀ ਦਿਨੋਂ ਦਿਨ। ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਉਸ ਵੇਲੇ ਸਤਿਗੁਰਾਂ ਦੇ ਚਰਨ ਧੋ ਕਰਕੇ ਜਲ ਛਕਾਇਆ ਤੇ ਕਈਆਂ ਦੇ ਰੋਗ ਕੱਟੇ ਗਏ। ਫਿਰ ਉੱਥੇ ਇੱਕ ਚਬੱਚਾ ਬਣਾਇਆ, ਲੋਕ ਜ਼ਿਆਦਾ ਸਨ। ਮਹਾਰਾਜ ਨੇ ਆਖਿਆ ਵੀ ਚਰਨ ਧੋ ਕੇ ਉਸ ਚਬੱਚੇ ਵਿੱਚ ਜਲ ਪਾ ਦਿਓ, ਸਾਰੇ ਉੱਥੋਂ ਛਕੀ ਜਾਣ। ਫਿਰ ਸਾਰਿਆਂ ਨੇ ਉੱਥੋਂ ਛਕਿਆ ਤੇ ਸਾਰਾ ਸ਼ਹਿਰ ਹੀ ਮਹਾਰਾਜ ਨੇ ਬਚਾਇਆ, ਬਖਸ਼ਿਸ਼ਾਂ ਕੀਤੀਆਂ। ਸਮਾਂ ਬੀਤਦਾ ਗਿਆ। ਫਿਰ ਸਤਿਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਹੁਣ ਸਰੀਰ ਤਿਆਗਣਾ ਹੈ। ਠੀਕ ਹੈ, ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਕਿ ਉਹਨਾਂ ਨੇ ਚੇਚਕ ਬਿਮਾਰੀ ਨੂੰ ਧਾਰਨ ਕੀਤਾ ਤੇ ਸਰੀਰ ਤਿਆਗਿਆ। ਇਹ ਸਤਿਗੁਰਾਂ ਦੀ ਮੌਜ ਹੈ। ਅਸਲ ਵਿੱਚ ਉਹਨਾਂ ਨੇ ਥੋੜ੍ਹਾ ਸਮਾਂ ਹੀ ਸਰੀਰ ਰੱਖਣਾ ਸੀ। ਇਹ ਦੱਸਣਾ ਸੀ ਕਿ ਗੁਰੂ ਸਰੀਰ ਨਹੀਂ ਗਾ, ਗੁਰੂ ਜੋਤ ਹੈ। ਉਹ ਛੋਟੇ ਸਰੀਰ ਵਿੱਚ ਵੀ ਓਨਾ ਕਰਮ ਕਰਦਾ ਹੈ ਤੇ ਵੱਡੇ ਸਰੀਰ ਵਿੱਚ ਵੀ ਓਨਾ ਕਰਮ ਕਰਦਾ। ਉਹਨਾਂ ਰੱਖਣਾ ਹੀ ਛੋਟਾ ਸੀ। ਜੇ ਚਾਹੁੰਦੇ ਤੇ ਵੱਡਾ ਵੀ ਲੈ ਜਾ ਸਕਦੇ ਸਨ ਉਮਰ। ਉਹਨਾਂ ਦੱਸਣਾ ਸੀ ਕਿ ਗੁਰੂ ਜੋਤ ਜੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ 84 ਸਾਲ ਦੀ ਉਮਰ 'ਚ ਜਾ ਕਰਕੇ ਆਉਂਦੀ ਹੈ ਤੇ ਤਾਂ ਵੀ ਓਨਾ ਕਰਮ ਕਰਦੀ ਹੈ
ਤੇ ਜੇ 5.25 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਰੂਪ ਵਿੱਚ ਆਉਂਦੀ ਹੈ ਤੇ ਫਿਰ ਵੀ ਉਹੀ ਸ਼ਕਤੀ ਹੈ, ਉਹੀ ਪਾਵਰ ਹੈ, ਬਦਲਦੀ ਨਹੀਂ ਗੀ। ਕਰਮ ਜੋਤ ਦਾ ਹੈ, ਸਰੀਰ ਦਾ ਨਹੀਂ। ਸਰੀਰ ਤਾਂ ਇੱਕ ਸਾਧਨ ਹੈ। ਸੋ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ, ਸੋ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦਾ ਨਾਂ ਨਹੀਂ ਲਿਆ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਪਰ ਗੁਰਿਆਈ ਉੱਥੇ ਭੇਜੀ ਹੈ। ਭਾਈ ਗੁਰਦਿੱਤਾ ਜੀ ਸਨ, ਜਿਹੜੇ ਬਾਬਾ ਬੁੱਢਾ ਜੀ ਦੀ 6ਵੀਂ ਪੀੜ੍ਹੀ ਸਨ। ਉਹਨਾਂ ਦੇ ਹੱਥੀਂ 5 ਪੈਸੇ ਨਲੇਰ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਬਾਬੇ ਬਕਾਲੇ ਭੇਜੇ ਸਨ। ਤੇ ਉੱਥੇ ਸੰਗਤ ਵਿੱਚ ਇਹ ਬਚਨ ਕੀਤਾ ਹੈ ਕਿ ਬਾਬਾ ਬਸਹੇ ਬੀਚ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਜਦੋਂ ਸੰਗਤ ਨੇ ਪੁੱਛਿਆ ਸੀ ਨਾ, ਭਾਈ ਗੁਰਬਖਸ਼ ਦਿੱਲੀ ਦਾ ਮਸੰਦ ਸੀ, ਸਿੱਖ ਮੁਖੀ ਸਿੱਖ, ਉਹਨਾਂ ਨੇ ਪੁੱਛਿਆ ਸੀ ਤਾਂ ਮਹਾਰਾਜ ਨੇ ਇਹ ਉੱਤਰ ਦਿੱਤਾ ਸੀ ਕਿ ਜਿਨਨੇ ਸਾਡੇ ਤੋਂ ਬਾਅਦ ਗੁਰੂ ਪਦਵੀ ਤੇ ਬੈਠਣਾ ਹੈ ਉਹ ਬਕਾਲੇ ਦੀ ਧਰਤੀ ਤੇ ਵਸਦਾ ਹੈ। ਹੁਣ ਇਤਿਹਾਸਕਾਰ ਲਿਖਦੇ ਨੇ ਕਿ ਜਿਹੜੇ 22 ਮੰਜੀਆਂ ਵਾਲੇ ਆਏ ਨੇ, ਜਿਨ੍ਹਾਂ ਵਿੱਚੋਂ ਮੁਖੀ ਸੀ ਧੀਰਮਲ, ਉਹ ਪਹਿਲਾਂ ਬਾਬੇ ਬਕਾਲੇ ਦੀ ਧਰਤੀ ਤੇ ਨਹੀਂ ਸਨ ਵਸਦੇ। ਉਦੋਂ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਸਨ, ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਬਚਨ ਕੀਤਾ। ਤੇ ਬਾਬਾ ਸ਼ਬਦ ਕਿਉਂ ਵਰਤਿਆ? ਕਿਉਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਾਦਾ ਜੀ ਨੇ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਨੇ ਗੁਰੂ ਤੇਗ ਬਹਾਦਰ ਸਾਹਿਬ, ਤੇ ਦਾਦੇ ਦੇ ਭਰਾ ਨੂੰ ਵੀ ਦਾਦਾ ਹੀ ਕਿਹਾ ਜਾਂਦਾ, ਤੇ ਪਹਿਲੇ ਸਮੇਂ ਵਿੱਚ ਦਾਦੇ ਨੂੰ ਬਾਬਾ ਕਿਹਾ ਜਾਂਦਾ। ਬਾਬਾ ਸ਼ਬਦ ਜਿਹੜਾ ਨਾ ਉਹ ਵੱਡਿਆਂ ਵਾਸਤੇ ਵਡਿਆਈ ਵਾਲਾ ਸ਼ਬਦ, ਸਤਿਕਾਰ ਵਾਲਾ ਸ਼ਬਦ ਹੈ। ਅੱਜ ਆਪਾਂ ਗੁਰੂ ਕੇ ਲਾਲਾਂ ਨੂੰ ਕਹਿੰਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਉਮਰ ਤਾਂ ਉਹਨਾਂ ਦੀ ਵੱਡੀ ਨਹੀਂ ਗੀ, ਇੱਕ ਦੀ 7 ਸਾਲ ਦੀ, ਇੱਕ ਦੀ 9 ਸਾਲ ਦੀ, ਪਰ ਬਾਬਾ ਸ਼ਬਦ ਕਹਿੰਦੇ ਆ, ਇਹ ਵਡਿਆਈ ਵਾਲਾ ਸ਼ਬਦ, ਉਹਨਾਂ ਨੂੰ ਵਡਿਆਈ ਦਿੱਤੀ ਹੈ। ਬਾਬਿਆਂ ਵਾਲੇ ਕਰਮ ਕੀਤੇ, ਵੱਡਿਆਂ ਵਾਲੇ, ਉਮਰਾਂ ਛੋਟੀਆਂ ਸਨ, ਕਰਮ ਬਹੁਤ ਵੱਡੇ ਕੀਤੇ, ਇਸ ਕਰਕੇ ਬਾਬਾ ਸ਼ਬਦ ਜੁੜ ਗਿਆ ਹੈ। ਕਿਉਂਕਿ ਗੁਰਮਤਿ ਵਿੱਚ ਉਮਰ ਕਰਕੇ ਵਡਿਆਈ ਨਹੀਂ ਹੁੰਦੀ, ਗੁਰਮਤਿ ਵਿੱਚ ਜੀਵਨ ਕਰਕੇ ਵਡਿਆਈ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦਾ ਇੱਕ ਬਚਨ ਤੁਹਾਨੂੰ ਸਰਵਣ ਕਰਵਾਵਾਂ। ਭਾਈ ਸਾਹਿਬ ਜੀ ਲਿਖਦੇ ਨੇ, ਗਰ ਬਜ਼ੁਰਗੀ ਬਾਇਦਤ ਬੰਦਗੀ ਕੁਨ ਬੰਦਗੀ, ਵਰਨ ਹੈ ਆਖਰ ਮੈਂ ਕਸ਼ੀ ਸ਼ਰਮਿੰਦਗੀ। ਭਾਈ ਸਾਹਿਬ ਕਹਿੰਦੇ ਜੇ ਬਜ਼ੁਰਗੀ ਚਾਹੁਣਾ ਹੈ, ਵੱਡਾ ਬਣਨਾ ਚਾਹੁਣਾ ਹੈ, ਤੇ ਰੱਬ ਦੀ ਬੰਦਗੀ ਕਰ, ਪਰਮੇਸ਼ਰ ਦੀ ਬੰਦਗੀ ਕਰ, ਵਰਨਾ ਆਖਰ ਨੂੰ ਸ਼ਰਮਿੰਦਾ ਹੋਣਾ ਪਵੇਗਾ, ਪੱਲੇ ਕੁਝ ਨਹੀਂ ਪਵੇਗਾ। ਬੰਦਗੀ ਕਰੇਗਾ ਤੇ ਵੱਡਾ ਬਣ ਜਾਵੇਗਾ। ਸੋ ਗੁਰੂ ਪਿਆਰ ਵਾਲਿਓ, ਇਸ ਕਰਕੇ ਬਾਬਾ ਸ਼ਬਦ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਵਰਤਿਆ, ਤੇ ਜਦੋਂ ਇਹ ਸ਼ਬਦ ਵਰਤਿਆ ਹੈ ਤੇ ਇਹ ਸ਼ਬਦ ਫੈਲ ਗਿਆ ਸਾਰੀ ਦੁਨੀਆ ਦੇ ਵਿੱਚ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਆਹ ਬਚਨ ਕਿਹਾ ਹੈ, ਤੇ ਫਿਰ ਸਤਿਗੁਰੂ ਜੀ ਨੇ ਸਰੀਰ ਤਿਆਗ ਦਿੱਤਾ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੈ, ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ। ਇਹ ਹੁਣ ਸ਼ਬਦ ਫੈਲ ਗਿਆ ਤੇ ਇੱਧਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭੋਰੇ ਦੇ ਵਿੱਚ ਨੇ, ਗੁਪਤ ਰਹਿੰਦੇ ਨੇ, ਅਤੇ ਸਿੱਖ ਪਹੁੰਚਿਆ ਹੈ ਭਾਈ ਗੁਰਦਿੱਤਾ ਉੱਥੇ ਗੁਰਿਆਈ ਲੈ ਕਰਕੇ, ਤੇ ਸਤਿਗੁਰਾਂ ਨੇ ਸਿਰ ਮੱਥੇ ਪ੍ਰਵਾਨ ਕੀਤੇ ਆ, ਤੇ ਬਚਨ ਕੀਤਾ, ਸਿੱਖਾ ਸਾਨੂੰ ਪ੍ਰਗਟ ਨਹੀਂ ਕਰਨਾ, ਅਜੇ ਸਮਾਂ ਨਹੀਂਗਾ, ਸਮਾਂ ਆਉਣ ਤੇ ਅਸੀਂ ਪ੍ਰਗਟ ਹੋਵਾਂਗੇ। ਹੁਣ ਜਿਹੜੇ ਇਹ ਸੋਢੀ ਸੀ ਧੀਰਮਲ, ਇਹਨਾਂ ਨੂੰ ਮੌਕਾ ਮਿਲ ਗਿਆ ਕਿ ਬਾਬਾ ਸ਼ਬਦ ਵਰਤਿਆ, ਤੇ ਹੁਣ ਧੀਰਮਲ ਜਿਹੜਾ ਸੀ ਇਹ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਤਾਇਆ ਲੱਗਦਾ ਹੈ। ਇਹਨੇ ਲੋਕਾਂ ਵਿੱਚ ਇਹ ਫੈਲਾ ਦਿੱਤਾ ਕਿ ਮੈਂ ਤਾਇਆ, ਮੈਨੂੰ ਕਿਹਾ ਬਾਬਾ। ਇਉਂ ਇਹਨਾਂ ਨੇ ਆ ਕਰਕੇ ਆਪਣੀਆਂ ਮੰਜੀਆਂ ਲਾ ਲਈਆਂ, ਮੰਜੀਆਂ ਤੋਂ ਭਾਵ ਆਪਣੇ ਸਿੰਘਾਸਣ ਲਾ ਲਏ, ਸਿੰਘਾਸਣ ਨੂੰ ਮੰਜੀ ਕਿਹਾ, ਸਿੰਘਾਸਣ ਲਾ ਲਏ, ਗਦੇਲੇ ਲਾ ਕੇ ਬੈਠ ਗਏ, ਲੋਕਾਂ ਤੋਂ ਮੱਥੇ ਟਿਕਾਉਣ ਲੱਗ ਪਏ। ਸੋ ਮਾਇਆ ਦੇ ਲਾਲਚ ਕਰਕੇ 22 ਆ ਗਏ, 22 ਮੰਜੀਆਂ ਲਾ ਕੇ ਬੈਠੇ।
ਤੇ ਇਹਨਾਂ ਨੇ ਆਪਣੇ ਅੱਗੇ ਏਜੰਟ ਛੱਡੇ ਹੋਏ ਆ, ਮਸੰਦ ਛੱਡੇ ਹੋਏ, ਉਹ ਲੋਕਾਂ ਨੂੰ ਪ੍ਰੇਰ ਕਰਕੇ ਇਹਨਾਂ ਕੋਲ ਲਿਆਉਂਦੇ ਨੇ। ਬਾਹਰ ਖਲੋਤੇ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਹੀ ਘੇਰਾ ਪਾ ਲੈਂਦੇ, ਨਹੀਂ ਜੀ ਆਹੀ ਹੈ ਬਾਬਾ ਜੀ ਲੱਗਦੇ ਨੇ, ਇਹਨਾਂ ਬਾਰੇ ਹੀ ਕਿਹਾ ਵਾ। ਹੁਣ ਸੰਗਤ ਤਾਂ ਬਾਬੇ ਬਕਾਲੇ ਆਉਂਦੀ ਹੈ ਕਿਉਂਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਬਚਨ ਵਰਤਿਆ, ਇਸ ਕਰਕੇ ਸੰਗਤ ਨੂੰ ਯਕੀਨ ਹੈ ਕਿ ਮਹਾਰਾਜ ਨੇ ਬਚਨ ਕੀਤਾ, ਗੁਰੂ ਸਾਹਿਬ ਉੱਥੇ ਨੇ। ਹੁਣ ਸਾਰੀ ਸੰਗਤ ਉੱਥੇ ਆਉਂਦੀ, ਪਰ ਇੱਥੇ ਪਖੰਡੀ ਜਿਹੜੇ ਨੇ ਉਹ ਵਾਈ ਮੰਜੀਆਂ ਲਾ ਕਰਕੇ ਮੱਥੇ ਟਿਕਾ ਰਹੇ ਨੇ। ਇੱਧਰ ਗੁਰੂ ਕਾ ਸਿੱਖ ਮੱਖਣ ਸ਼ਾਹ, ਧਿਆਨ ਦੇਣਾ, ਮੈਂ ਬਹੁਤਾ ਸਮਾਂ ਨਹੀਂ ਲੈਣਾ, ਪਰ ਸੁਣਾਉਣਾ ਜ਼ਰੂਰੀ ਹੈ। ਸੁਣਾਉਣਾ ਕਿਉਂ ਆ ਕਿ ਅੱਜ ਕੱਲ੍ਹ ਜਿਹੜਾ ਸ਼ੰਕਾ ਪਾਇਆ ਜਾ ਰਿਹਾ ਉਹ ਕੱਢ ਦੇਵਾਂ। ਕਿਹਾ ਜਾ ਰਿਹਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੋਈ ਬੰਦਗੀ ਨਹੀਂ ਕੀਤੀ, ਭੋਰੇ ਵਿੱਚ ਰਹੇ ਨਹੀਂ ਉੱਥੇ, ਉਹ ਤਾਂ ਪ੍ਰਚਾਰ ਕਰਦੇ ਰਹੇ। ਇਹਨੂੰ ਆਪਾਂ ਥੋੜ੍ਹਾ ਜਿਹਾ ਸਮਝਣਾ, ਬਹੁਤਾ ਸਮਾਂ ਨਹੀਂ ਮੈਂ ਲੈਣਾ, 2-4 ਮਿੰਟ ਹੀ। ਸੋ ਗੁਰੂ ਪਿਆਰ ਵਾਲਿਓ, ਮੱਖਣ ਸ਼ਾਹ ਇੱਕ ਸੁਦਾਗਰ ਸੀ, ਵਪਾਰੀ ਸੀ ਬਹੁਤ ਵੱਡਾ, ਜਿਹਦਾ 10,000 ਵਾਹਿਗੁਰੂ ਜਹਾਜ਼ਾਂ ਦੇ ਵਿੱਚ ਕਾਰੋਬਾਰ ਚੱਲਦਾ ਸੀ ਅਤੇ 500 ਤੋਂ ਉੱਪਰ ਇਹਦੇ ਕੋਲ ਨੌਕਰ ਸਨ, ਸਿਪਾਹੀ ਸਨ, ਤੇ ਉਹਨਾਂ ਨੂੰ ਤਨਖਾਹ ਦਿੰਦਾ ਸੀ। ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿੰਨਾ ਕੁ ਅਮੀਰ ਹੋਵੇਗਾ। ਸੋ ਜਹਾਜ਼ ਤੇ ਸਮਾਨ ਲੱਦ ਕਰਕੇ ਵਪਾਰ ਕਰਨ ਚੱਲਿਆ ਹੈ। ਜਹਾਜ਼ ਜਿਹੜਾ ਸਮੁੰਦਰ ਵਿੱਚ ਫਸ ਗਿਆ ਹੈ। ਇਹਦੇ ਨਾਲ ਹੋਰ ਵੀ ਸਰ ਕਈ ਧਰਮਾਂ ਦੇ, ਉਹਨਾਂ ਨੇ ਆਪੋ ਆਪਣੇ ਧਰਮਾਂ ਮੁਤਾਬਕ ਬੇਨਤੀਆਂ ਕੀਤੀਆਂ, ਪਰ ਨਾ ਗੱਲ ਬਣੀ। ਆਪਣਾ ਜ਼ੋਰ ਵੀ ਲਾ ਕੇ ਵੇਖਿਆ, ਨਾ ਗੱਲ ਬਣੀ। ਮੱਖਣ ਸ਼ਾਹ ਨੇ ਅਰਦਾਸ ਕੀਤੀ, ਸਤਿਗੁਰਾਂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਨਹੀਂ, ਕਿਰਪਾ ਕਰੋ ਮੇਰਾ ਡੁੱਬਦਾ ਜਹਾਜ਼ ਬੰਨੇ ਲਾਓ। ਮੈਂ 500 ਮੋਹਰ ਸਤਿਗੁਰੂ ਜੀ ਆਪ ਜੀ ਦੇ ਘਰ ਭੇਟਾ ਕਰਾਂਗਾ ਸੰਗਤ ਵਾਸਤੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਇਆ। ਮੱਖਣ ਸ਼ਾਹ ਦੀ ਸ਼ਰਧਾ ਹੋਰ ਵੱਧ ਗਈ। ਮਨ ਵਿੱਚ ਵਿਚਾਰ ਆਇਆ ਕਿ ਸਭ ਤੋਂ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਗੁਰੂ ਘਰ ਦੀ ਵਸਤੂ ਦੇ ਕੇ ਆਉਣੀ ਚਾਹੀਦੀ, ਮੁੜ ਕੇ ਕੀ ਪਤਾ ਮਨ ਬਦਲ ਜਾਵੇ। ਆਪਣੇ ਪਰਿਵਾਰ ਨੂੰ ਵੀ ਨਾਲ ਲਿਆ ਹੈ, ਫੌਜਾਂ ਨੂੰ ਨਾਲ ਲਿਆ ਹੈ, ਤੇ ਇਹ ਬਾਬੇ ਬਕਾਲੇ ਦੀ ਧਰਤੀ ਤੇ ਆ ਗਿਆ ਮੱਖਣ ਸ਼ਾਹ। ਤੇ ਗੁਰੂ ਪਿਆਰ ਵਾਲਿਓ, ਉਸ ਵੇਲੇ ਆ ਕੇ ਦੇਖਦਾ ਤੇ ਇੱਥੇ 22 ਮੰਜੀਆਂ ਵਾਲੇ ਨੇ, ਬੜਾ ਹੈਰਾਨ ਹੁੰਦਾ ਹੈ ਕਿ ਹੁਣ ਇੱਥੇ ਕਿਵੇਂ ਪਤਾ ਲੱਗੇ ਵੀ ਕੌਣ ਅਸਲੀ ਹੈ ਤੇ ਕੌਣ ਨਕਲੀ ਹੈ। ਫਿਰ ਮੱਖਣ ਸ਼ਾਹ ਨੇ ਇੱਕ ਢੰਗ ਵਰਤਿਆ ਕਿ 2-2 ਮੋਹਰਾਂ ਸਾਰਿਆਂ ਅੱਗੇ ਰੱਖ ਕਰਕੇ ਮੱਥਾ ਟੇਕਾਂਗਾ, ਜਿਹੜਾ ਪੂਰਾ ਹੋਊਗਾ ਆਪੇ ਆਪਣੀ ਵਸਤੂ ਮੰਗ ਲਵੇਗਾ। 2-2 ਮੋਹਰਾਂ ਰੱਖ ਕਰਕੇ ਸਾਰਿਆਂ ਦੇ ਅੱਗੇ ਮੱਥਾ ਟੇਕਿਆ ਤੇ ਕਿਸੇ ਨੇ ਮੋਹਰਾਂ ਨਹੀਂ ਮੰਗੀਆਂ। 500 ਮੋਹਰ ਕਿਸੇ ਨੇ ਮੰਗੀ ਨਹੀਂ, ਤੇ ਨਾ ਹੀ ਘਟਨਾ ਦੱਸੀ ਆ ਵੀ ਕਿਵੇਂ ਜਹਾਜ਼ ਬੰਨੇ ਲਾਇਆ। ਨਿਰਾਸ਼ ਹੋ ਗਿਆ ਮੱਖਣ ਸ਼ਾਹ ਵੀ ਹੁਣ ਕਿੱਥੇ ਜਾਵਾਂ, ਇਹ ਤਾਂ 22 ਹੈ। ਜਿਵੇਂ ਬਾਬਾ ਫਰੀਦ ਜੀ ਬਚਨ ਕਰਦੇ ਨੇ, ਫਰੀਦਾ ਗੱਲੀ ਸੋ ਸੱਜਣ 20, ਇੱਕ ਢੁਢਿੰਦੀ ਨਾ ਲਾਹਾਂ। ਗੱਲਾਂ ਵਾਲੇ ਤੇ 20-22 ਬੈਠੇ ਆ, ਪਰ ਜਿਹਨੂੰ ਮੱਖਣ ਸ਼ਾਹ ਲੱਭਦਾ ਉਹ ਨਹੀਂ ਮਿਲਦਾ ਪਿਆ। ਪੁੱਛਿਆ ਵੀ ਇੱਥੇ ਹੋਰ ਵੀ ਕੋਈ ਹੈ? ਆਖਿਆ ਇੱਕ ਸਾਧੂ ਰੱਬ ਦਾ ਪਿਆਰਾ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਸਾਹਿਬਜ਼ਾਦਾ ਹੈ, ਉਹ ਗੁਪਤ ਰਹਿੰਦਾ ਹੈ, ਉਹੀ ਆ, ਹੋਰ ਤਾਂ ਕੋਈ ਨਹੀਂ ਇੱਥੇ, ਉਹ ਪਹਿਲਾਂ ਤੋਂ ਇੱਥੇ ਰਹਿੰਦਾ। ਮੱਖਣ ਸ਼ਾਹ ਉਸ ਵੇਲੇ ਚੱਲ ਕਰਕੇ ਆਇਆ ਸਤਿਗੁਰਾਂ ਦੇ ਚਰਨਾਂ 'ਚ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ 2 ਮੋਹਰਾਂ ਰੱਖ ਕਰਕੇ ਮੱਥਾ ਟੇਕਿਆ ਤੇ ਪਾਤਸ਼ਾਹ ਕਹਿਣ ਲੱਗੇ, ਮੱਖਣ ਸ਼ਾਹ ਗੁਰੂ ਪੈਸਿਆਂ ਦਾ ਭੁੱਖਾ ਨਹੀਂ ਗਾ, ਗੁਰੂ ਕੋਲੇ ਕੋਈ ਘਾਟ ਨਹੀਂ, ਪਰ ਸਿੱਖਾ ਜਿਹੜਾ ਬਚਨ ਕਰੀਏ ਗੁਰੂ ਨਾਲ ਉਹ ਬਚਨ ਪਾਲੀ ਦਾ ਹੈ। ਸੁਖੀਆਂ 5 ਮੋਹਰਾਂ
ਤੇ ਸੋ ਵਾਹਿਗੁਰੂ ਸੁਖੀਆਂ 500 ਮੋਹਰਾਂ ਤੇ ਚੜਾਉਂਦਾ 2 ਪਿਆ ਏ। ਮਹਾਂਪੁਰਖ ਤਾਂ ਕਹਿੰਦੇ ਨੇ ਸਤਿਗੁਰਾਂ ਨੇ ਆਪਣੇ ਮੋਢੇ ਤੋਂ ਚੋਲਾ ਲਾ ਕੇ ਵਿਖਾਇਆ ਵੀ ਆਹ ਵੇਖ ਜਦੋਂ ਤੇਰਾ ਜਹਾਜ਼ ਬੰਨੇ ਲਾਇਆ ਕਿਵੇਂ ਕਿੱਲ ਚੁਬੇ ਹੋਏ ਨੇ। ਉਸ ਵੇਲੇ ਮੱਖਣ ਸ਼ਾਹ ਸਤਿਗੁਰਾਂ ਦੇ ਚਰਨੀ ਪਿਆ ਤੇ ਮੋਹਰਾਂ ਅਰਪਣ ਕੀਤੀਆਂ ਨੇ। ਗਰੀਬ ਨਵਾਜ ਸਤਿਗੁਰਾਂ ਨੇ ਆਖਿਆ ਮੱਖਣ ਸ਼ਾਹ ਸਾਨੂੰ ਪ੍ਰਗਟ ਨਾ ਕਰੀ, ਜਿਹੜੀ ਤੇਰੀ ਭਾਵਨਾ ਪੂਰੀ ਹੋ ਗਈ ਹੋਰ ਵੀ ਤੇਰੇ ਤੇ ਰਹਿਮਤਾਂ ਹੋ ਜਾਣਗੀਆਂ, ਪਰ ਬਾਹਰ ਨਾ ਕਿਸੇ ਨੂੰ ਦੱਸੀ। ਮੱਖਣ ਸ਼ਾਹ ਬਾਹਰ ਆਇਆ, ਪਰ ਜਦੋਂ ਸਿੱਖ ਨੇ ਵੇਖਿਆ ਵੀ ਲੋਕ ਸੰਗਤਾਂ ਭਰਮ ਵਿੱਚ ਪਈਆਂ ਨੇ ਤੇ ਇਹ ਪਰਉਪਕਾਰ ਕਰਨਾ ਚਾਹੀਦਾ, ਕਹਿੰਦੇ ਨੇ ਮੱਖਣ ਸ਼ਾਹ ਕੋਠੇ ਤੇ ਚੜ ਗਿਆ ਤੇ ਹੱਥ ਵਿੱਚ ਉਸਨੇ ਪਰਨਾ ਪਕੜਿਆ, ਸਾਫਾ ਘੁਮਾਈ ਜਾਂਦਾ ਤੇ ਕਹਿੰਦਾ ਗੁਰੂ ਕੀ ਸੰਗਤੇ ਸਾਚਾ ਗੁਰ ਲਾਧੋ ਰੇ, ਸਾਚਾ ਗੁਰ ਲਾਧੋ ਰੇ, ਸੱਚਾ ਗੁਰੂ ਲੱਭ ਪਿਆ ਹੈ, ਸੱਚਾ ਗੁਰੂ ਲੱਭ ਪਿਆ ਹੈ। ਤੇ ਸੰਗਤਾਂ ਉਮੜ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਈਆਂ ਨੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਗਟ ਹੋਏ ਨੇ, ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠੇ ਨੇ। ਇਉਂ ਮੱਖਣ ਸ਼ਾਹ ਨੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਹੈ। ਤੇ ਹੁਣ ਜਿਹੜੇ ਕਹਿ ਰਹੇ ਨੇ ਵੀ ਮਹਾਰਾਜ ਪ੍ਰਚਾਰ ਕਰਦੇ ਰਹੇ, ਭੋਰੇ 'ਚ ਨਹੀਂ ਰਹੇ, ਤੇ ਜਾਂ ਦੋਗਲੀ ਜੀ ਗੱਲ ਕਰ ਦਿੰਦੇ ਆ ਵੀ ਹਾਂ ਭੋਰੇ 'ਚ ਵੀ ਰਹਿੰਦੇ ਸਨ ਤੇ ਪ੍ਰਚਾਰ ਵੀ ਕਰਦੇ ਸਨ। ਉਹਨਾਂ ਨੂੰ ਪੁੱਛਿਆ ਜਾਵੇ ਕਿ ਜੇ ਮਹਾਰਾਜ ਬਾਹਰ ਵਿਚਰਦੇ ਸੀ ਤੇ ਫਿਰ ਮੱਖਣ ਸ਼ਾਹ ਨੂੰ ਲੱਭਣ ਵਿੱਚ ਦਿੱਕਤ ਕਿਉਂ ਆਈ? ਫਿਰ ਤਾਂ ਲੋਕਾਂ ਨੂੰ ਪਤਾ ਹੀ ਸੀ, ਸਾਰੀ ਦੁਨੀਆ ਨੂੰ, ਫਿਰ ਤਾਂ ਲੱਭਣਾ ਕਿਹਨੂੰ ਆ? ਜਦੋਂ ਮਹਾਰਾਜ ਛੁਪੇ ਹੀ ਨਹੀਂ ਤੇ ਫਿਰ ਲੱਭਣਾ ਕਿਹਨੂੰ? ਸਵਾਲ ਉੱਠਦਾ ਨਾ ਵੀ ਜਦੋਂ ਮਹਾਰਾਜ ਛੁਪੇ ਹੀ ਨਹੀਂ ਤੇ ਲੱਭਾਂਗੇ ਕਿਉਂ? ਜੇ ਤਾਂ ਮਹਾਰਾਜ ਪ੍ਰਚਾਰ ਕਰਦੇ ਰਹੇ ਆ ਤੇ ਫਿਰ ਤਾਂ ਹਰ ਪਿੰਡ 'ਚ ਪਤਾ ਹੋਣਾ ਗੁਰੂ ਸਾਹਿਬ ਦਾ ਵੀ ਮਹਾਰਾਜ ਪ੍ਰਚਾਰ ਕਰਦੇ ਨੇ, ਫਿਰ ਤਾਂ ਮੱਖਣ ਸ਼ਾਹ ਨੂੰ ਲੱਭਣ ਦੀ ਲੋੜ ਹੀ ਨਹੀਂ। ਤੇ ਫਿਰ ਮਹਾਰਾਜ ਨੇ ਕਿਉਂ ਵਰਜਣਾ ਸੀ ਮੱਖਣ ਸ਼ਾਹ ਨੂੰ ਵੀ ਸਾਨੂੰ ਪ੍ਰਗਟ ਨਾ ਕਰੀ, ਜਦੋਂ ਮਹਾਰਾਜ ਆਪ ਹੀ ਪ੍ਰਗਟ ਸਨ? ਸਵਾਲ ਬੜੇ ਉੱਠਦੇ ਆ। ਤੇ ਫਿਰ ਇਹ ਦਿਨ ਕਿਉਂ ਮਨਾਇਆ ਜਾਂਦਾ ਮੱਖਣ ਸ਼ਾਹ ਦਾ ਵੀ ਸਾਚਾ ਗੁਰ ਲਾਧੋ ਰੇ? ਫਿਰ ਇਹ ਦਿਨ ਵੀ ਨਹੀਂ ਮਨਾਉਣਾ ਚਾਹੀਦਾ, ਕਿਉਂਕਿ ਜਦੋਂ ਲੱਭੇ ਹੀ ਨਹੀਂ। ਇਹ ਸੋਚਣ ਦੀ ਲੋੜ ਹੈ। ਇਹ ਇਤਿਹਾਸ ਖਤਮ ਕੀਤਾ ਜਾ ਰਿਹਾ ਹੈ, ਪਰ ਅਸੀਂ ਉਹਨਾਂ ਮੂਰਖਾਂ ਦੇ ਮਗਰ ਲੱਗ ਕਰਕੇ ਸਤਿਗੁਰਾਂ ਤੇ ਸ਼ੱਕ ਕਰ ਬੈਠਦੇ। ਗੁਰਮੁਖੋ ਨਹੀਂ, ਮੇਰਾ ਤੇ ਸੁਭਾਅ ਇਹ ਹੈ ਕਿ ਮੈਂ ਬ੍ਰਹਮ ਗਿਆਨੀ ਰੱਬ ਦੇ ਪਿਆਰਿਆਂ ਦੀ ਗੱਲ ਨੂੰ ਸਹੀ ਮੰਨਦਾ ਹੁੰਦਾ, ਮੂਰਖਾਂ ਦੀ ਨਹੀਂ। ਇਹਨਾਂ ਦੀ ਕੋਈ ਕੁਰਬਾਨੀ ਹੈਗੀ, ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ, ਕੌਮ ਵਾਸਤੇ ਕੁਝ ਕੀਤਾ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਵਾਸਤੇ ਆਪਣਾ ਸਰੀਰ ਵਾਰ ਦਿੱਤਾ। ਡਾਕਟਰ ਕਹਿੰਦੇ ਸੀ ਤੁਹਾਡੇ ਵਾਲ ਸੋ ਵਾਹਿਗੁਰੂ ਕੇਸ ਲਾਉਣੇ ਪੈਣੇ, ਛਾਤੀ ਤੋਂ ਆਪਰੇਸ਼ਨ ਹੋ ਜਾਵੇਗਾ, ਬਚ ਜਾਓਗੇ। ਮਹਾਂਪੁਰਖ ਕਹਿੰਦੇ ਨਾ, ਇਹ ਜਿੰਦ ਜਾਂਦੀ ਤੇ ਜਾਵੇ ਪਰ ਕੇਸ ਨਹੀਂ ਲੈ ਸਕਦੇ। ਜਿੰਦ ਵਾਰਨ ਵਾਲੀ ਗੱਲ ਹੋਈ ਨਾ। ਉਹਨਾਂ ਦਾ ਇਤਿਹਾਸ ਉਹਨਾਂ ਕੋਲੋਂ ਸੁਣ ਕੇ ਵੇਖੋ, ਰਿਕਾਰਡਿੰਗ ਆ ਮੇਰੇ ਕੋਲ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ ਰਿਕਾਰਡਿੰਗ ਸੁਣ ਕੇ ਵੇਖ ਲਓ। ਹੋਰ ਅਨੇਕਾਂ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ ਹੁਣ ਵੀ ਹੈਗੇ, ਉਹਨਾਂ ਕੋਲ ਸੁਣ ਸਕਦੇ। ਕੀ ਉਹਨਾਂ ਨੂੰ ਕੋਈ ਗਿਆਨ ਨਹੀਂ? ਇੰਨੇ ਵਿਦਵਾਨ ਨੇ ਜਿਨ੍ਹਾਂ ਨੇ ਬੋਲਿਆ। ਇੱਕ ਬੰਦਾ ਮੇਰੇ ਵਰਗਾ ਉੱਠ ਕੇ ਆਖੇ ਵੀ ਸਾਰੇ ਹੀ ਗਲਤ ਨੇ, ਮੈਂ ਹੀ ਇਕੱਲਾ ਸਹੀ ਹਾਂ। ਸੋ ਇਹਨੂੰ ਸੋਚਣ ਦੀ ਲੋੜ ਹੈ। ਰਹੋ ਵਿਚਾਰ, ਮੈਂ ਇਸ ਤੋਂ ਵੱਧ ਨਹੀਂ ਕਹਿਣਾ ਕੁਝ ਵੀ, ਇਹ ਤੁਸੀਂ ਅੱਗੇ ਆਪ ਨਿਰਣਾ ਕਰ ਲਿਓ। ਸੋ ਇਉਂ ਮਹਾਰਾਜ ਨੂੰ ਪ੍ਰਗਟ ਕੀਤਾ ਉਸ ਥਾਂ ਤੇ, ਸਤਿਗੁਰੂ ਜੀ ਪ੍ਰਗਟ ਹੋਏ। ਉਸ ਤੋਂ ਬਾਅਦ ਮਹਾਰਾਜ ਨੇ ਪ੍ਰਚਾਰ ਆਰੰਭ ਕੀਤਾ। ਫਿਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਬਾਬੇ ਬਕਾਲੇ ਪ੍ਰਗਟ ਹੋਏ, ਕਈ ਤਰ੍ਹਾਂ ਦੇ ਉਪਦਰਵ ਵੀ ਹੋਏ। ਧੀਰਮਲ ਨੇ ਕਹਿ ਕਰਕੇ ਸ਼ੀਹੇ ਮਸੰਦ ਤੋਂ ਮਹਾਰਾਜ ਤੇ 2 ਵਾਰ ਗੋਲੀ ਚਲਾਈ। ਸੋ ਇੱਕ ਵਾਰ ਜਦੋਂ ਮਹਾਰਾਜ ਬਾਹਰ ਗਏ ਸੀ, ਉਦੋਂ ਇੱਕ ਵਾਰ ਘਰ ਵਿੱਚ ਆ ਕਰਕੇ ਮਹਾਰਾਜ ਤੇ ਗੋਲੀ ਚਲਾਈ, ਜੋ ਸਤਿਗੁਰਾਂ ਦੇ ਮੱਥੇ ਨਾਲ ਛੋਹ ਕੇ ਡਿੱਗੀ ਹੈ। ਸੋ ਮਹਾਰਾਜ ਨੇ ਫਿਰ ਵੀ ਇਹੀ ਬਚਨ ਕਿਹਾ ਸੀ, ਭਲੇ ਧੀਰਮਲ ਭਲੇ, ਆਖਿਆ ਸੀ ਤੇਰਾ ਭਲਾ ਹੋਵੇ। ਗੋਲੀ ਚਲਾਉਣ ਵਾਲੇ ਤੇ ਵੀ ਇਹ ਬਚਨ ਕਹੇ। ਐਸੇ ਮਹਾਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਉੱਥੋਂ ਮਹਾਰਾਜ ਨੇ ਫਿਰ ਪ੍ਰਚਾਰਕ ਦੌਰਾ ਆਰੰਭ ਕੀਤਾ। ਸਭ ਤੋਂ ਪਹਿਲਾਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗਏ।
ਇੱਥੇ ਵੀ ਮਸੰਦਾਂ ਦਾ ਕਬਜ਼ਾ ਸੀ। ਮਹਾਰਾਜ ਨੂੰ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ। ਦਰਸ਼ਨੀ ਡਿਉੜੀ ਵਾਲਾ ਦਰਵਾਜ਼ਾ ਬੰਦ ਕਰ ਦਿੱਤਾ, ਜਿੰਦਰੇ ਮਾਰ ਦਿੱਤੇ ਮਸੰਦਾਂ ਨੇ। ਮੱਖਣ ਸ਼ਾਹ ਵੀ ਨਾਲ ਸੀ ਸਤਿਗੁਰਾਂ ਦੇ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ ਤੂੰ ਇਸ਼ਨਾਨ ਕਰ ਲੈ, ਤੂੰ ਦਰਸ਼ਨ ਕਰ ਲੈ, ਅਸੀਂ ਚੱਲਦੇ। ਮਹਾਰਾਜ ਇੱਕ ਪਾਸੇ ਬੈਠ ਗਏ ਜਿੱਥੇ ਗੁਰਦੁਆਰਾ ਥੜਾ ਸਾਹਿਬ ਬਣਿਆ, ਤੁਸੀਂ ਦਰਸ਼ਨ ਕੀਤੇ ਹੋਣਗੇ। ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਦੂਜੇ ਗੇਟ ਨਿਕਲਦੇ ਹਾਂ ਤੇ ਅੱਗੇ ਥੜਾ ਸਾਹਿਬ ਹੁਣ ਨਵਾਂ ਬਣ ਰਿਹਾ ਫਿਰ ਦੁਬਾਰਾ। ਸੋ ਉਹਦੇ ਵਿੱਚ ਭੋਰਾ ਵੀ ਥੱਲੇ ਜਾ ਕੇ ਵੀ ਦਰਸ਼ਨ ਕਰੀਦੇ ਆ। ਉਹ ਦਰਖਤ ਦਾ ਵੀ ਨਿਸ਼ਾਨ ਰੱਖਿਆ ਹੋਇਆ, ਜਿਹੜੇ ਦਰਖਤ ਥੱਲੇ ਮਹਾਰਾਜ ਬੈਠੇ ਸਨ ਉਹ ਵੀ ਉੱਦਾਂ ਹੀ ਸਾਂਭਿਆ ਹੋਇਆ। ਉੱਥੇ ਹੀ ਗੁਰੂ ਪਿਆਰ ਵਾਲਿਓ ਮਾਈਆਂ ਨੇ ਆ ਕਰਕੇ ਮਹਾਰਾਜ ਦੀ ਸੇਵਾ ਕੀਤੀ ਸੀ, ਜਿੱਥੇ ਮਹਾਰਾਜ ਨੇ ਫਿਰ ਬਚਨ ਕੀਤਾ, ਮਾਈਆਂ ਰੱਬ ਰਜਾਈਆਂ, ਇਹ ਬਚਨ ਬਖਸ਼ਿਸ਼ ਕੀਤਾ ਹੈ। ਉੱਥੋਂ ਫਿਰ ਸਤਿਗੁਰੂ ਜੀ ਵੱਲੇ ਚਲੇ ਗਏ। ਇੱਕ ਸਿੱਖ ਦੇ ਘਰ, ਪ੍ਰੇਮੀ ਸਿੱਖ ਸੀ, ਉੱਥੇ ਸੰਗਤਾਂ ਨੇ ਬਹੁਤ ਸੇਵਾ ਕੀਤੀ ਭਾਵਨਾ ਦੇ ਨਾਲ। ਮਹਾਰਾਜ ਨੇ ਬਖਸ਼ਿਸ਼ ਕੀਤੀ, ਵੱਲਾ ਗੁਰੂ ਕਾ ਗੱਲਾ। ਉੱਥੋਂ ਫਿਰ ਬਾਅਦ ਵਿੱਚ ਸਤਿਗੁਰੂ ਜੀ ਬਾਬੇ ਬਕਾਲੇ ਆ ਗਏ। ਫਿਰ ਮਹਾਰਾਜ ਨੇ ਸੋਚਿਆ ਵੀ ਇਹ ਨਗਰ ਹੁਣ ਛੱਡ ਦੇਣਾ ਚਾਹੀਦਾ, ਇੱਥੇ ਈਰਖਾ ਬਹੁਤ, ਸਾਡੇ ਨਾਲ ਵਿਰੋਧ ਬੜਾ ਕਰਦੇ ਨੇ। ਮਹਾਰਾਜ ਬਾਬੇ ਬਕਾਲੇ ਨੂੰ ਛੱਡ ਕਰਕੇ ਕੀਰਤਪੁਰ ਸਾਹਿਬ ਚਲੇ ਗਏ, ਉੱਥੇ ਵੀ ਵਿਰੋਧ। ਮਹਾਰਾਜ ਨੇ ਸੋਚਿਆ ਵੀ ਹੁਣ ਤਾਂ ਸਾਨੂੰ ਆਪ ਹੀ ਨਗਰ ਵਸਾਉਣਾ ਚਾਹੀਦਾ, ਤਾਂ ਕਿ ਆਪਣਾ ਘਰ ਹੋਊਗਾ, ਨਗਰ ਹੋਊਗਾ, ਕਾਹਦਾ ਵਿਰੋਧ ਹੋਊਗਾ, ਆਪਣੇ ਘਰ ਰਹਾਂਗੇ। ਫਿਰ ਪਾਤਸ਼ਾਹ ਜੀ ਨੇ ਸੋ ਰਾਜਾ ਤਾਰਾ ਚੰਦ ਹੋਇਆ, ਤੇ ਤਾਰਾ ਚੰਦ ਦਾ ਪੁੱਤਰ ਸੀ ਦਲੀਪ ਚੰਦ, ਜੋ ਭੀਮ ਚੰਦ ਦਾ ਪਿਤਾ ਸੀ। ਉਹਦੇ ਕੋਲੋਂ ਮਹਾਰਾਜ ਨੇ ਉਹ ਜਗ੍ਹਾ ਖਰੀਦੀ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ। 1,57,000 ਦੀ ਜਗ੍ਹਾ ਉਦੋਂ ਖਰੀਦੀ, ਫਰੀ ਨਹੀਂ, 1,57,000 ਦੀ ਜਗ੍ਹਾ ਖਰੀਦ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਨਗਰ ਵਸਾਇਆ। ਤੇ ਪਹਿਲਾ ਨਾਂ ਉਸ ਨਗਰ ਦਾ ਰੱਖਿਆ ਸੀ ਨਾਨਕੀ ਚੱਕ, ਮਾਤਾ ਜੀ ਦੇ ਨਾਂ ਤੇ। ਬਾਅਦ ਵਿੱਚ ਉਹਦਾ ਨਾਂ ਸ੍ਰੀ ਅਨੰਦਪੁਰ ਸਾਹਿਬ ਰੱਖਿਆ। ਉੱਥੇ ਮਹਾਰਾਜ ਕੁਝ ਸਮਾਂ ਰਹੇ। ਫਿਰ ਸਤਿਗੁਰਾਂ ਨੇ ਉੱਥੋਂ ਵੀ ਚਾਲੇ ਪਾ ਦਿੱਤੇ ਵੀ ਇਹ ਤਾਂ ਅਜੇ ਵੀ ਨਹੀਂ ਹਟੇ ਈਰਖਾ ਕਰਨੋਂ। ਫਿਰ ਮਹਾਰਾਜ ਨੇ ਪੂਰਬ ਦੀ ਯਾਤਰਾ ਆਰੰਭ ਕੀਤੀ, ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵਿਚਿੱਤਰ ਨਾਟਕ ਨਾਂ ਦੀ ਬਾਣੀ ਵਿੱਚ ਦਰਜ ਕੀਤਾ ਹੈ। ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੀ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਿਓ। ਮਹਾਰਾਜ ਪੂਰਬ ਦੇ ਦੌਰੇ 'ਤੇ ਗਏ, ਅਨੇਕਾਂ ਪਿੰਡਾਂ ਵਿੱਚ ਦੀ ਹੁੰਦਿਆਂ ਹੋਇਆਂ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਤਰਬੇਣੀ ਪਹੁੰਚੇ, ਜਿਸ ਨੂੰ ਅੱਜ ਕੱਲ੍ਹ ਇਲਾਹਾਬਾਦ ਕਿਹਾ ਜਾਂਦਾ। ਉੱਥੇ ਹੀ ਮਾਤਾ ਗੁਜਰ ਕੌਰ ਦੇ ਗਰਭ ਦੇ ਵਿੱਚ, ਪੇਟ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ। ਪ੍ਰਕਾਸ਼ ਉੱਥੇ ਹੋਇਆ, ਜਨਮ ਪਟਨੇ ਹੋਇਆ। 6 ਮਹੀਨਿਆਂ ਤੋਂ ਵੱਧ ਸਮਾਂ ਮਹਾਰਾਜ ਉੱਥੇ ਰਹੇ ਨੇ। ਉੱਥੇ ਹੀ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਹੱਥੀਂ ਕਰਵਾਇਆ। ਤੇ ਅੱਜ ਸਾਡੇ ਮੂਰਖ ਵਿਦਵਾਨ ਕਹੀ ਜਾਂਦੇ ਵੀ ਅਖੰਡ ਪਾਠ ਤੇ ਹੈ ਹੀ ਨਹੀਂ ਗੁਰਮਤਿ ਵਿੱਚ। ਕਮਾਲ ਦੀ ਗੱਲ, ਰਾਹੋ ਵਿਚਾਰ। ਉੱਥੋਂ ਪਾਤਸ਼ਾਹ ਜੀ ਅੱਗੇ ਗਏ ਕਾਂਸ਼ੀ, ਕਾਂਸ਼ੀ ਤੋਂ ਮਿਰਜ਼ਾਪੁਰ, ਮਿਰਜ਼ਾਪੁਰ ਤੋਂ ਫਿਰ ਸਸਰਾਮ ਗਏ, ਚਾਚਾ ਫੱਗੂ ਨੂੰ ਨਿਹਾਲ ਕੀਤਾ। ਉੱਥੋਂ ਫਿਰ ਪਟਨੇ ਗਏ। ਪਟਨੇ ਦੇ ਵਿੱਚ ਜੈਤਾ ਸੇਠ ਗੁਰੂ ਕਾ ਸਿੱਖ ਸੀ, ਹਲਵਾਈ ਦਾ ਕਰਮ ਕਰਦਾ ਸੀ ਤੇ ਬੜੇ ਉੱਚੇ ਜੀਵਨ ਵਾਲਾ ਸੀ। ਤੇ ਰਾਤ ਨੂੰ 12 ਵਜੇ ਤੋਂ ਬਾਅਦ ਉੱਠ ਕਰਕੇ ਇਸ਼ਨਾਨ ਕਰਕੇ ਰੱਬ ਦੀ ਬੰਦਗੀ ਵਿੱਚ ਜੁੜ ਜਾਂਦਾ ਸੀ। ਦਿਨ ਚੜ੍ਹਨ ਤੱਕ ਬਾਣੀ ਪੜ੍ਹੀ ਜਾਣੀ, ਸਿਮਰਨ ਕਰੀ ਜਾਣਾ, ਪਰ ਦਿਖਾਉਂਦਾ ਨਹੀਂ ਸੀ ਕਿਸੇ ਨੂੰ। ਲੋਕਾਂ ਨੂੰ ਇਹ ਭੁਲੇਖਾ ਸੀ ਵੀ ਇਹ ਇਸ਼ਨਾਨ ਹੀ ਨਹੀਂ ਕਰਦਾ, ਕਿਉਂਕਿ ਕਈਆਂ ਦਾ ਸੁਭਾਅ ਹੁੰਦਾ ਹੈ ਦਿਖਾਵਾ ਜ਼ਿਆਦਾ ਕਰਨਾ, ਪੱਲੇ ਕੁਝ ਨਾ ਹੋਣਾ। ਪਰ ਉਸ ਗੁਰਸਿੱਖ ਦਾ ਕਰਮ ਸੀ ਕਿ
ਬੰਦਗੀ ਸਭ ਤੋਂ ਵੱਧ ਕਰਨੀ, ਕਰਮ ਸ਼ੁਭ ਵੱਧ ਕਰਨੇ, ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ। ਪਹਿਲਾਂ ਪਹਿਲਾਂ ਕਰ ਲੈਣੇ ਜਿੰਨਾ ਚਿਰ ਲੋਕਾਂ ਨੇ ਉੱਠਣਾ। ਇੱਕ ਵਾਰ ਸੰਗਤ ਨੇ ਪੁੱਛ ਹੀ ਲਿਆ, ਕਹਿਣ ਲੱਗੇ ਵੀ ਤੁਸੀਂ ਇਸ਼ਨਾਨ ਕਿਉਂ ਨਹੀਂ ਕਰਦੇ? ਸੋ ਭਾਈ ਸਾਹਿਬ ਕਹਿਣ ਲੱਗੇ ਵੀ ਮੈਂ ਕੀ ਦੱਸਾਂ, ਆਪਣੀ ਵਡਿਆਈ ਗੁਰਮੁਖ ਨਹੀਂ ਦੱਸਦੇ। ਫਿਰ ਸੋਚਿਆ ਹੈ ਕਿ ਜੇ ਹੁਣ ਇਹਨਾਂ ਨੂੰ ਨਾ ਦਿਖਾਇਆ ਤੇ ਫਿਰ ਇਹਨਾਂ ਦੇ ਮਨ 'ਚ ਸ਼ੰਕਾ ਨਾ ਪੈ ਜਾਵੇ ਕਿਤੇ ਇਹ ਵੀ ਇਸ਼ਨਾਨ ਕਰਨ ਨੂੰ ਨਾ ਹਟ ਜਾਣ। ਗੁਰਮੁਖਾਂ ਦਾ ਜੀਵਨ ਹੁੰਦਾ ਨਾ ਕਿਸੇ ਦੇ ਭਲੇ ਵਾਸਤੇ। ਇੱਕ ਹੁੰਦਾ ਇਕੱਲਾ ਨਿੱਜੀ ਜੀਵਨ, ਉਹ ਵੱਖਰੀ ਗੱਲ ਹੁੰਦੀ ਆ। ਇੱਕ ਹੁੰਦਾ ਕਿਸੇ ਦਾ ਭਲਾ ਕਰਨਾ ਆਪਣੇ ਜੀਵਨ ਦੇ ਨਾਲ। ਸੋ ਉਸ ਵੇਲੇ ਭਾਈ ਜੈਤਾ ਸੇਠ ਕਹਿਣ ਲੱਗੇ ਵੀ ਤੁਸੀਂ ਇੱਥੇ ਮੇਰੇ ਘਰ ਰਹੋ, ਤੁਹਾਨੂੰ ਆਪੇ ਪਤਾ ਲੱਗ ਜੂ, ਵੇਖ ਲਓ ਅੱਖੀ, ਮੈਂ ਕੀ ਦੱਸਣਾ ਹੈ। 2 ਸਿੱਖ ਭਾਈ ਜੈਤੇ ਦੇ ਘਰ ਰਹੇ। ਭਾਈ ਜੈਤੇ ਦੇ ਘਰ ਇੱਕ ਚਬੱਚਾ ਬਣਿਆ ਹੋਇਆ ਸੀ। ਰਾਤ ਨੂੰ 12 ਵਜੇ ਤੋਂ ਬਾਅਦ ਇੱਕ ਗਊ ਆਈ ਹੈ ਭਾਈ ਜੈਤੇ ਦੇ ਘਰ ਵਿੱਚ, ਚਬੱਚੇ ਦੇ ਕੋਲ ਖਲੋਤੀ ਹੈ ਤੇ ਉਸਨੇ ਆਪਣੇ ਮੂੰਹ ਦੇ ਵਿੱਚੋਂ ਪਾਣੀ ਕੱਢਿਆ ਤੇ ਚਬੱਚਾ ਭਰ ਦਿੱਤਾ ਹੈ। ਵਾਪਸ ਮੁੜ ਗਈ। ਭਾਈ ਜੈਤੇ ਨੇ ਉਹਨਾਂ ਸਿੱਖਾਂ ਦੇ ਵੇਂਦਿਆਂ ਹੋਇਆ ਇਸ਼ਨਾਨ ਕੀਤਾ ਹੈ ਤੇ ਚੌਂਕੜਾ ਮਾਰ ਕਰਕੇ ਬੈਠ ਗਿਆ ਬੰਦਗੀ ਵਿੱਚ। ਸਵੇਰ ਹੋਈ, ਸਿੱਖ ਪੁੱਛਦੇ ਨੇ ਕਿ ਭਾਈ ਸਾਹਿਬ ਇਹ ਗਊ ਕੌਣ ਸੀ? ਇਹ ਤੇ ਨਵਾਂ ਕੌਤਕ ਵੇਖਿਆ। ਭਾਈ ਸਾਹਿਬ ਕਹਿਣ ਲੱਗੇ ਇਹ ਗੰਗਾ ਹੈ, ਇਹ ਰੋਜ਼ ਹੀ ਆਉਂਦੀ ਸਾਨੂੰ ਇਸ਼ਨਾਨ ਕਰਾਉਣ। ਇੰਨੀ ਉੱਚੀ ਅਵਸਥਾ ਸੀ ਕਿ ਗੰਗਾ ਵੀ ਚੱਲ ਕਰਕੇ ਸਿੱਖ ਦੇ ਘਰ ਵਿੱਚ ਆਉਂਦੀ ਆ। ਸਿੱਖ ਨੂੰ ਗੰਗਾ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ। ਤੇ ਜੇ ਗੁਰਬਾਣੀ ਨੂੰ ਪੜ੍ਹੀਏ ਤੇ ਮਹਾਰਾਜ ਕਹਿੰਦੇ ਜਨ ਕੇ ਚਰਨ ਵਸਹਿ ਕੋਟ ਗੰਗਾ। ਰੱਬ ਦੇ ਪਿਆਰੇ ਦੇ ਚਰਨਾਂ ਵਿੱਚ ਤੇ ਕਰੋੜਾਂ ਗੰਗਾ ਵਸਦੀਆਂ। ਤੇ ਜਿੱਥੇ ਆਪਾਂ ਪੈਰ ਧੋ ਕੇ ਆਉਣੇ ਆ, ਚਰਨ ਧੋ ਕੇ ਆਉਣੇ ਆ ਨਾ, ਉਹਨੂੰ ਆਪਾਂ ਕੀ ਕਹਿੰਦੇ ਆ? ਚਰਨ ਗੰਗਾ। ਐਵੇਂ ਨਹੀਂ ਨਾਂ ਰੱਖਿਆ। ਗੁਰਬਾਣੀ ਮੁਤਾਬਕ ਹੈ ਵੀ ਗੁਰੂ ਕੀਆਂ ਸੰਗਤਾਂ ਦੇ ਚਰਨਾਂ ਵਿੱਚ ਵੀ ਗੰਗਾ ਵਸਦੀ ਹੈ। ਏਡੀ ਮਹਾਨ ਗੁਰੂ ਕੀ ਸੰਗਤ ਵੀ ਜਿਸ ਤੀਰਥ ਨੂੰ ਸਨਾਤਨ ਲੋਕ ਕਹਿੰਦੇ ਵੀ ਸਭ ਤੋਂ ਮਹਾਨ ਤੀਰਥ ਹੈ ਗੰਗਾ, ਗੰਗਾ ਦਾ ਇਸ਼ਨਾਨ, ਪਰ ਉਹ ਗੰਗਾ ਗੁਰੂ ਨਾਨਕ ਦੀਆਂ ਸੰਗਤਾਂ ਦੇ ਚਰਨਾਂ 'ਚ ਵਸਦੀ ਹੈ। ਆਪਾਂ ਚਰਨ ਗੰਗਾ ਬਣਾਈ ਹੋਈ, ਜਾਣਦੇ ਕਿੰਨੀਆਂ ਵਡਿਆਈਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਉਹ ਸਿੱਖ ਯਾਦ ਕਰਦਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਉਹਦੇ ਘਰ ਜਾ ਚਰਨ ਪਾਏ। ਫਿਰ ਪਟਨੇ ਸਾਹਿਬ ਦੀ ਧਰਤੀ 'ਤੇ ਨਿਵਾਸ ਕੀਤਾ। ਮੈਂ ਵਿਸਥਾਰ ਵੱਲ ਨਾ ਜਾਵਾਂ, ਸਮਾਂ ਥੋੜ੍ਹਾ। ਪਟਨਾ ਸਾਹਿਬ ਦੀ ਧਰਤੀ 'ਤੇ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਨਾਲ ਹੈ। ਮਾਤਾ ਨਾਨਕੀ ਜੀ ਤੇ ਸਤਿਗੁਰਾਂ ਦੇ ਮਹਿਲ ਮਾਤਾ ਗੁਜਰੀ ਜੀ ਵੀ ਨੇ, ਤੇ ਮਾਤਾ ਗੁਜਰੀ ਜੀ ਦੇ ਭਰਾਤਾ ਭਾਈ ਕਿਰਪਾਲ ਚੰਦ ਵੀ ਨਾਲ ਨੇ। ਸੋ ਉੱਥੇ ਸਤਿਗੁਰੂ ਜੀ ਫਿਰ ਉੱਥੋਂ ਰਾਜਾ ਮਾਨ ਸਿੰਘ ਦੇ ਨਾਲ ਅਸਾਮ ਦੀ ਧਰਤੀ 'ਤੇ ਗਏ। ਚਲੋ ਉਹ ਤਾਂ ਆਪਾਂ ਜਦੋਂ ਅੱਗੇ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆਊਗਾ ਉਦੋਂ ਸਰਵਣ ਕਰਾਂਗੇ, ਕਿਉਂ ਗਏ ਸੀ ਤੇ ਕੀ ਕਾਰਨ ਸੀ। ਸੋ ਉੱਥੇ ਪਾਤਸ਼ਾਹ ਨੇ ਕਈ ਕੌਤਕ ਕੀਤੇ। ਉੱਥੇ ਹੀ ਪਟਨਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਸਮਾਂ ਪਾ ਕਰਕੇ ਉੱਥੋਂ ਮਹਾਰਾਜ ਫਿਰ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ। ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੁਣ ਆਪਾਂ ਸ਼ਹੀਦੀ ਪ੍ਰਸੰਗ ਵੱਲ ਆ ਜਾਈਏ। ਤੇ ਜੰਮੂ ਦੀ ਧਰਤੀ ਤੋਂ, ਕਸ਼ਮੀਰ ਦੀ ਧਰਤੀ ਤੋਂ ਪੰਡਤ ਲੋਕ ਇਕੱਠੇ ਹੋ ਕਰਕੇ ਆਏ। ਵਿਦਵਾਨ ਲਿਖਦੇ ਨੇ 500 ਤੋਂ ਉੱਪਰ ਪੰਡਤ ਸੀ, ਜਿਨ੍ਹਾਂ ਦੀ ਅਗਵਾਈ ਕਿਰਪਾ ਰਾਮ ਪੰਡਤ ਕਰਦਾ ਸੀ। ਕਿਉਂ ਆਏ? ਕਿ ਔਰੰਗਜ਼ੇਬ ਬਾਦਸ਼ਾਹ ਜਿਹੜਾ ਸੀ ਉਹ ਜ਼ੁਲਮ ਕਰ ਰਿਹਾ ਸੀ। ਵਿਦਵਾਨ ਕਹਿੰਦੇ ਉਹ ਪਹਿਲਾਂ ਇੰਨਾ ਕੱਟੜ ਨਹੀਂ ਸੀ, ਪਰ ਉਹਨੂੰ ਪ੍ਰੇਰ ਕਰਕੇ ਇੱਧਰ ਲਿਆਂਦਾ ਗਿਆ। ਔਰੰਗਜ਼ੇਬ ਨੇ ਆਪਣੇ ਕੋਲ 1400 ਉਲਮਾਓ ਵਿਦਵਾਨ ਰੱਖੇ ਸਨ, ਜਿਨ੍ਹਾਂ ਤੋਂ ਕੋਲੋਂ ਉਹ ਵਿਦਿਆ ਗਿਆਨ ਸਰਵਣ ਕਰਦਾ ਸੀ। ਇੱਕ ਉਹਨੇ ਪੰਡਤ ਵੀ ਰੱਖਿਆ ਸੀ, ਧਿਆਨ ਦੇਣਾ, ਪਹਿਲਾਂ ਉਹ ਵਿਰੋਧੀ ਨਹੀਂ ਸੀ ਇਹਨਾਂ। ਇੱਕ ਉਹਨੇ ਪੰਡਤ ਵੀ ਰੱਖਿਆ ਸੀ ਕਿ ਜਿਹਦੇ ਕੋਲੋਂ ਉਹ ਰੋਜ਼ ਗੀਤਾ ਦਾ ਗਿਆਨ ਸਰਵਣ ਕਰਦਾ ਸੀ, ਗੀਤਾ ਦਾ ਪਾਠ, ਗੀਤਾ ਦੇ ਅਰਥ ਸੁਣਦਾ ਸੀ।
ਤੇ ਉਸ ਪੰਡਤ ਦਾ ਉਹਨੇ ਆਸਣ ਸਾਰਿਆਂ ਤੋਂ ਉੱਚਾ ਲਵਾਇਆ ਸੀ ਤੇ ਜਿਹੜੇ ਦੂਜੇ ਕਾਜੀ ਮੁੱਲਾਂ ਸੀ ਉਹ ਬੜੇ ਦੁਖੀ ਸਨ, ਪਰ ਬਾਦਸ਼ਾਹ ਅੱਗੇ ਕੋਈ ਬੋਲਦਾ ਨਹੀਂ ਸੀ। ਉਹ ਪੰਡਤ ਰੋਜ਼ ਗੀਤਾ ਸੁਣਾਉਣ ਆਉਂਦਾ ਸੀ ਤੇ ਪੰਡਤ ਬੜਾ ਚਲਾਕ ਸੀ। ਗੀਤਾ ਦੇ ਜਿਹੜੇ ਸ਼ਲੋਕ ਆਉਂਦੇ ਨਾ ਕਿ ਬੰਦੇ ਨੂੰ ਆਪਣੇ ਧਰਮ ਵਿੱਚ ਰਹਿਣਾ ਚਾਹੀਦਾ, ਭਾਵੇਂ ਆਪਣਾ ਧਰਮ ਘੱਟ ਗੁਣਾਂ ਵਾਲਾ ਵੀ ਹੋਵੇ, ਫਿਰ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ, ਕਿਉਂਕਿ ਆਪਣੇ ਧਰਮ ਵਿੱਚ ਰਹਿ ਕੇ ਹੀ ਬੰਦੇ ਦੀ ਕਲਿਆਣ ਹੁੰਦੀ ਹੈ। ਉਹ ਪੰਡਤ ਇਹ ਸ਼ਲੋਕ ਨਹੀਂ ਸੀ ਸੁਣਾਉਂਦਾ। ਉਹਨੂੰ ਪਤਾ ਸੀ ਵੀ ਜੇ ਮੈਂ ਸੁਣਾ ਦਿੱਤੇ ਤੇ ਬਾਦਸ਼ਾਹ ਨੇ ਮੈਨੂੰ ਸੁਣਨੋਂ ਹੀ ਹਟ ਜਾਣਾ ਹੈ, ਵੀ ਜੇ ਆਪਣੇ ਧਰਮ 'ਚ ਰਹਿਣਾ ਤੇ ਮੈਂ ਕਿਉਂ ਬਗਾਨੇ ਧਰਮ ਨੂੰ ਸੁਣਾ। ਉਹ ਕੁਦਰਤ ਦੀ ਨੇਤ ਹੋਈ ਐਸੀ, ਇੱਕ ਦਿਨ ਪੰਡਤ ਬਿਮਾਰ ਹੋ ਗਿਆ ਤੇ ਬਾਦਸ਼ਾਹ ਦੇ ਜਾਣਾ ਸੀ। ਉਹਨੇ ਦਰਬਾਰ ਵਿੱਚ ਗੀਤਾ ਦਾ ਪਾਠ ਸੁਣਾਉਣ ਤੇ ਉਹਦੇ ਤੋਂ ਉੱਠਿਆ ਨਾ ਗਿਆ, ਬਿਮਾਰ ਜ਼ਿਆਦਾ ਹੋ ਗਿਆ। ਉਹਨੇ ਸੋਚਿਆ ਵੀ ਜੇ ਮੈਂ ਅੱਜ ਨਾ ਗਿਆ, ਕਿਤੇ ਬਾਦਸ਼ਾਹ ਕਿਸੇ ਹੋਰ ਪੰਡਤ ਨੂੰ ਸੱਦ ਕੇ ਨਾ ਸੁਣ ਲਵੇ, ਮੇਰੀ ਡਿਊਟੀ ਨਾ ਕੱਟੀ ਜਾਵੇ। ਉਹਨੇ ਆਪਣੇ ਲੜਕੇ ਨੂੰ ਕਿਹਾ ਵੀ ਅੱਜ ਤੂੰ ਜਾ ਮੇਰੀ ਥਾਂ ਤੇ ਗੀਤਾ ਦਾ ਪਾਠ ਤੇ ਅਰਥ ਸੁਣਾ ਕੇ ਆ। ਉਹ ਪੰਡਤ ਦਾ ਲੜਕਾ ਗਿਆ ਤੇ ਪੰਡਤ ਨੂੰ ਚੇਤਾ ਭੁੱਲ ਗਿਆ ਦੱਸਣ ਦਾ ਕਿ ਆਹ ਸ਼ਲੋਕ ਨਹੀਂ ਸੁਣਾਉਣੇ। ਹੁਣ ਉਹਨੂੰ ਤੇ ਪਤਾ ਸੀ, ਪਰ ਜਦੋਂ ਲੜਕਾ ਸੁਣਾਉਣ ਵਾਸਤੇ ਗਿਆ ਤੇ ਉਹਨੇ ਉਹ ਸ਼ਲੋਕ ਸੁਣਾ ਦਿੱਤੇ ਜਿਹੜੇ ਸ਼ਲੋਕ ਉਹਦੇ ਪਿਤਾ ਨੇ ਕਦੀ ਸੁਣਾਏ ਨਹੀਂ ਸੀ। ਉਹ ਸੁਣਾ ਦਿੱਤੇ। ਇਹ ਬੰਦੇ ਨੂੰ ਆਪਣੇ ਧਰਮ ਵਿੱਚ ਰਹਿਣਾ ਚਾਹੀਦਾ, ਭਾਵੇਂ ਆਪਣਾ ਧਰਮ ਥੋੜ੍ਹੇ ਗੁਣਾਂ ਵਾਲਾ ਵੀ ਹੋਵੇ, ਉਹਦੇ ਵਿੱਚ ਹੀ ਕਲਿਆਣ ਹੈ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਇਹ ਸ਼ਲੋਕ ਤਾਂ ਮੈਂ ਕਦੀ ਸੁਣੇ ਨਹੀਂ। ਕਹਿੰਦੇ ਨੇ ਉਸ ਵੇਲੇ ਬਾਦਸ਼ਾਹ ਨੇ ਆਖਿਆ ਵੀ ਜੇ ਆਪਣਾ ਧਰਮ ਕਲਿਆਣਕਾਰੀ ਹੈ ਤੇ ਮੈਨੂੰ ਗੀਤਾ ਸੁਣਨ ਦੀ ਕੀ ਲੋੜ ਹੈ। ਉਸ ਦਿਨ ਤੋਂ ਹੀ ਡਿਊਟੀ ਕੱਟ ਦਿੱਤੀ ਤੇ ਕਾਜੀ ਮੁੱਲਾਂ ਤੇ ਪਹਿਲਾਂ ਹੀ ਅੱਕੇ ਪਏ ਸੀ। ਉਹ ਕਹਿਣ ਲੱਗੇ ਬਾਦਸ਼ਾਹ ਜੀ ਅਸੀਂ ਤਾਂ ਪਹਿਲਾਂ ਹੀ ਬੜੇ ਦੁਖੀ ਸਾਂ, ਕਹਿਣਾ ਚਾਹੁੰਦੇ ਸਾਂ ਪਰ ਤੁਹਾਡੇ ਤੋਂ ਡਰਦੇ ਹੀ ਤੁਹਾਨੂੰ ਬਚਨ ਨਹੀਂ ਕਿਹਾ। ਉਹਨਾਂ ਦਾ ਵੀ ਦਾਅ ਚੱਲ ਗਿਆ। ਸ਼ਰ੍ਹਾ ਦੇ ਕੁਝ ਬਚਨ ਸੁਣਾਏ ਤੇ ਫਿਰ ਉਹਨਾਂ ਨੇ ਹੋਰ ਬਚਨ ਕਹੇ, ਬਾਦਸ਼ਾਹ ਤੁਹਾਡੇ ਕੋਲ ਤਾਕਤ ਹੈ, ਤੁਹਾਡੇ ਤੇ ਖੁਦਾ ਮਿਹਰਬਾਨ ਹੋਇਆ ਹੈ ਤੇ ਤੁਹਾਨੂੰ ਤਾਂ ਚਾਹੀਦਾ ਧਰਮ ਵਧਾਉਣਾ। ਜੇ ਤੁਸੀਂ ਧਰਮ ਨੂੰ ਵਧਾਓਗੇ ਤੇ ਤੁਸੀਂ ਬਹਿਸ਼ਤਾਂ ਨੂੰ ਜਾਓਗੇ। ਤੁਹਾਡੇ ਹੱਥ ਪਾਵਰ ਹੈ, ਤਾਕਤ ਹੈ, ਤੇ ਤੁਸੀਂ ਇਉਂ ਕਰੋ ਸਾਰੀ ਦੁਨੀਆ ਨੂੰ ਇੱਕ ਕਰ ਦਿਓ, ਇਸਲਾਮ ਵਿੱਚ ਲੈ ਆਓ ਤਾਂ ਕਿ ਸਾਰੇ ਝਗੜੇ ਖਤਮ ਹੋ ਜਾਣ। ਕਹਿੰਦੇ ਨੇ ਜ਼ੁਲਮੀ ਤਾਂ ਅੱਗੇ ਵੀ ਸੀ ਉਹ, ਪਰ ਆਪਣੇ ਘਰ ਵਿੱਚ ਸੀ, ਬਾਹਰ ਨਹੀਂ ਸੀ ਹੋਇਆ। ਜੇ ਘਰ ਪਰਿਵਾਰ ਵਿੱਚ ਤੇ ਉਹਨੇ ਬੜਾ ਜ਼ੁਲਮ ਕੀਤਾ। ਆਪਣੇ ਸਕੇ ਪਿਤਾ ਨੂੰ ਉਹਨੇ ਬੜੇ ਤਸੀਹੇ ਦਿੱਤੇ ਆ, ਭਰਾ ਮਾਰੇ ਆ, ਭੈਣ ਮਾਰੀ ਆ, ਧੀ ਮਾਰੀ ਆ। ਜ਼ੁਲਮੀ ਤੇ ਉਹਦੇ ਵਰਗਾ ਕੋਈ ਹੋ ਹੀ ਨਹੀਂ ਸਕਦਾ, ਪਰ ਘਰ ਘਰ ਸੀ ਅਜੇ। ਕਾਜ਼ੀਆਂ ਮੁੱਲਾਂ ਦੇ ਪ੍ਰੇਰਨ ਤੇ ਉਹ ਗੁਰੂ ਪਿਆਰ ਵਾਲਿਓ ਤਿਆਰ ਹੋਇਆ ਤੇ ਹਿੰਦੁਸਤਾਨ ਦੇ 22 ਸੂਬੇ ਸਨ ਉਦੋਂ, ਤੇ 22 ਸੂਬਿਆਂ ਦੇ ਵਿੱਚ ਹੀ ਉਹਨੇ ਹੁਕਮ ਕਰ ਦਿੱਤਾ ਹੈ ਕਿ ਜਿੰਨੇ ਵੀ ਹਿੰਦੂ ਨੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਜੇ ਕੋਈ ਪਿਆਰ ਨਾਲ ਬਣਦਾ ਤੇ ਉਹਨੂੰ ਸਤਿਕਾਰ ਦਿੱਤਾ ਜਾਵੇ, ਖਰਚਾ ਦਿੱਤਾ ਜਾਵੇ, ਨੌਕਰੀਆਂ ਦਿੱਤੀਆਂ ਜਾਣ। ਤੇ ਜਿਹੜਾ ਨਹੀਂ ਬਣਦਾ ਸਤਿਕਾਰ ਨਾਲ, ਪਿਆਰ ਨਾਲ, ਉਹਨੂੰ ਲਾਲਚ ਦੇ ਕੇ ਬਣਾਓ, ਤੇ ਜਿਹੜਾ ਬਣਦਾ ਹੀ ਨਹੀਂ ਉਹਨੂੰ ਮਾਰ ਦਿੱਤਾ ਜਾਵੇ। ਇਹ ਜ਼ੁਲਮ ਸ਼ੁਰੂ ਹੋਇਆ। ਜ਼ੁਲਮ ਤਾਂ ਥਾਂ ਥਾਂ ਤੇ ਹੋਇਆ, ਪਰ ਕਸ਼ਮੀਰ ਦੀ ਧਰਤੀ ਤੇ ਸ਼ੇਰ ਅਫਗਾਨ ਖਾਂ ਸੂਬਾ ਸੀ, ਉਹ ਪਹਿਲਾਂ ਹੀ ਹਿੰਦੂਆਂ ਤੇ ਬੜਾ ਲੱਗਦਾ ਸੀ। ਦੂਜੀ ਗੱਲ, ਜਿਹੜਾ ਕਸ਼ਮੀਰ ਇਲਾਕਾ ਹੈ ਉੱਥੇ ਸਭ ਤੋਂ ਵੱਧ ਵਿਦਵਾਨ ਸਨ ਪੰਡਤ ਲੋਕ, ਤੇ ਵਿਦਵਾਨਾਂ ਨੇ ਹੀ ਧਰਮ ਵਧਾਉਣਾ ਹੁੰਦਾ ਤੇ ਵਿਦਵਾਨ ਹੀ ਧਰਮਾਂ ਦਾ ਖਾਤਮਾ ਕਰਦੇ। ਦੋਵੇਂ ਗੱਲਾਂ ਵਿਦਵਾਨਾਂ ਦੇ ਸਿਰ ਤੇ ਹੁੰਦੀਆਂ। ਜੇ ਵਿਦਵਾਨ ਸਹੀ ਹੋਵੇ ਤੇ ਧਰਮ ਵੱਧਦਾ ਹੈ, ਜੇ ਵਿਦਵਾਨ ਤਾਂ ਗਲਤ ਪਾਸੇ ਚਲੇ ਜਾਵੇ ਤੇ ਵਧਿਆ ਹੋਇਆ ਧਰਮ ਵੀ ਖੱਡ 'ਚ ਡਿੱਗ ਪੈਂਦਾ। ਉਸ ਨੇ ਕਸ਼ਮੀਰ ਦੇ ਸੂਬੇ ਨੇ ਜ਼ਿਆਦਾ ਹੀ ਅੱਤ ਚੁੱਕ ਦਿੱਤੀ, ਬੜੇ ਕਤਲੇਆਮ ਕੀਤੇ। ਤੇ ਗੁਰੂ ਪਿਆਰ ਵਾਲਿਓ ਕਹਿੰਦੇ ਨੇ ਇੱਕ ਦਿਨ ਤਾਂ ਐਸਾ ਹੋਇਆ ਕਿ ਜਦੋਂ ਹਿੰਦੂਆਂ ਦਾ ਕਤਲ ਕੀਤਾ, ਜਿੱਥੋਂ ਇਹ ਕਹਾਵਤ ਚੱਲੀ ਨਾ ਵੀ ਔਰੰਗਜ਼ੇਬ 1.25 ਮਣ ਜਨੇਊ ਲਾਹ ਕਰਕੇ ਫਿਰ ਹੀ ਰੋਟੀ ਖਾਂਦਾ ਸੀ। ਕਹਿੰਦੇ ਇੱਕ ਦਿਨ ਜਦੋਂ ਹਿੰਦੂਆਂ ਦੇ ਕਤਲ ਹੋਏ, ਜਨੇਊ, ਇੱਕ ਜਨੇਊ ਜਿਹੜਾ ਹੁੰਦਾ ਹੈ ਅੱਧੇ ਕੁ ਤੋਲੇ ਦਾ ਹੁੰਦਾ ਹੈ, ਤੇ ਗੁਰੂ ਪਿਆਰ ਵਾਲਿਓ ਜਦੋਂ ਉਹ ਜਨੇਊ ਲਾਏ ਤੇ ਉਹ ਤੋਲੇ ਤੇ 1.25 ਮਣ ਹੋਏ। ਕਿੰਨੇ ਮਾਰੇ ਹੋਣਗੇ?
ਉੱਥੋਂ ਇੱਕ ਕਹਾਵਤ ਬਣ ਗਈ ਵੀ ਉਹ ਰੋਜ਼ ਇੰਨਿਆਂ ਨੂੰ ਮਾਰ ਕੇ ਫਿਰ ਹੀ ਰੋਟੀ ਖਾਂਦਾ ਸੀ। ਉਹ ਇੰਨੇ ਨਹੀਂ ਸੀ ਮਾਰਦਾ, ਪਤਾ ਨਹੀਂ ਕਿੰਨੇ ਕੁ ਮਾਰੀ ਜਾਂਦਾ ਸੀ ਉਹ ਤਾਂ। ਇਹ ਤਾਂ ਕਹਾਵਤ ਬਣ ਗਈ। ਸੋ ਗੁਰੂ ਪਿਆਰ ਵਾਲਿਓ, ਉਸ ਵੇਲੇ ਜਦੋਂ ਦੁਖੀ ਹੋਏ ਬ੍ਰਾਹਮਣ ਪੰਡਤ ਲੋਕ ਇੱਕ ਦਿਨ ਇਕੱਠੇ ਹੋ ਕਰਕੇ ਸ਼ੇਰ ਖਾਂ ਦੇ ਕੋਲ ਗਏ, ਸੂਬੇ ਕੋਲ ਕਸ਼ਮੀਰ ਦੇ, ਜਾ ਕੇ ਕਹਿਣ ਲੱਗੇ ਵੀ ਸਾਨੂੰ 6 ਮਹੀਨਿਆਂ ਦੀ ਮੋਹਲਤ ਦੇ ਦਿਓ, ਜੇ 6 ਮਹੀਨਿਆਂ ਵਿੱਚ ਅਸੀਂ ਨਾ ਕੁਝ ਕਰ ਸਕੇ ਤੇ ਆਪੇ ਮੁਸਲਮਾਨ ਬਣ ਜਾਵਾਂਗੇ। ਸੂਬਾ ਕਹਿਣ ਲੱਗਾ ਕੀ ਕਰੋਗੇ? ਕਹਿਣ ਲੱਗੇ ਆਪਣੇ ਦੇਵਤਿਆਂ ਦੀ ਆਰਾਧਨਾ ਕਰਾਂਗੇ, ਹੋਰ ਕੀ ਕਰਨਾ, ਸਾਡੀ ਕੋਈ ਤਾਂ ਬਾਂਹ ਫੜੇਗਾ। ਉਹ ਮਜ਼ਾਕ ਦੇ ਵਿੱਚ ਹੱਸਿਆ, ਕਹਿਣ ਲੱਗਾ ਜਿਹੜੇ ਦੇਵਤੇ ਆਪਣੇ ਆਪ ਨੂੰ ਨਹੀਂ ਬਚਾ ਸਕੇ, ਜਿਨ੍ਹਾਂ ਦੇ ਮੰਦਰ ਢਾਹ ਢਾਹ ਕੇ ਮਸੀਤਾਂ ਬਣਾ ਦਿੱਤੀਆਂ ਨੇ, ਉਹ ਤੁਹਾਡਾ ਕੀ ਕਰਨਗੇ, ਤੁਹਾਨੂੰ ਕਿਵੇਂ ਬਚਾਉਣਗੇ? ਫਿਰ ਕਹਿੰਦਾ ਚਲੋ ਤੁਹਾਨੂੰ 6 ਮਹੀਨੇ ਦਿੱਤੇ, ਆਪਣੇ ਝੂਠ ਦੇ ਪੁਲਾਓ ਪਕਾ ਲਓ, ਕੋਈ ਗੱਲ ਨਹੀਂ। ਹੁਣ ਉਹਨਾਂ ਨੇ ਆਰਾਧਨਾ ਕੀਤੀ ਅਮਰਨਾਥ ਮੰਦਰ ਦੇ ਵਿੱਚ ਜਾ ਕਰਕੇ, ਕਈ ਦਿਨ ਆਰਾਧਨਾ ਕਰਦੇ ਰਹੇ, ਨਾ ਕਿਸੇ ਦੇਵੀ ਦੇਵਤੇ ਨੇ ਬਾਂਹ ਫੜੀ। ਕਹਿੰਦੇ ਨੇ ਫਿਰ ਆਕਾਸ਼ ਬਾਣੀ ਹੋਈ। ਵਿਦਵਾਨਾਂ ਦੇ ਵੱਖਰੇ ਵੱਖਰੇ ਰੂਪ, ਕੋਈ ਕਹਿੰਦਾ ਪੱਤਰਿਕਾ ਮਿਲੀ ਤੇ ਕੋਈ ਕਹਿੰਦਾ ਆਕਾਸ਼ ਬਾਣੀ ਹੋਈ। ਚਲੋ ਆਪਾਂ ਇੱਕ ਚੀਜ਼ ਲੈ ਲਈਏ ਵੀ ਆਕਾਸ਼ ਬਾਣੀ ਹੋਈ ਵੀ ਜੇ ਤੁਹਾਡੀ ਕੋਈ ਬਾਂਹ ਫੜ ਸਕਦਾ ਹੈ ਤੇ ਉਹ ਇੱਕੋ ਹੀ ਆ, ਧੰਨ ਗੁਰੂ ਨਾਨਕ ਸਾਹਿਬ ਜੀ, ਜੋਤ ਦਾ ਵਾਰਸ ਗੁਰੂ ਤੇਗ ਬਹਾਦਰ ਸਾਹਿਬ, ਜੋ ਆਨੰਦਪੁਰ ਸਾਹਿਬ ਪੰਜਾਬ ਦੀ ਧਰਤੀ ਤੇ ਵਸਦਾ ਹੈ। ਉਹਦੇ ਤੋਂ ਬਿਨਾਂ ਤੁਹਾਡੇ ਧਰਮ ਨੂੰ ਕੋਈ ਨਹੀਂ ਬਚਾ ਸਕਦਾ, ਤੁਹਾਡੀ ਬਾਂਹ ਕੋਈ ਨਹੀਂ ਫੜ ਸਕਦਾ। ਉੱਥੇ ਚਲੇ ਜਾਓ ਤੇ ਬਚ ਜਾਓਗੇ। ਇੱਥੋਂ ਇੱਕ ਗੱਲ ਇਹ ਵੀ ਸਿੱਧ ਹੋ ਗਈ ਵੀ ਗੁਰੂ ਨਾਨਕ ਦਾ ਘਰ ਸਾਰਿਆਂ ਤੋਂ ਵੱਡਾ ਹੈ। ਇਹ ਤਾਂ ਗੱਲ ਸਿੱਧ ਹੋ ਗਈ, ਕਲੀਅਰ ਹੋ ਗਈ ਨਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇੱਥੋਂ ਸਿੱਧ ਹੋ ਗਿਆ ਵੀ ਕਿਸੇ ਨੇ ਬਾਂਹ ਨਾ ਫੜੀ ਤੇ ਗੁਰੂ ਨਾਨਕ ਦੇ ਘਰ ਆਉਣਾ ਪਿਆ। ਪੰਡਤ ਆਏ, ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੈ। ਚਰਨਾਂ 'ਚ ਆ ਕਰਕੇ ਮੱਥਾ ਟੇਕਿਆ ਤੇ ਰੋਣ ਲੱਗ ਪਏ ਨੇ ਉੱਚੀ ਉੱਚੀ, ਤਾਹਾਂ ਮਾਰਨ ਲੱਗੇ, ਸੱਚੇ ਪਾਤਸ਼ਾਹ ਬਚਾਓ, ਸਾਡਾ ਧਰਮ ਖਤਰੇ ਵਿੱਚ ਹੈ, ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ। ਵਿਦਵਾਨ ਇੱਥੇ ਇੱਕ ਬੜੀ ਸੁੰਦਰ ਗਾਥਾ ਲਿਖਦੇ ਨੇ, ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਦੋਂ ਉਮਰ ਪੌਣੇ 9 ਸਾਲ ਦੀ ਸੀ ਅਜੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੇਨਤੀ ਸੁਣ ਕੇ ਨਾ ਪੰਡਤਾਂ ਦੀ ਤੇ ਚੁੱਪ ਬੈਠੇ ਹੋਏ ਸੀ, ਮੌਜ ਵਿੱਚ ਬੈਠੇ ਸੀ। ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਡਦੇ ਹੋਏ ਆਏ ਤੇ ਆ ਕਰਕੇ ਪਿਤਾ ਨੂੰ ਗਲ ਵਕੜੀ ਪਾ ਲਈ। ਫਿਰ ਕਹਿਣ ਲੱਗੇ, ਪਿਤਾ ਜੀ ਇਹ ਲੋਕ ਰੋ ਕਿਉਂ ਰਹੇ ਆ, ਦੁਖੀ ਕਿਉਂ ਹੈ? ਇੱਥੇ ਆ ਕੇ ਵੀ ਰੋ ਰਹੇ ਆ। ਇੱਥੇ ਤੇ ਜਿਹੜਾ ਦੁਖੀ ਆਉਂਦਾ ਉਹਦੇ ਤੇ ਕਿਰਪਾ ਹੋ ਜਾਂਦੀ ਹੈ, ਦੁੱਖ ਕੱਟੇ ਜਾਂਦੇ ਨੇ। ਤੁਸੀਂ ਵੀ ਉਦਾਸ ਬੈਠੇ ਹੋਏ ਹੋ, ਕੀ ਕਾਰਨ ਹੈ? ਮਹਾਰਾਜ ਕਹਿਣ ਲੱਗੇ, ਲਾਲ ਜੀ ਤੁਸੀਂ ਖੇਡੋ। ਆਖਿਆ ਨਹੀਂ ਮਹਾਰਾਜ, ਦੱਸੋ ਤਾਂ ਸਹੀ। ਆਖਿਆ ਲਾਲ ਜੀ ਇਹਨਾਂ ਦਾ ਧਰਮ ਖਤਰੇ ਵਿੱਚ, ਔਰੰਗਜ਼ੇਬ ਇਹਨਾਂ ਤੇ ਜ਼ੁਲਮ ਕਰ ਰਿਹਾ, ਜ਼ਬਰਦਸਤੀ ਇਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ, ਇਹਨਾਂ ਦੇ ਮੰਦਰ ਢਾਹ ਕਰਕੇ ਮਸੀਤਾਂ ਬਣਾਈਆਂ ਜਾ ਰਹੀਆਂ ਨੇ, ਮੂਰਤੀਆਂ ਤੋੜੀਆਂ ਜਾ ਰਹੀਆਂ ਨੇ, ਤੇ ਇਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਗਾ, ਇਹਨਾਂ ਦੇ ਧਰਮ ਨੂੰ ਬਚਾਉਣ ਵਾਲਾ ਕੋਈ ਨਹੀਂ ਗਾ। ਆਖਿਆ ਮਹਾਰਾਜ ਕਿਵੇਂ ਧਰਮ ਬਚੇਗਾ ਇਹਨਾਂ ਦਾ? ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਲਾਲ ਜੀ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਮਹਾਨ ਮਹਾਂਪੁਰਖ ਨੂੰ ਕੁਰਬਾਨੀ ਦੇਣੀ ਪਵੇਗੀ। ਕੁਰਬਾਨੀ ਦੇਣ ਤੋਂ ਬਿਨਾਂ ਧਰਮ ਨਹੀਂ ਬਚ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਹਾਰਾਜ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਤੁਸੀਂ ਕੁਰਬਾਨੀ ਦੇ ਕਰਕੇ ਇਹਨਾਂ ਦਾ ਧਰਮ ਬਚਾਓ। ਹੁਣ ਅੰਦਰੋਂ ਤਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਖੁਸ਼ ਨੇ ਕਿ ਜੋ ਅਸੀਂ ਚਾਹੁੰਦੇ ਸਾਂ ਉਹੀ ਬਚਨ ਸਾਡੇ ਲਾਲ ਨੇ ਕੀਤਾ, ਪਰ ਉਤੋਂ ਪਰਖਦੇ ਵੀ ਨੇ। ਕਹਿਣ ਲੱਗੇ, ਲਾਲ ਜੀ ਪਤਾ ਹੈ ਜਿਹੜਾ ਤੁਸੀਂ ਬਚਨ ਕਰਦੇ ਇਹਦਾ ਅਰਥ ਕੀ ਹੈ?
ਇਹਦਾ ਅਰਥ ਹੈ ਕਿ ਤੁਹਾਡੀ ਮਾਂ ਵਿਧਵਾ ਹੋ ਜਾਵੇਗੀ, ਤੁਹਾਡੇ ਤੋਂ ਪਿਤਾ ਦਾ ਸਾਇਆ ਉੱਠ ਜਾਵੇਗਾ। ਆਖਿਆ ਪਿਤਾ ਜੀ ਪਤਾ ਹੈ ਕਿ ਜੇ ਮੇਰੀ ਇੱਕ ਮਾਂ ਦੇ ਵਿਧਵਾ ਹੋਣ ਦੇ ਨਾਲ ਲੱਖਾਂ ਮਾਵਾਂ ਦੇ ਸੁਹਾਗ ਵੱਜਦੇ ਨੇ, ਜੇ ਮੇਰੇ ਇੱਕ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠਣ ਦੇ ਨਾਲ ਲੱਖਾਂ ਬੱਚਿਆਂ ਦੇ ਪਿਤਾ ਬਚਦੇ ਨੇ, ਤੇ ਮੈਨੂੰ ਇਹ ਮਨਜ਼ੂਰ ਹੈ ਕਿ ਤੁਸੀਂ ਕੁਰਬਾਨੀ ਦਿਓ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਘੁੱਟ ਕੇ ਕਲੇਜੇ ਨਾਲ ਲਾਇਆ ਹੈ। ਪੰਡਤ ਲੋਕ ਵੀ ਬੜੇ ਹੈਰਾਨ ਸਨ ਵੀ ਇੰਨੇ ਵੱਡੇ ਬਚਨ। ਪਾਤਸ਼ਾਹ ਨੇ ਬਚਨ ਕਰ ਦਿੱਤਾ ਪੰਡਤਾਂ ਨੂੰ ਵੀ ਜਾਓ, ਜਾ ਕਰਕੇ ਸੁਨੇਹਾ ਭੇਜ ਦਿਓ ਔਰੰਗਜ਼ੇਬ ਨੂੰ ਕਿ ਸਾਡਾ ਗੁਰੂ ਤੇਗ ਬਹਾਦਰ ਹੈ। ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਵੇ ਤੇ ਅਸੀਂ ਸਾਰੇ ਬਣ ਜਾਵਾਂਗੇ। ਪੰਡਤ ਖੁਸ਼ ਹੋ ਕਰਕੇ ਵਾਪਸ ਮੁੜੇ। ਖੁਸ਼ ਕਿਉਂ ਹੋਏ? ਕਿਉਂਕਿ ਉਹਨਾਂ ਨੂੰ ਗੁਰੂ ਤੇ ਭਰੋਸਾ ਸੀ। ਖੁਸ਼ੀ ਉਦੋਂ ਹੀ ਆਊਗੀ ਜਦੋਂ ਅਸੀਂ ਗੁਰੂ ਤੇ ਭਰੋਸਾ ਕਰਾਂਗੇ। ਸੁਨੇਹਾ ਭੇਜ ਦਿੱਤਾ ਔਰੰਗਜ਼ੇਬ ਨੂੰ। ਔਰੰਗਜ਼ੇਬ ਵੀ ਬੜਾ ਖੁਸ਼ ਹੋਇਆ ਵੀ ਇੱਕ ਬੰਦੇ ਨੂੰ ਕਿੱਡੀ ਕੁ ਵੱਡੀ ਗੱਲ ਮੁਸਲਮਾਨ ਬਣਾਓ। ਉਹ ਬੰਦਾ ਹੀ ਸਮਝਦੇ ਸਨ। ਹੁਣ ਤਾਂ ਸਾਡੇ ਵਿਦਵਾਨ ਵੀ ਗੁਰੂ ਨੂੰ ਇੱਕ ਆਮ ਇਨਸਾਨ ਹੀ ਕਹਿੰਦੇ ਆ। ਸੋ ਔਰੰਗਜ਼ੇਬ ਨੇ ਉਸ ਵੇਲੇ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਆਪਣੇ ਅਹਿਲਕਾਰ ਭੇਜੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਮੈਂ ਵਿਸਥਾਰ ਵੱਲ ਨਾ ਜਾਵਾਂ। ਸਤਿਗੁਰਾਂ ਨੂੰ ਮਿਲੇ, ਆ ਕਰਕੇ ਸਾਰੀ ਗੱਲ ਦੱਸੀ। ਪਾਤਸ਼ਾਹ ਕਹਿਣ ਲੱਗੇ ਤੁਸੀਂ ਚੱਲੋ, ਅਸੀਂ ਆਵਾਂਗੇ। ਸੋ ਸਤਿਗੁਰੂ ਪਾਤਸ਼ਾਹ ਜੀ ਨੇ 11 ਹਾੜ 1732 ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ 10 ਸਿੱਖਾਂ ਨੂੰ ਨਾਲ ਲੈ ਕੇ ਘੋੜ ਸਵਾਰ ਨਾਲ ਲੈ ਕੇ ਚਾਲੇ ਪਾ ਦਿੱਤੇ ਨੇ। ਪਿੰਡਾਂ ਦੇ ਵਿੱਚ ਵਿਚਰਦੇ ਜਾ ਰਹੇ ਨੇ ਪਾਤਸ਼ਾਹ ਜੀ, ਨਿਹਾਲ ਕਰਦੇ ਜਾ ਰਹੇ ਨੇ ਸੰਗਤਾਂ ਨੂੰ। ਜੇ ਉਹਨਾਂ ਪਿੰਡਾਂ ਦਾ ਕਿਤੇ ਇੱਕ ਪਿੰਡ ਦਾ ਵੇਰਵਾ ਆਪਾਂ ਪੜ੍ਹਨ ਲੱਗੀਏ ਤੇ ਕਈ ਸਾਲ ਲੱਗ ਜਾਣਗੇ, ਕਿਉਂਕਿ ਇੱਕ ਪਿੰਡ ਵਿੱਚ ਮਹਾਰਾਜ ਨੇ ਕੌਤਕ ਵਰਤਾਇਆ, ਰਹਿਮਤਾਂ ਵਰਤਾਈਆਂ। ਸੋ ਮੈਂ ਮੁੱਖ ਦੀ ਗੱਲ ਵੱਲ ਆਵਾਂ। ਸਤਿਗੁਰੂ ਪਾਤਸ਼ਾਹ ਚੱਲਦੇ ਗਏ, ਪਟਿਆਲੇ ਦੀ ਧਰਤੀ ਤੇ ਪਹੁੰਚੇ। ਉੱਥੇ ਵੀ ਰਹਿਮਤਾਂ ਵਰਤਾਈਆਂ। ਕਈ ਮਹੀਨੇ ਲੱਗ ਗਏ। ਉਧਰ ਹੁਣ ਬਾਦਸ਼ਾਹ ਵੀ ਘਬਰਾਇਆ ਹੋਇਆ ਹੈ ਵੀ ਸਤਿਗੁਰੂ ਤਾਂ ਆਏ ਨਹੀਂ, ਤੇ ਉਹਨਾਂ ਦੇ ਪ੍ਰਚਾਰ ਨੂੰ ਸੁਣ ਕਰਕੇ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਤਿਆਰ ਹੋ ਚੱਲੇ। ਕਿਤੇ ਐਸਾ ਨਾ ਹੋਵੇ ਹਕੂਮਤ ਦੇ ਹੀ ਭਾਰੂ ਪੈ ਜਾਣ ਲੋਕ। ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਇਨਾਮ ਰੱਖ ਦਿੱਤਾ ਕਿ ਜਿਹੜਾ ਸੂਹ ਦੇਵੇਗਾ ਉਹਨੂੰ 1000 ਰੁਪਈਆ ਦਿੱਤਾ ਜਾਵੇਗਾ। ਉਦੋਂ 1000 ਅੱਜ ਦੇ ਅਰਬਾਂ ਖਰਬਾਂ ਵਰਗਾ ਹੈ। ਧਿਆਨ ਦੇਣਾ। ਹੁਣ ਸਤਿਗੁਰੂ ਪਾਤਸ਼ਾਹ ਤੁਰੇ ਜਾ ਰਹੇ ਨੇ ਰਹਿਮਤਾਂ ਵਰਤਾਉਂਦਿਆਂ। ਜਾਣਾ ਤੇ ਮਹਾਰਾਜ ਨੇ ਸਿੱਧੇ ਦਿੱਲੀ ਸੀ, ਪਰ ਆਗਰੇ ਦੀ ਧਰਤੀ ਤੇ ਇੱਕ ਮੁਸਲਮਾਨ ਸੀ ਜਿਹਦਾ ਨਾਮ ਵਿਦਵਾਨਾਂ ਨੇ ਲਿਖਿਆ ਸੈਯਦ ਹਸਨ ਅਲੀ। ਬਜ਼ੁਰਗ ਸੀ ਤੇ ਇਹ ਸਤਿਗੁਰਾਂ ਨੂੰ ਚੇਤੇ ਕਰਦਾ ਪਿਆ। ਗਰੀਬ ਬੜਾ ਸੀ ਘਰੋਂ, ਵੀ ਮਹਾਰਾਜ ਨੇ ਜਾਣਾ ਤੇ ਹੈ ਹੀ ਹੈ। ਜੇ ਕਿਤੇ ਮਹਾਰਾਜ ਮੇਰੇ ਰਾਹੀਂ ਚਲੇ ਜਾਣ ਤੇ 1000 ਰੁਪਈਆ ਇਨਾਮ ਮੈਨੂੰ ਮਿਲ ਜਾਊਗਾ। ਹੁਣ ਸਤਿਗੁਰੂ ਪਾਤਸ਼ਾਹ ਚਲਦਿਆਂ ਆਗਰੇ ਦੀ ਧਰਤੀ ਤੇ ਪਹੁੰਚੇ ਤੇ ਆਗਰੇ ਦੀ ਧਰਤੀ ਤੇ ਬਾਹਰ ਸਤਿਗੁਰਾਂ ਨੇ ਆਸਣ ਲਾਇਆ ਜੰਗਲ ਦੇ ਵਿੱਚ ਹੀ। ਉੱਥੇ ਉਸ ਬਜ਼ੁਰਗ ਦਾ ਪੋਤਰਾ ਭੇਡਾਂ ਚਾਰਦਾ ਪਿਆ ਸੀ। ਮਹਾਰਾਜ ਨੇ ਉਸ ਨੂੰ ਕੋਲ ਬੁਲਾਇਆ। ਕਹਿਣ ਲੱਗੇ ਜਾ ਪੁੱਤਰ, ਆ ਮਠਿਆਈ ਲੈ ਕੇ ਆ। ਇੱਕ ਅੰਗੂਠੀ ਦਿੱਤੀ ਜਿਹਦੇ ਵਿੱਚ ਹੀਰਾ ਜੜਿਆ ਹੋਇਆ ਸੀ। ਉਹ ਤਾਂ ਅੰਗੂਠੀ ਤਾਂ ਦਿੱਤੀ ਵੀ ਪਤਾ ਲੱਗੇ ਵੀ ਇਹ ਕਿਸੇ ਬਾਦਸ਼ਾਹ ਦੀ ਹੁੰਦੀ ਹੈ, ਵੀ ਆ ਵੀ ਮਹਾਰਾਜ ਸੂਹ ਦੇ ਰਹੇ ਸਨ, ਦੱਸ ਰਹੇ ਸਨ ਵੀ ਸਾਨੂੰ ਆ ਜਾਓ, ਲੈ ਜਾਓ।
महाराज कोई चोर थोड़ा सा भी ਜਿਹੜੇ ਭੱਜਦੇ ਸੀ ਲੁਕਦੇ ਸੀ, ਲੁਕਦੇ ਤਾਂ ਚੋਰ ਹੁੰਦੇ। ਸੋ ਉਸ ਵੇਲੇ ਮਠਿਆਈ ਪਾਉਣ ਵਾਸਤੇ ਇੱਕ ਸੋਹਣਾ ਦੁਸ਼ਾਲਾ ਦਿੱਤਾ ਹੈ। ਆਖਿਆ ਮਹਾਰਾਜ ਮੈਂ ਭੇਡਾਂ ਚਾਰਦਾ, ਮੇਰੀਆਂ ਭੇਡਾਂ। ਮਹਾਰਾਜ ਕਹਿੰਦੇ ਸਾਡੇ ਸਿੱਖ ਸਾਂਭ ਲੈਣਗੇ, ਤੁਸੀਂ ਜਾਓ। ਉਹ ਚੱਲ ਕਰਕੇ ਗਿਆ। ਅੱਗੇ ਉਹਦਾ ਦਾਦਾ ਮਿਲਿਆ, ਦਾਦੇ ਨੂੰ ਸਾਰੀ ਗੱਲ ਦੱਸੀ, ਵਿਖਾਇਆ। ਦਾਦਾ ਛੇਤੀ ਨਾਲ ਠਾਣੇ ਚਲਾ ਗਿਆ। ਇਹ ਬੱਚਾ ਹਲਵਾਈ ਕੋਲੇ ਗਿਆ, ਜਾ ਕਰਕੇ ਕਹਿਣ ਲੱਗਾ ਮੈਨੂੰ ਮਠਿਆਈ ਚਾਹੀਦੀ ਹੈ। ਦੁਸ਼ਾਲਾ ਦਿੱਤਾ, ਅੰਗੂਠੀ ਦਿੱਤੀ, ਤੇ ਹਲਵਾਈ ਨੇ ਵੀ ਪੁਲਿਸ ਨੂੰ ਫੜਾ ਦਿੱਤਾ ਵੀ ਇਹ ਚੋਰ ਲੱਗਦਾ, ਵੀ ਇਹੋ ਜਿਹੀਆਂ ਕੀਮਤੀ ਚੀਜ਼ਾਂ ਇਹਦੇ ਕੋਲ ਕਿੱਥੋਂ ਆ ਗਈਆਂ। ਫਿਰ ਦੱਸਿਆ ਜਾ ਕਰਕੇ ਮੈਨੂੰ ਤਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭੇਜਿਆ। ਉਸੇ ਵੇਲੇ ਹੀ ਉੱਥੋਂ ਦਾ ਦਰੋਗਾ ਜਿਹੜਾ ਸੀ 400 ਦੇ ਕਰੀਬ ਫੌਜ ਲੈ ਕਰਕੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਆਇਆ। ਸੈਯਦ ਹਸਨ ਅਲੀ ਸਤਿਗੁਰਾਂ ਦੇ ਕੋਲ ਜਦੋਂ ਚੱਲ ਕਰਕੇ ਆਇਆ, ਜਦੋਂ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਆਨੰਦ ਆ ਗਿਆ, ਚਰਨਾਂ ਤੇ ਮੱਥਾ ਰੱਖਿਆ ਤੇ ਮੁੜ ਕੇ ਮਾਫੀਆਂ ਮੰਗਣ ਲੱਗਾ। ਸੱਚੇ ਪਾਤਸ਼ਾਹ ਚਲੇ ਜਾਓ ਤੁਸੀਂ ਇੱਥੋਂ, ਜੇ ਮੈਨੂੰ ਪਹਿਲਾਂ ਤੁਹਾਡੇ ਦਰਸ਼ਨ ਹੋ ਜਾਂਦੇ ਤੇ ਮੈਂ ਨਿਕੰਮਾ ਕਦੇ ਵੀ 1000 ਰੁਪਏ ਬਦਲੇ ਤੁਹਾਨੂੰ ਗ੍ਰਿਫਤਾਰ ਨਾ ਕਰਾਉਂਦਾ। ਮਹਾਰਾਜ ਕਹਿੰਦੇ ਇਹ ਤੂੰ ਥੋੜ੍ਹਾ ਕਰਾ ਰਿਹਾ ਤੇ ਸਾਡੀ ਮੌਜ, ਅਸੀਂ ਆਪ ਹੀ ਆਏ ਹਾਂ। ਤੂੰ ਮਨ ਵਿੱਚ ਦੁਖੀ ਨਾ ਹੋ, ਜੇ ਤੂੰ ਨਾ ਵੀ ਦੱਸ ਦੋ ਤੇ ਇਹ ਤਾਂ ਅਸੀਂ ਆਪ ਹੀ ਗ੍ਰਿਫਤਾਰੀ ਦੇਣੀ ਹੈ, ਤੇ ਅਸੀਂ ਆਪ ਹੀ ਉਸੇ ਕਾਰਜ ਵਾਸਤੇ ਚੱਲ ਕਰਕੇ ਆਏ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਾਲ ਲੈ ਲਿਆ। 400 ਫੌਜ ਜਿਹਨੇ ਘੇਰਾ ਪਾਇਆ। ਨਾਲ ਸਤਿਗੁਰਾਂ ਦੇ ਸਿੱਖ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਊਦਾ ਜੀ, ਇਸੇ ਤਰ੍ਹਾਂ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ, ਹੋਰ ਗੁਰਸਿੱਖ ਵੀ ਨਾਲ ਨੇ। 10 ਕੁ ਦਾ ਜ਼ਿਕਰ ਆਉਂਦਾ, ਕੁਝ ਵਾਪਸ ਮੋੜ ਦਿੱਤੇ ਸਨ ਮਹਾਰਾਜ ਨੇ। ਸੋ ਮਹਾਰਾਜ ਚੱਲੇ ਨਾਲ ਫੌਜ ਦੇ, ਆਗਰੇ ਤੋਂ ਚੱਲੇ ਨੇ। ਉੱਧਰੋਂ ਦਿੱਲੀ ਵੀ ਸੁਨੇਹਾ ਭੇਜ ਦਿੱਤਾ ਹੈ। ਉੱਧਰੋਂ ਔਰੰਗਜ਼ੇਬ ਨੇ ਇੱਕ ਸੂਬੇਦਾਰ ਭੇਜਿਆ ਹੈ 12,000 ਫੌਜ ਦੇ ਕੇ। ਉਹਨੂੰ ਡਰ ਸੀ ਵੀ ਇਹਨਾਂ ਦੇ ਪਿਤਾ ਜੀ ਨੇ 52 ਰਾਜੇ ਰਿਹਾ ਕਰਾਏ ਨੇ, ਕਿਤੇ ਉਹਨਾਂ ਰਾਜਿਆਂ ਨੇ ਐਸਾ ਨਾ ਕਰਨ ਵੀ ਸਾਡੇ ਤੇ ਪਰ ਉਪਕਾਰ ਕੀਤਾ ਹੈ ਤੇ ਉਹ ਇਹਨਾਂ ਨੂੰ ਛਡਾ ਲੈਣ। ਸੋ ਜਿਹੜਾ ਦਰੋਗਾ ਸੀ ਨਾ ਆਗਰੇ ਦਾ, ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਤੂੰ ਸਾਨੂੰ ਗ੍ਰਿਫਤਾਰ ਕੀਤਾ? ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ ਸਾਨੂੰ ਕੌਣ ਗ੍ਰਿਫਤਾਰ ਕਰਨ ਵਾਲਾ, ਅਸੀਂ ਤੇ ਆਪਣੀ ਮੌਜ ਨਾਲ ਆਏ ਹਾਂ। ਕਹਿੰਦੇ ਨੇ ਉਸ ਵੇਲੇ ਸਤਿਗੁਰੂ ਜੀ ਉੱਥੇ ਆਲੋਪ ਹੋ ਗਏ ਨੇ। ਜਦੋਂ ਆਲੋਪ ਹੋ ਗਏ ਨੇ, ਉਹ ਦਰੋਗਾ ਬੜਾ ਘਬਰਾਇਆ ਹੈ। ਉਹ ਕਹਿੰਦਾ ਮਹਾਰਾਜ ਕਿਰਪਾ ਕਰੋ, ਮੇਰੇ ਤਾਂ ਬੱਚੇ ਮਾਰ ਦਿੱਤੇ ਜਾਣਗੇ। ਮੈਂ ਤਾਂ ਖਬਰ ਭੇਜ ਦਿੱਤੀ, ਉਹਨਾਂ ਨੇ ਕਹਿਣਾ ਵੀ ਕਿੱਥੇ ਭੇਜਿਆ ਤੂੰ ਸਤਿਗੁਰਾਂ ਨੂੰ। ਉਹਨੂੰ ਸੈਯਦ ਹਸਨ ਅਲੀ ਨੂੰ ਪੁੱਛਣ ਲੱਗਾ ਹੈ ਵੀ ਸਤਿਗੁਰਾਂ ਨੂੰ ਕੀ ਕਹਾਂ, ਹੁਣ ਮੈਂ ਕਿੱਧਰ ਗਏ ਮਹਾਰਾਜ, ਮੇਰਾ ਤੇ ਪਰਿਵਾਰ ਪੀੜ ਦਿੱਤਾ ਜਾਵੇਗਾ। ਸੈਯਦ ਹਸਨ ਅਲੀ ਕਹਿਣ ਲੱਗਾ ਤੂੰ ਨਿਮਾਣਾ ਹੋ ਕੇ ਅਰਦਾਸ ਕਰ, ਜੇ ਮੇਰੇ ਵਾਸਤੇ ਮਹਾਰਾਜ ਇੱਥੇ ਆ ਸਕਦੇ ਤੇ ਤੇਰੇ ਵਾਸਤੇ ਕਿਉਂ ਨਾ ਆਉਣਗੇ। ਸੋ ਜਦੋਂ ਅਰਦਾਸ ਕੀਤੀ, ਕੀ ਵੇਖਿਆ ਕਿ ਨਦੀ ਵਿੱਚੋਂ ਇਸ਼ਨਾਨ ਕਰਕੇ ਸਤਿਗੁਰੂ ਜੀ ਬਾਹਰ ਨਿਕਲਦੇ ਪਏ ਨੇ। ਸੋ ਉਸ ਵੇਲੇ 12,000 ਫੌਜ ਵੀ ਪਹੁੰਚ ਗਈ। ਸਤਿਗੁਰਾਂ ਨੂੰ ਦਿੱਲੀ ਲਿਜਾਇਆ ਗਿਆ। ਦਿੱਲੀ ਦੀ ਧਰਤੀ ਤੇ ਸਤਿਗੁਰਾਂ ਨੂੰ ਇੱਕ ਪਿੰਜਰੇ ਦੇ ਵਿੱਚ ਵੀ ਕੈਦ ਕੀਤਾ। ਬਾਅਦ ਵਿੱਚ ਪਹਿਲਾਂ ਸਤਿਕਾਰ ਦਿੱਤਾ ਹੈ ਸਤਿਗੁਰਾਂ, ਤੇ ਉਹ ਸਤਿਕਾਰ ਕੋਈ ਇਹ ਨਹੀਂ ਸੀ ਵੀ ਸਤਿਗੁਰਾਂ ਕਰਕੇ ਸਤਿਕਾਰ ਦਿੱਤਾ। ਉਹ ਸਤਿਕਾਰ ਤਾਂ ਦਿੱਤਾ ਸੀ ਵੀ ਇਹ ਸਤਿਕਾਰ ਦੇਣ ਨਾਲ ਆਪਣਾ ਧਰਮ ਛੱਡ ਦੇਣਗੇ। ਸੋ ਸਤਿਗੁਰੂ ਪਾਤਸ਼ਾਹ ਜੀ ਨੂੰ ਪਹਿਲਾਂ ਸਤਿਕਾਰ ਦਿੱਤਾ ਹੈ। ਜਦੋਂ ਔਰੰਗਜ਼ੇਬ ਦੀ ਸਭਾ ਵਿੱਚ ਗਏ ਨੇ ਮਹਾਰਾਜ, ਤੇ ਉੱਚਾ ਆਸਣ ਲਵਾਇਆ ਤੇ ਆਖਿਆ ਮਹਾਰਾਜ ਬੈਠੋ। ਤੇ ਕਹਿਣ ਲੱਗਾ ਮਹਾਰਾਜ ਇਸ ਆਸਣ ਤੇ ਸਿਰਫ ਮੇਰਾ ਗੁਰੂ ਬੈਠਦਾ, ਹੋਰ ਨਹੀਂ ਕੋਈ ਬਹਿ ਸਕਦਾ, ਤੇ ਜਾਂ ਮੈਂ ਤੁਹਾਨੂੰ ਬਿਠਾਉਣ ਲੱਗਾ। ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਉੱਚੀ ਥਾਂ ਤੇ ਬਹਿਣ ਨਾਲ ਕੋਈ ਉੱਚਾ ਨਹੀਂ ਹੋ ਜਾਂਦਾ।
ਉੱਚੀ ਥਾਂ ਤੇ ਕਿਸੇ ਨੂੰ ਬਿਠਾ ਦਈਏ ਤੇ ਉਹ ਉੱਚਾ ਨਹੀਂ ਹੋ ਜਾਂਦਾ, ਉੱਚੇ ਜੀਵਨ ਕਰਕੇ ਹੋਈਦਾ। ਸਾਨੂੰ ਇਹਦੇ ਵਿੱਚ ਕੋਈ ਨਹੀਂ, ਭਾਵੇਂ ਤੂੰ ਸਾਨੂੰ ਥੱਲੇ ਵੀ ਬਿਠਾ ਦੇਵੇਂਗਾ ਸਾਡਾ ਕੁਝ ਨਹੀਂ ਘਟਣਾ, ਉੱਚੇ ਥਾਂ ਬਿਠਾਵੇਂਗਾ ਤੇ ਸਾਨੂੰ ਉੱਚੇ ਨਹੀਂ, ਅਸੀਂ ਉੱਚੇ ਨਹੀਂ ਹੋ ਜਾਣਾ। ਕਹਿਣ ਲੱਗਾ ਮਹਾਰਾਜ, ਤੁਸੀਂ ਜਿਨ੍ਹਾਂ ਵਾਸਤੇ ਚੱਲ ਕੇ ਆਏ ਜੇ ਇਹਨਾਂ ਨੇ ਤੁਹਾਡੇ ਨਹੀਂ ਬਣਨਾ। ਮਹਾਰਾਜ ਕਹਿੰਦੇ ਔਰੰਗਜ਼ੇਬ ਤੈਨੂੰ ਭੁਲੇਖਾ ਹੈ, ਉਹ ਸਾਨੂੰ ਪਤਾ ਹੈ, ਅਸੀਂ ਇਹਨਾਂ ਤੇ ਕੋਈ ਆਸ ਲੈ ਕੇ ਨਹੀਂ ਆਏ, ਸਾਨੂੰ ਨਾ ਕਿਸੇ ਦਾ ਆਸਰਾ ਹੀ ਆ, ਅਸੀਂ ਤਾਂ ਖੁਦ ਪਰਮੇਸ਼ਰ ਹਾਂ, ਪਰਮੇਸ਼ਰ ਦਾ ਸਰੂਪ ਹਾਂ, ਪਰਮੇਸ਼ਰ ਦਾ ਹੀ ਆਸਰਾ, ਸਾਨੂੰ ਕਿਸੇ ਬੰਦੇ ਦਾ ਹੈ ਹੀ ਨਹੀਂ। ਤੇ ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਅਸੀਂ ਇਹਨਾਂ ਕਰਕੇ ਨਹੀਂ ਆਏ, ਅਸੀਂ ਜ਼ੁਲਮ ਦੇ ਖਿਲਾਫ ਆਏ। ਜੇ ਕੋਈ ਹਿੰਦੂ ਰਾਜਾ ਹੁੰਦਾ ਨਾ ਤੇ ਉਹ ਜ਼ੁਲਮ ਕਰਦਾ ਹੁੰਦਾ ਤੇ ਮੁਸਲਮਾਨ ਤੰਗ ਹੁੰਦੇ, ਮੁਸਲਮਾਨ ਸਾਡੇ ਚਰਨਾਂ 'ਚ ਆਉਂਦੇ ਤੇ ਅਸੀਂ ਉਹਨਾਂ ਵਾਸਤੇ ਵੀ ਆਉਣਾ ਸੀ, ਅਸੀਂ ਜ਼ੁਲਮ ਦੇ ਖਿਲਾਫ ਆਏ। ਆਖਿਆ ਮਹਾਰਾਜ ਤੁਹਾਡੇ ਵੱਡੇ ਵਡੇਰੇ ਹੋਏ ਗੁਰੂ ਨਾਨਕ ਸਾਹਿਬ, ਉਹਨਾਂ ਨੇ ਤਾਂ ਜਨੇਊ ਪਾਇਆ ਨਹੀਂ ਤੇ ਤੁਸੀਂ ਜਨੇਊ ਦੀ ਰਾਖੀ ਵਾਸਤੇ ਆ ਗਏ। ਪਾਤਸ਼ਾਹ ਕਹਿਣ ਲੱਗੇ ਜਨੇਊ ਸਾਡਾ ਧਰਮ ਨਹੀਂਗਾ। ਗੁਰੂ ਨਾਨਕ ਸਾਹਿਬ ਨੇ ਜਨੇਊ ਤਾਂ ਨਹੀਂ ਪਾਇਆ ਕਿਉਂਕਿ ਧੱਕੇ ਨਾਲ ਪਾਉਂਦੇ ਸਨ, ਉਦੋਂ ਵੀ ਧੱਕਾ ਕਰਦੇ ਸਨ, ਤੇ ਅਸੀਂ ਧੱਕੇ ਦੇ ਵਿਰੁੱਧ ਉਦੋਂ ਵੀ ਸਾਂ ਵੀ ਨਾ ਧੱਕੇ ਨਾਲ ਪਾਉਣ ਦੇਣਾ ਹੈ ਤੇ ਨਾ ਧੱਕੇ ਨਾਲ ਲਾਉਣ ਦੇਣਾ ਹੈ। ਪਾਤਸ਼ਾਹ ਕਹਿਣ ਲੱਗੇ ਗੱਲ ਤਾਂ ਧੱਕੇ ਦੀ ਹੈ, ਤੁਸੀਂ ਧੱਕਾ ਕਰ ਰਹੇ ਆ, ਧੱਕੇ ਨਾਲ ਜਨੇਊ ਲਾ ਰਹੇ ਆ, ਤੇ ਅਸੀਂ ਧੱਕੇ ਦੇ ਵਿਰੁੱਧ ਚੱਲ ਕਰਕੇ ਆਏ ਆ, ਨਾ ਅਸੀਂ ਜਨੇਊ ਪਾਉਣਾ ਹੈ, ਇਹ ਸਾਡਾ ਧਰਮ ਨਹੀਂਗਾ। ਪਰ ਜੇ ਕੋਈ ਸਾਡੀ ਸ਼ਰਨ ਵਿੱਚ ਆਇਆ ਤੇ ਉਹ ਉਹਨਾਂ ਦਾ ਨਿਸ਼ਾਨ ਹੈ, ਧਰਮ ਦਾ ਚਿੰਨ੍ਹ ਹੈ, ਅਸੀਂ ਉਹ ਵੀ ਧੱਕੇ ਨਾਲ ਲਾਉਣ ਨਹੀਂ ਦੇਣਾ। ਕਹਿਣ ਲੱਗਾ ਮਹਾਰਾਜ ਤੁਸੀਂ ਇਸਲਾਮ ਕਬੂਲ ਕਰ ਲਓ, ਆ ਜਾਓ, ਤੁਹਾਨੂੰ ਪੀਰਾਨ ਪੀਰ ਪਦਵੀ ਦੇ ਦਿੱਤੀ ਜਾਵੇਗੀ। ਪਾਤਸ਼ਾਹ ਕਹਿਣ ਲੱਗੇ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ, ਜਿਹੜੀ ਪਦਵੀ ਸਾਡੇ ਕੋਲ ਪਹਿਲਾਂ ਹੀ ਹੈ, ਵੀ ਗੁਰੂ ਨਾਨਕ ਹੈ ਹੀ ਪੀਰਾਂ ਦਾ ਪੀਰ, ਉਹਦੇ ਅੱਗੇ ਸਾਰੇ ਝੁਕਦੇ, ਉਹ ਤੂੰ ਸਾਨੂੰ ਕੀ ਦੇਵੇਂਗਾ? ਜਿਹੜੀ ਸਾਡੇ ਕੋਲ ਪਹਿਲਾਂ ਹੀ ਹੈਗੀ ਹੈ, ਤੇਰੇ ਕੋਲੋਂ ਕੀ ਲੈਣੀ ਅਸੀਂ? ਫਿਰ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਆਪਣੀ ਲੜਕੀ ਦਾ ਡੋਲਾ ਦੇ ਦੇਵਾਂਗਾ। ਇੱਥੋਂ ਤੱਕ ਗਿਰ ਜਾਂਦੇ ਲੋਕ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਮੈਨੂੰ ਨਹੀਂ ਸੀ ਪਤਾ ਤੂੰ ਇੰਨਾ ਗਿਰ ਜਾਵੇਂਗਾ। ਪਾਤਸ਼ਾਹ ਕਹਿਣ ਲੱਗੇ ਸਾਡਾ ਜਿਹਦੇ ਨਾਲ ਆਨੰਦ ਕਾਰਜ ਹੋਇਆ ਹੈ, ਅਸੀਂ ਤਾਂ ਕਦੀ ਉਹਨੂੰ ਵੀ ਵਕਾਰੀ ਦ੍ਰਿਸ਼ਟੀ ਨਾਲ ਨਹੀਂ ਵੇਖਿਆ, ਤੂੰ ਆਪਣੀ ਧੀ ਦੀ ਗੱਲ ਕਰਦਾ। ਅਸੀਂ ਤੇ ਸਿੱਖਾਂ ਨੂੰ ਸਬਕ ਪੜ੍ਹਾਉਂਦੇ ਆ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਬੜੇ ਹੱਥ ਕੰਡੇ ਵਰਤੇ, ਸਮਾਂ ਨਹੀਂ ਕਿ ਮੈਂ ਵਿਸਥਾਰ ਵੱਲ ਜਾਵਾਂ। ਆਖੀਰ ਸਤਿਗੁਰਾਂ ਦੇ ਕੋਲ ਤਿੰਨ ਗੱਲਾਂ ਰੱਖੀਆਂ ਗਈਆਂ ਵੀ ਜਾਂ ਤਾਂ ਇਸਲਾਮ ਕਬੂਲ ਕਰ ਲਓ, ਜਾਂ ਕਰਾਮਾਤ ਦਿਖਾਓ, ਤੇ ਜਾਂ ਮਰਨ ਵਾਸਤੇ ਤਿਆਰ ਹੋ। ਪਾਤਸ਼ਾਹ ਨੇ ਆਖਿਆ ਔਰੰਗਜ਼ੇਬ ਕੀ ਜੇ ਅਸੀਂ ਇਸਲਾਮ ਕਬੂਲ ਕਰ ਲਈਏ ਤੇ ਮੌਤ ਨਹੀਂ ਆਵੇਗੀ? ਕਹਿਣ ਲੱਗੇ ਜੀ ਮੌਤ ਤਾਂ ਆਵੇਗੀ, ਦੁੱਖ ਸੁੱਖ ਨਹੀਂ ਆਉਣਗੇ, ਉਹ ਵੀ ਆਉਣਗੇ। ਮਾਰੇ ਕਹਿੰਦੇ ਜੇ ਤਾਂ ਇਹ ਸਭ ਕੁਝ ਹੋਣਾ ਹੈ ਤੇ ਫਿਰ ਸਾਨੂੰ ਇਸਲਾਮ ਕਬੂਲ ਕਰਨ ਦੀ ਲੋੜ, ਅਸੀਂ ਆਪਣੇ ਧਰਮ ਵਿੱਚ ਹੀ ਮਰਾਂਗੇ। ਦੂਜੀ ਗੱਲ ਜਿਹੜੀ ਕਰਾਮਾਤ ਦੀ ਹੈ, ਕਰਾਮਾਤ ਅਸੀਂ ਦਿਖਾਉਣੀ ਨਹੀਂ, ਮੇਰਾ ਮਾਲਕ ਦਿਖਾ ਦੇਵੇ ਤੇ ਲੱਖ ਵਾਰ ਦਿਖਾ ਦੇਵੇ, ਮੈਂ ਨਹੀਂ ਦਿਖਾਉਣੀ। ਤੀਜਾ ਵਚਨ ਜਿਹੜਾ ਤੂੰ ਕਰ ਰਿਹਾ ਮਰਨ ਵਾਸਤੇ ਤਿਆਰ ਹੋ ਜਾਓ। ਮਹਾਰਾਜ ਕਹਿੰਦੇ ਅਸੀਂ ਆਏ ਇਸੇ ਕਰਕੇ ਆ, ਅਸੀਂ ਕੁਰਬਾਨੀ ਦੇਣ ਵਾਸਤੇ ਆਏ ਹਾਂ। ਸਤਿਗੁਰਾਂ ਨੂੰ ਪਿੰਜਰੇ ਵਿੱਚ ਕੈਦ ਕੀਤਾ, ਤੇ ਪਿੰਜਰਾ ਐਸਾ ਜਿਹਦੇ ਵਿੱਚ ਖਲੋਤਾ ਵੀ ਨਹੀਂ ਜਾਂਦਾ ਤੇ ਬੈਠਾ ਵੀ ਨਹੀਂ ਜਾਂਦਾ ਤੇ ਲੰਮੇ ਵੀ ਨਹੀਂ ਪਿਆ ਜਾਂਦਾ। ਹੁਣ ਸਤਿਗੁਰਾਂ ਦੇ ਨਾਲ ਸਿੱਖ ਸਨ, ਉੱਥੇ ਹੀ ਮਹਾਰਾਜ ਨੇ ਪਿੰਜਰੇ ਦੇ ਵਿੱਚ ਹੀ ਭੋਗ ਦੇ ਸ਼ਲੋਕਾਂ ਦੀ ਬਾਣੀ ਲਿਖੀ ਹੈ। ਉਹ ਆਪਾਂ ਵਿਚਾਰ ਪਿੱਛੇ ਸਰਵਣ ਕੀਤੇ, ਜਦੋਂ ਆਪਾਂ ਬਾਣੀ ਦੀ ਵਿਚਾਰ ਸਰਵਣ ਕੀਤੀ ਸੀ ਪਿਛਲੇ ਸਾਲ, ਜਦੋਂ ਆਪਾਂ ਸ਼ਹੀਦੀ ਪੁਰਬ ਬਣਾਇਆ ਸੀ, ਤੇ ਸ਼ਹੀਦੀ ਪੁਰਬ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੀ ਕਥਾ ਆਰੰਭ ਕਰ ਦਿੱਤੀ ਸੀ। ਸੋ ਉੱਥੇ ਮਹਾਰਾਜ ਨੇ ਭੋਗ ਦੇ ਸ਼ਲੋਕ ਪਿੰਜਰੇ ਵਿੱਚ ਲਿਖੇ, ਦਿੱਲੀ ਪਿੰਜਰੇ ਦੇ ਵਿੱਚ ਲਿਖੇ ਗੁਰਮੁਖੋ। ਉੱਥੋਂ ਹੀ ਪਾਤਸ਼ਾਹ ਨੇ ਵਿਸ਼ਾ ਲੰਮਾ ਹੋ ਜਾਵੇਗਾ,
ਸ਼ਲੋਕ ਲਿਖ ਕਰਕੇ ਫਿਰ ਸ੍ਰੀ ਆਨੰਦਪੁਰ ਸਾਹਿਬ ਭੇਜੇ ਸਨ। ਉਹਦੇ ਵਿੱਚ ਕੁਝ ਸ਼ਲੋਕ ਸਿੱਖਾਂ ਵਾਸਤੇ ਆ, ਕੁਝ ਸ਼ਲੋਕ ਮਾਤਾ ਨਾਨਕੀ ਦੇ ਪ੍ਰਥਾਏ ਆ, ਉਹ ਮੈਂ ਤੁਹਾਨੂੰ ਸਰਵਣ ਕਰਵਾਇਆ ਸੀ। ਉਹਨਾਂ ਨੂੰ ਧੀਰਜ ਦੇਣ ਵਾਸਤੇ ਇੱਕ ਸ਼ਲੋਕ ਮਾਤਾ ਗੁਜਰੀ ਜੀ ਵਾਸਤੇ ਉਚਾਰਿਆ ਸੀ ਤੇ ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ, ਬਲ ਛੁਟ ਗਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਾਰ ਗਜ ਜਿਉ ਹੋ ਸੁਹਾਏ। ਇਹ ਪਰਖਣ ਵਾਸਤੇ ਉਚਾਰਿਆ ਸੀ ਤੇ ਜਿਹਦਾ ਉੱਤਰ ਕਲਗੀਧਰ ਪਾਤਸ਼ਾਹ ਨੇ ਦਿੱਤਾ ਸੀ। ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ। ਇਹ ਸ਼ਲੋਕ ਉਚਾਰ ਕਰਕੇ ਵਾਪਸ ਭੇਜਿਆ ਸੀ, ਜਿੱਥੋਂ ਮਹਾਰਾਜ ਖੁਸ਼ ਹੋਏ ਵੀ ਮੇਰਾ ਸਾਹਿਬਜ਼ਾਦਾ ਪੂਰਾ ਹੈ। ਗੁਰਿਆਈ ਵੀ ਉੱਥੋਂ ਭੇਜੀ ਸੀ, ਪਾਤਸ਼ਾਹ ਜੀ ਨੇ ਗੁਰਤਾ ਗੱਦੀ ਵੀ ਦੇ ਦਿੱਤੀ। ਤੇ ਗੁਰੂ ਪਿਆਰ ਵਾਲਿਓ, ਹੁਣ ਸਤਿਗੁਰਾਂ ਨੂੰ ਡਰਾਉਣ ਵਾਸਤੇ ਯਤਨ ਕੀਤੇ। ਸਤਿਗੁਰਾਂ ਦੇ ਨਾਲ ਜਿਹੜੇ ਸਿੱਖ ਗਏ ਸੀ ਉਹਨਾਂ ਨੂੰ ਤਸੀਹੇ ਦਿੱਤੇ ਗਏ ਸਾਹਮਣੇ ਸਤਿਗੁਰਾਂ ਦੇ। ਮੈਂ ਕਈ ਵਾਰ ਬਚਨ ਕਰਦਾ ਹੁੰਨਾ ਹੈ, ਗੁਰਮੁਖੋ ਇਤਿਹਾਸ ਦਾ ਮੁਲਾਂਕਣ ਕਰੀਏ ਨਾ, ਤੇ ਜਦੋਂ ਪੰਜਵੇਂ ਜਾਮੇ 'ਚ ਸਤਿਗੁਰੂ ਜੀ ਸ਼ਹਾਦਤ ਦਿੰਦੇ ਨੇ ਉਦੋਂ ਵੀ ਸਤਿਗੁਰਾਂ ਦੇ ਨਾਲ ਸਿੱਖ ਨੇ, ਤੇ ਜਦੋਂ ਨੌਵੇਂ ਜਾਮੇ 'ਚ ਸ਼ਹਾਦਤ ਦਿੰਦੇ ਉਦੋਂ ਵੀ ਸਿੱਖ ਨੇ। ਪਰ ਪੰਜਵੇਂ ਜਾਮੇ ਵਿੱਚ ਹੋਰ ਰੂਪ ਹੈ ਤੇ ਨੌਵੇਂ ਜਾਮੇ ਵਿੱਚ ਹੋਰ ਰੂਪ ਹੈ, ਸਤਿਗੁਰਾਂ ਦਾ ਨਹੀਂ। ਜਿਹੜਾ ਕੌਤਕ ਰਚ ਰਿਹਾ ਉਸ ਕੌਤਕ ਦਾ ਹੋਰ ਰੂਪ ਹੈ, ਸਤਿਗੁਰੂ ਤਾਂ ਇੱਕ ਰੂਪ ਹੀ ਹੈ। ਹੁਣ ਪੰਜਵੇਂ ਜਾਮੇ ਵਿੱਚ ਗੁਰੂ ਸ਼ਹੀਦੀ ਦੇ ਰਿਹਾ ਹੈ ਤੇ ਸਿੱਖ ਵੇਖਦੇ ਪਏ ਆ, ਪਰ ਨੌਵੇਂ ਜਾਮੇ ਵਿੱਚ ਸਿੱਖ ਸ਼ਹੀਦੀ ਦੇ ਰਹੇ ਨੇ ਤੇ ਗੁਰੂ ਵੇਖਦਾ ਪਿਆ। ਵੱਖਰਾ ਕੌਤਕ ਹੋ ਗਿਆ ਨਾ। ਅਸਲ ਵਿੱਚ ਇਹ ਹੈ ਕਿ ਪੰਜਵੇਂ ਜਾਮੇ ਵਿੱਚ ਸਬਕ ਦਿੱਤਾ ਹੈ। ਜਿਵੇਂ ਇੱਕ ਟੀਚਰ ਵਿਦਿਆਰਥੀ ਨੂੰ ਪਹਿਲਾਂ ਪ੍ਰਯੋਗ ਕਰਕੇ ਵਿਖਾਉਂਦਾ ਵੀ ਇੱਦਾਂ ਪ੍ਰਯੋਗ ਕਰਨਾ, ਬਾਅਦ ਵਿੱਚ ਵਿਦਿਆਰਥੀ ਕਰਦਾ ਉਸੇ ਤਰ੍ਹਾਂ। ਇਸੇ ਤਰ੍ਹਾਂ ਪੰਜਵੇਂ ਜਾਮੇ ਦੇ ਵਿੱਚ ਪਹਿਲਾਂ ਦੱਸਿਆ ਕਿ ਭਾਣਾ ਕਿਵੇਂ ਮੰਨਣਾ ਹੈ ਤੇ ਗੁਰੂ ਦੇ ਭਾਣੇ ਵਿੱਚ ਕੁਰਬਾਨ ਕਿਵੇਂ ਹੋਣਾ ਹੈ। ਤੇ ਨੌਵੇਂ ਜਾਮੇ ਵਿੱਚ ਹੁਣ ਪਾਤਸ਼ਾਹ ਜੀ ਇਮਤਿਹਾਨ ਲੈਂਦੇ ਸਿੱਖਾਂ ਦਾ ਵੀ ਜਿਨ੍ਹਾਂ ਨੂੰ ਪੰਜਵੇਂ ਜਾਮੇ 'ਚ ਅਸੀਂ ਸਬਕ ਪੜ੍ਹਾਇਆ ਉਹ ਪਾਸ ਹੁੰਦੇ ਆ ਕਿ ਫੇਲ ਹੁੰਦੇ ਆ। ਭਾਈ ਮਤੀ ਦਾਸ ਨੂੰ ਇੱਕ ਦਿਨ ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਸਤਿਗੁਰਾਂ ਨੂੰ ਡਰਾਉਣ ਵਾਸਤੇ। ਪਰ ਸਤਿਗੁਰੂ ਜੀ ਉਸੇ ਤਰ੍ਹਾਂ ਅਡੋਲ ਨੇ। ਤੇ ਗੁਰੂ ਪਿਆਰ ਵਾਲਿਓ, ਫਿਰ ਉਹ ਸਮਾਂ ਆਇਆ ਚਾਂਦਨੀ ਚੌਂਕ ਦਾ, ਜਦੋਂ ਸਤਿਗੁਰਾਂ ਦੀ ਵੀ ਤਿਆਰੀ ਹੋਈ ਸ਼ਹਾਦਤ ਦੇਣ ਦੀ। ਅੱਜ ਦਾ ਦਿਨ ਸੀ 1732 ਬਿਕਰਮੀ 1675 ਈਸਵੀ, ਮੱਘਰ ਸੁਦੀ ਪੰਚਵੀਂ ਵੀਰਵਾਰ ਵਾਲਾ ਦਿਨ ਸੀ। ਉਦੋਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ ਵੀ ਜੇ ਤੁਸੀਂ ਨਹੀਂ ਕਬੂਲ ਕਰਨਾ ਫਿਰ ਤੁਸੀਂ ਮਰਨ ਵਾਸਤੇ ਤਿਆਰ ਹੋਵੋ। ਤੇ ਸਤਿਗੁਰੂ ਜੀ ਤਿਆਰ ਹੋਏ ਅਤੇ ਉਸ ਵੇਲੇ ਗੁਰੂ ਪਿਆਰ ਵਾਲਿਓ ਚਾਂਦਨੀ ਚੌਂਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਸਤਿਗੁਰਾਂ ਨੂੰ ਉਹਨਾਂ ਨੇ ਸਜ਼ਾ ਦੇਣੀ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਪਾਤਸ਼ਾਹ ਗਏ ਨੇ, ਆਖਿਆ ਤੁਹਾਡੀ ਕੋਈ ਆਖਰੀ ਇੱਛਾ? ਮਹਾਰਾਜ ਕਹਿੰਦੇ ਆਖਰੀ ਇੱਛਾ ਤੇ ਕੋਈ ਨਹੀਂ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਸੀਸ ਝੁਕਾਵਾਂਗੇ ਸਾਡੇ ਸੀਸ ਤੇ ਵਾਰ ਕਰ ਦਿਓ। ਗੁਰੂ ਪਿਆਰ ਵਾਲਿਓ ਸਤਿਗੁਰਾਂ ਨੇ 5 ਪਾਠ ਜਪਜੀ ਸਾਹਿਬ ਦੇ ਕੀਤੇ ਤੇ 5ਵਾਂ ਪਾਠ ਕਰਕੇ ਜਿਨੀ ਨਾਮ ਧਿਆਇਆ ਗਏ ਮੁਸੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਸੀਸ ਝੁਕਾਇਆ ਹੈ ਜਲਾਦ ਨੇ ਵਾਰ ਕੀਤਾ ਹੈ ਤੇ ਸਤਿਗੁਰਾਂ ਦਾ ਸੀਸ ਧੜ ਦੇ ਨਾਲੋਂ ਵੱਖ ਹੋ ਗਿਆ। ਤੇ ਮਹਾਂਪੁਰਖ ਕਹਿੰਦੇ ਸਨ ਕਿ ਭਾਈ ਜੈਤੇ ਨੂੰ ਪਹਿਲਾਂ ਹੀ ਮਹਾਰਾਜ ਨੇ ਹੁਕਮ ਲਾਇਆ ਸੀ ਵੀ ਸਾਡਾ ਸੀਸ ਤੇਰੀ ਝੋਲੀ ਵਿੱਚ ਆ ਕੇ ਡਿੱਗੇਗਾ। ਝੋਲੀ ਅੱਡ ਕੇ ਖੜਾ ਸੀ ਸਿੱਖ। ਕੀ ਅਵਸਥਾ ਹੋਊਗੀ ਉਸ ਸਿੱਖ ਦੀ? ਕਿੱਥੇ ਤਾਂ ਗੁਰੂ ਕੋਲੋਂ ਕੁਝ ਮੰਗਣ ਵਾਸਤੇ ਸਿੱਖ ਝੋਲੀ ਅੱਡ ਕੇ ਖਲੋਂਦਾ ਹੈ, ਤੇ ਉਸ ਸਿੱਖ ਦੀ ਕੀ ਅਵਸਥਾ ਹੋਊਗੀ ਵੀ ਜਿਹੜਾ ਸਿੱਖ ਗੁਰੂ ਦੇ ਸੀਸ ਵਾਸਤੇ ਝੋਲੀ ਅੱਡ ਕੇ ਖੜਾ, ਹੁਕਮ ਵਿੱਚ ਬੱਝਾ ਹੋਇਆ। ਕਿੰਨਾ ਕੁ ਕਿਰਪਾ ਹੋਊ ਉਸ ਸਿੱਖ ਤੇ, ਭਾਈ ਜੈਤੇ ਤੇ। ਉਹ ਤਾਂ ਦ੍ਰਿਸ਼ ਵੇਖਣਾ ਵੀ ਬੜਾ ਔਖਾ ਹੋ ਜਾਂਦਾ। ਸਤਿਗੁਰਾਂ ਦਾ ਸੀਸ ਝੋਲੀ ਵਿੱਚ ਆ ਕਰਕੇ ਡਿੱਗਾ ਹੈ ਤੇ ਭਾਈ ਜੈਤਾ ਸਤਿਗੁਰਾਂ ਦਾ ਸੀਸ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਆਇਆ ਹੈ।
ਤੇ ਸਤਿਗੁਰਾਂ ਦੇ ਸੀਸ ਦਾ ਅੰਤਮ ਸੰਸਕਾਰ ਜਿਹੜਾ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਗਿਆ ਹੈ। ਉੱਥੇ ਹੀ ਪਾਤਸ਼ਾਹ ਦੇ ਕੋਲ ਜਦੋਂ ਭਾਈ ਜੈਤਾ ਪਹੁੰਚਿਆ ਹੈ ਤੇ ਮਹਾਰਾਜ ਨੇ ਪੁੱਛਿਆ ਸੀ ਕਿ ਭਾਈ ਜੈਤਿਆ ਉੱਥੇ ਹੋਰ ਸਿੱਖ ਨਹੀਂ ਸੀ? ਆਖਿਆ ਮਹਾਰਾਜ ਸਿੱਖ ਤਾਂ ਬਹੁਤ ਸੀ, 1400 ਘਰ ਦਿੱਲੀ ਵਿੱਚ ਸਿੱਖਾਂ ਦਾ ਸੀ, ਪਰ ਕਿਸੇ ਦੀ ਪਛਾਣ ਨਹੀਂ ਸੀ ਆਉਂਦੀ ਸਿੱਖ ਕੌਣ ਆ ਤੇ ਦੂਜਾ ਕੌਣ, ਇੱਕੋ ਜਿਹੇ ਲੱਗਦੇ ਸਨ। ਉਦੋਂ ਪਾਤਸ਼ਾਹ ਨੇ ਪਹਿਲਾਂ ਤੇ ਭਾਈ ਜੈਤੇ ਨੂੰ ਵਰ ਦਿੱਤਾ ਸੀ, ਜੱਫੀ ਵਿੱਚ ਲੈ ਕੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਕਹਿ ਕਰਕੇ ਨਵਾਜਿਆ। ਤੇ ਫਿਰ ਭਾਈ ਜੈਤੇ ਨੂੰ ਆਖਿਆ ਸੀ ਭਾਈ ਜੈਤਿਆ ਮੈਂ ਇਹੋ ਜਿਹਾ ਪੰਥ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਕਰੋੜਾਂ ਵਿੱਚੋਂ ਵੀ ਮੇਰਾ ਸਿੰਘ ਪਛਾਣਿਆ ਜਾਵੇਗਾ। ਸੋ ਸਤਿਗੁਰਾਂ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ ਤੇ ਦਿੱਲੀ ਦੀ ਧਰਤੀ ਤੇ ਸਤਿਗੁਰਾਂ ਦੇ ਪਾਵਨ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਕਾ ਸਿੱਖ ਜਿਹਦਾ 10,000 ਜਿਹਦੇ ਗੱਡੇ ਸਨ, ਵਪਾਰ ਚੱਲਦਾ ਸੀ, ਆਪਣੇ ਗੱਡਿਆਂ ਵਿੱਚ ਲੈ ਕਰ ਗਿਆ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਹੈ। ਸੋ ਉੱਥੇ ਗੁਰੂ ਪਿਆਰ ਵਾਲਿਓ ਉਹਦਾ ਘਰ ਹੁੰਦਾ ਸੀ। ਆਪਣੇ ਘਰ ਵਿੱਚ ਸਤਿਗੁਰਾਂ ਦਾ ਧੜ ਰੱਖ ਕਰਕੇ ਤੇ ਆਪਣੇ ਘਰ ਨੂੰ ਹੀ ਅੱਗ ਲਾ ਕਰਕੇ ਸਤਿਗੁਰਾਂ ਦਾ ਅੰਤਮ ਸੰਸਕਾਰ ਕੀਤਾ ਤੇ ਰੌਲਾ ਪਾ ਦਿੱਤਾ ਸੀ ਕਿ ਮੇਰੇ ਘਰ ਨੂੰ ਅੱਗ ਲੱਗ ਗਈ। ਧੰਨ ਉਸ ਸਿੱਖ ਦੀ ਵੀ ਕੁਰਬਾਨੀ। ਐਸੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਪਹਿਲੇ ਸ਼ਹੀਦ ਦੁਨੀਆ ਦੇ ਸ਼ਹੀਦਾਂ ਦੇ ਸਰਤਾਜ ਤੇ ਆਪਾਂ ਧੰਨ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਹਾਂ, ਪਰ ਇੱਕ ਵਿਲੱਖਣ ਸ਼ਹੀਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਵੀ ਹੈ ਕਿ ਜਿਨ੍ਹਾਂ ਦਾ ਧੜ ਦਿੱਲੀ ਵਿੱਚ ਸੰਸਕਾਰਿਆ ਹੋਵੇ ਤੇ ਸੀਸ ਅਨੰਦਪੁਰ ਸਾਹਿਬ। ਐਸੇ ਪਹਿਲੇ ਸ਼ਹੀਦ ਧਿਆਨ ਦੇਣਾ, ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿਸਾਕਾ। ਸੋ ਹਿੰਦੂਆਂ ਦੇ ਇਹਨਾਂ ਧਰਮਾਂ ਨੂੰ ਬਚਾਉਣ ਵਾਸਤੇ ਇੱਥੇ ਇਹ ਨਹੀਂ ਗਾ ਵੀ ਹਿੰਦੂਆਂ ਵਾਸਤੇ ਕੇਵਲ ਕੁਰਬਾਨੀ ਦਿੱਤੀ, ਪਰ ਉਦੋਂ ਹਿੰਦੂਆਂ ਵਾਸਤੇ ਸੀ। ਇਸ ਕਰਕੇ ਇਹ ਸ਼ਬਦ ਸਤਿਗੁਰਾਂ ਨੇ ਵਰਤੇ ਹੈ ਵੀ ਉਹਨਾਂ ਦੇ ਇਹਨਾਂ ਚਿੰਨ੍ਹਾਂ ਨੂੰ ਬਚਾਇਆ ਮਹਾਰਾਜ ਨੇ, ਤਾਂ ਕਰਕੇ ਮਹਾਰਾਜ ਨੇ ਇਹ ਸ਼ਬਦ ਵਰਤੇ ਹੈ। ਕੇਵਲ ਹਿੰਦੂਆਂ ਵਾਸਤੇ ਕੁਰਬਾਨੀ ਨਹੀਂ, ਕੁਰਬਾਨੀ ਤਾਂ ਸਾਰੀ ਸ੍ਰਿਸ਼ਟੀ ਵਾਸਤੇ ਮਹਾਰਾਜ ਦੀ। ਪਰ ਜਿਹੜਾ ਸਮਾਂ ਹੁੰਦਾ ਨਾ ਉਸ ਸਮੇਂ ਮੁਤਾਬਕ ਸ਼ਬਦ ਲਿਖੇ ਜਾਂਦੇ ਆ, ਕਿਉਂਕਿ ਉਦੋਂ ਹਿੰਦੂ ਦੁਖੀ ਸੀ, ਇਸ ਕਰਕੇ ਇਹ ਸ਼ਬਦ ਇੱਕ ਕੌਮ ਨਾਲ ਜੁੜਿਆ ਲੱਗਦਾ ਆਪਾਂ ਨੂੰ, ਪਰ ਇੱਕ ਕੌਮ ਵਾਸਤੇ ਕੁਰਬਾਨੀ ਨਹੀਂ ਦਿੱਤੀ, ਪਾਤਸ਼ਾਹ ਨੇ ਦਿੱਤੀ ਹੈ ਜ਼ੁਲਮ ਦੇ ਖਿਲਾਫ। ਤੇ ਉਦੋਂ ਹਿੰਦੂ ਦੁਖੀ ਸੀ, ਇਸ ਕਰਕੇ ਹਿੰਦੂਆਂ ਵਾਸਤੇ ਕੁਰਬਾਨੀ ਸੀ। ਹਿੰਦੂਆਂ ਵਾਸਤੇ ਤੇ ਬਹੁਤ ਵੱਡੀ ਹੈ ਤੇ ਸਾਰੇ ਸੰਸਾਰ ਵਾਸਤੇ, ਪਰ ਇਹ ਜਿਹੜਾ ਦਿਹਾੜਾ ਆਪਾਂ ਮਨਾ ਰਹੇ ਹਾਂ ਤਾਂ ਹਿੰਦੂ ਵੀਰਾਂ ਨੂੰ ਮਨਾਉਣਾ ਚਾਹੀਦਾ ਜਿਨ੍ਹਾਂ ਦਾ ਧਰਮ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਆਸਰੇ ਤੇ ਖੜਾ ਹੈ। ਅੱਜ ਜੇ ਮੰਦਰ ਨੇ, ਜੇ ਟੱਲ ਵੱਜਦੇ ਨੇ, ਜੇ ਆਰਤੀਆਂ ਹੋ ਰਹੀਆਂ ਨੇ, ਪੂਜਾ ਹੋ ਰਹੀ ਹੈ, ਜੇ ਦੀਵੇ ਜਗਦੇ ਨੇ ਮੰਦਰਾਂ ਦੇ ਵਿੱਚ, ਤੇ ਉਹਨਾਂ ਵਿੱਚ ਸਰੋਂ ਦਾ ਤੇਲ ਨਹੀਂ ਮੱਚਦਾ ਪਿਆ, ਉਹਨਾਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਖੂਨ ਬਲਦਾ ਪਿਆ। ਇਹ ਧਿਆਨ ਦੇਣਾ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਖੂਨ ਨਾਲ ਦੀਵੇ ਜਗੇ। ਜੇ ਉਹ ਕੁਰਬਾਨੀ ਨਾ ਦਿੰਦੇ ਤੇ ਅੱਜ ਮੰਦਰ ਲੱਭਣਾ ਵੀ ਕੋਈ ਨਹੀਂ ਸੀ। ਇਹ ਤਾਂ ਦਿਹਾੜਾ ਉਹਨਾਂ ਨੂੰ ਵੱਡੀ ਪੱਧਰ ਤੇ ਮਨਾਉਣਾ ਚਾਹੀਦਾ ਹੈ। ਚਲੋ ਆਪਾਂ ਤੇ ਮਨਾਉਣਾ ਹੀ ਹੈ, ਗੁਰੂ ਕੇ ਸਿੱਖ, ਪਰ ਸਭ ਤੋਂ ਵੱਡੀ ਪੱਧਰ ਤੇ ਤਾਂ ਉਹਨਾਂ ਨੂੰ ਮਨਾਉਣਾ ਚਾਹੀਦਾ ਜਿਨ੍ਹਾਂ ਦਾ ਧਰਮ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਚਾਇਆ। ਸੋ ਐਸੇ ਮਹਾਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਸਿਰ ਦੇ ਦਿੱਤਾ ਹੈ ਪਰ ਹਾਏ ਸੀ ਨਹੀਂ ਮੁਖ ਤੂੰ ਉਚਾਰਨ ਕੀਤੀ ਧਰਮ ਹੇਤ ਸਾਕਾ ਜਿਨ ਕੀਆ ਧਰਮ ਵਾਸਤੇ ਜਿਨ੍ਹਾਂ ਨੇ ਸਾਕਾ ਕੀਤਾ ਹੈ ਸੀਸ ਦਿਆ ਪਰ ਸਿਰ ਨਾ ਦਿਆ ਸਿਰ ਦੇ ਦਿੱਤਾ ਪਰ ਸਿਦਕ ਨਹੀਂ ਹਾਰਿਆ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕਹਿ ਆਵਤ ਲਾਜਾ ਠੀਕਰ ਫੋਰ ਦਲੀਸ ਸਿਰ ਦਿੱਲੀ ਦੇ ਬਾਦਸ਼ਾਹ ਦੇ ਸਿਰ ਉੱਪਰ ਇਸ ਸਰੀਰ ਦਾ ਠੀਕਰਾ ਪੰਨਿਆ ਹੈ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਨ ਸੱਚਖੰਡ ਨੂੰ ਜਾਣਾ ਕੀਤਾ ਹੈ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਕਲਗੀਧਰ ਪਾਤਸ਼ਾਹ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗਾ ਕਾਰਜ ਕਿਸੇ ਨੇ ਨਹੀਂ ਕੀਤਾ ਅਜੇ ਤੱਕ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸ਼ੋਕ ਹੈ ਸਭ ਜਗ ਭਇਓ ਜੈ 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 ਸੁਰ ਲੋਕ ਸੰਸਾਰ ਅੰਦਰ ਤਾਂ ਹਾਹਾਕਾਰ ਮਚੀ ਹੈ
ਤੇ ਜੋ ਸੁਰ ਲੋਕ ਵਿੱਚ ਜੈ ਜੈਕਾਰ ਹੋਈ, ਸਤਿਗੁਰਾਂ ਦੀ ਸਾਰੇ ਪਾਸੇ ਜੈ ਜੈਕਾਰ ਹੋਈ। ਤੇ ਉਸ ਦਿਨ ਤੋਂ ਹੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਮੁਗਲਾਂ ਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਤੇ ਪੁੱਟੀਆਂ ਵੀ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਨੇ। ਸੋ ਅੱਜ ਦੇ ਦਿਨ ਮਹਾਨ ਸ਼ਹਾਦਤ ਦਾ ਜਾਮ ਪੀਤਾ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਜਿਨ੍ਹਾਂ ਦੇ ਬਾਅਦ ਵਿੱਚ ਭੋਗ ਪੈਣੇ ਆ 9-10 ਵਜੇ ਦੇ ਕਰੀਬ। ਸੋ ਗੁਰੂ ਪਿਆਰ ਵਾਲਿਓ, ਉਦੋਂ ਵੀ ਹਾਜ਼ਰੀਆਂ ਭਰਿਓ। ਸੋ ਅੱਜ ਦਾ ਦੀਵਾਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਮਰਪਿਤ ਕੀਤਾ ਹੈ, ਕਿਉਂਕਿ ਇਤਿਹਾਸ 'ਚ ਬੜਾ ਲੰਮਾ ਚੌੜਾ ਬੜਾ ਕੁਝ ਛੱਡ ਗਏ ਆ, ਕਿਉਂਕਿ ਸਮੇਂ ਦੀ ਸੀਮਾ ਕਰਕੇ ਸਾਰਾ ਨਹੀਂ ਬੋਲਿਆ ਜਾਂਦਾ। ਸੋ ਐਸੇ ਮਹਾਨ ਸ਼ਹੀਦ ਹੋਏ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਤੇ ਗੁਰਮੁਖੋ, ਆਪਾਂ ਕੀ ਸਿੱਖਣਾ ਉਹਨਾਂ ਦੀ ਸ਼ਹੀਦੀ ਤੋਂ? ਆਪਾਂ ਇਹੀ ਸਿੱਖਣਾ ਹੈ ਕਿ ਜੇ ਪਾਤਸ਼ਾਹ ਕਿਸੇ ਦੇ ਧਰਮ ਵਾਸਤੇ ਕੁਰਬਾਨੀ ਦੇ ਸਕਦੇ ਤੇ ਆਪਾਂ ਆਪਣੇ ਧਰਮ ਵਿੱਚ ਹੀ ਰਹਿ ਸਕੀਏ। ਇਹ ਵੀ ਬਹੁਤ ਵੱਡੀ ਗੱਲ। ਜੇ ਆਪਾਂ ਆਪਣਾ ਧਰਮ ਹੀ ਕਮਾ ਲਈਏ ਨਾ, ਆਪਣੇ ਧਰਮ ਵਾਸਤੇ ਜੀਵਨ ਜਿਹੜਾ ਉਹ ਲਾ ਲਈਏ, ਤੇ ਇਹ ਬਹੁਤ ਵੱਡੀ ਦਾਤ ਹੈ। ਇਸ ਕਰਕੇ ਗੁਰੂ ਪਿਆਰ ਵਾਲਿਓ, ਆਪਾਂ ਸਾਰੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਦਸੀ ਮਰਿਆਦਾ ਵਿੱਚ ਚੱਲੀਏ, ਨਾਮ ਬਾਣੀ ਸਤਸੰਗਤ ਅਭਿਆਸ ਕਰੀਏ। ਸਤਿਗੁਰਾਂ ਦੀ ਕਿਰਪਾ ਨਾਲ ਸਾਡਾ ਜੀਵਨ ਸਫਲਾ ਹੋਵੇਗਾ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।